ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਦੂਜਾ। ਨਾਨਕ ਅੰਧਾ ਹੋਏ ਕੈ ਰਤਨਾ ਪਰਖਣ ਜਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤ ਸੰਗਤ ਜੀਓ, ਆਓ ਨਿਤ ਦੇ ਨਿਯਮ ਅਨੁਸਾਰ ਜੋ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੀ ਕਥਾ ਦਾ ਲਾਹਾ ਪ੍ਰਾਪਤ ਕੀਤਾ ਜਾ ਰਿਹਾ ਹੈ, ਉਹਦੇ ਅਨੁਸਾਰ ਆਪ ਸਰਬਤ ਮਾਈ ਭਾਈ ਦਸੋਂ ਪਾਤਸ਼ਾਹੀਆਂ ਕੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪਹੁੰਚੇ ਹੋ। ਜਿਸ ਸ਼ਬਦ ਤੋਂ ਅੱਜ ਦੀ ਕਥਾ ਆਰੰਭ ਹੋ ਰਹੀ ਹੈ ਉਹਦਾ ਪਾਠ ਵੀ ਸਰਵਣ ਕਰ ਲਿਆ ਹੈ। ਜੋ ਰਾਮਕਲੀ ਦੀ ਵਾਰ ਤੀਸਰੇ ਪਾਤਸ਼ਾਹ ਦੀ ਹੈ, ਉਹਦੇ 14 ਸ਼ਲੋਕ ਪਿੱਛੇ ਹੋ ਗਏ ਹੈ। 15ਵੇਂ ਸ਼ਲੋਕ ਤੋਂ ਅੱਜ ਦੀ ਵਿਚਾਰ ਆਰੰਭ ਹੁੰਦੀ ਹੈ। ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੋ ਜੀ। ਸ਼ਲੋਕ ਮਹੱਲਾ ਦੂਜਾ। ਇਹਦੇ ਵਿੱਚ ਹੁਣ ਇੱਥੇ ਕਿਉਂਕਿ ਸ਼ਲੋਕ ਮਹੱਲੇ ਜਿਹੜੇ ਨੇ ਸਾਂਝੇ ਨੇ, ਬਾਰ ਦਾ ਅਰਥ ਪੌੜੀਆਂ ਹੁੰਦਾ। ਪੌੜੀਆਂ ਕੇਵਲ ਗੁਰੂ ਅਮਰਦਾਸ ਮਹਾਰਾਜ ਦੀਆਂ ਸ਼ੁਰੂ ਦੇ ਸੂਚਨਾ ਦੇ ਦਿੱਤੀ ਹੈ ਵੀ ਇਹ ਬਾਰ ਕਿਸ ਪਾਤਸ਼ਾਹ ਦੀ ਹੈ। ਦੂਜੇ ਪਾਤਸ਼ਾਹ ਦਾ ਇਹ ਸ਼ਲੋਕ ਹੈ ਜਿਹਦੇ ਚ ਮਹਾਰਾਜ ਸਾਹਿਬ ਜੀ ਜੋ ਅੰਧੇ ਦੇ ਪ੍ਰਕਰਨ ਦੇ ਨਾਲ ਮਹਾਰਾਜ ਸਮਝਾਉਂਦੇ ਆ, ਅੰਤਰੀ ਭਾਵ ਦੇ ਵਿੱਚ ਬਖਸ਼ਿਸ਼ ਕਰਨਗੇ। ਸੁਣੋ ਜੀ। ਨਾਨਕ ਅੰਧਾ ਹੋਏ ਕੈ। ਮਹਾਰਾਜ ਕਹਿੰਦੇ ਜਿਵੇਂ ਕੋਈ ਸੰਸਾਰ ਦੇ ਵਿੱਚ ਅੰਨਾ ਪੁਰਸ਼ ਹੈ, ਨਿਗਾਹ ਤੋਂ ਬਗੈਰ ਹੈ, ਨਿਗਾਹ ਕੰਮ ਨਹੀਂ ਕਰ ਰਹੀ, ਤੇ ਉਹ ਫਿਰ ਐਸੀ ਇੱਛਾ ਪ੍ਰਗਟ ਕਰੇ ਰਤਨਾ ਪਰਖਣ ਜਾਏ। ਉਹ ਰਤਨਾ ਦੀ ਪਰਖਣਾ ਕਰਨ ਵਾਸਤੇ ਜਾਵੇ ਵੀ ਇਹ ਰਤਨ ਜਿਹੜਾ ਕੈਸਾ ਹੈ, ਕਿੰਨੀ ਕੀਮਤ ਦਾ ਹੈ। ਤੇ ਬੜਮੁੱਲੇ ਜਿਹੜੇ ਇਸ ਤਰ੍ਹਾਂ ਦੇ ਪਦਾਰਥ ਹੈ, ਹੀਰੇ ਪੰਨੇ ਆਦਿ ਜਿਹੜੇ ਨੇ, ਉਹ ਕਹਿੰਦੇ ਅੱਖਾਂ ਤੋਂ ਦਾ ਰਾਹ ਨਹੀਂ ਦਿਸਦਾ, ਉਹ ਰਤਨ ਪਰਖਣ ਚਲਿਆ ਜਾਵੇ। ਤੇ ਐਸਾ ਜਿਹੜਾ ਹੈ ਰਤਨਾ ਸਾਰ ਨਾ ਜਾਣਈ। ਉਹ ਰਤਨਾ ਦੀ ਖਬਰ ਤਾਂ ਕੀ ਜਾਣਨੀ ਆ ਉਸਨੇ, ਬਲਕਿ ਆਵੇ ਆਪ ਲਿਖਾਏ। ਉਹ ਤਾਂ ਆਪਣੇ ਆਪ ਨੂੰ ਜਣਾ ਕੇ ਆਉਂਦਾ ਹੈ। ਭਾਵ ਉਹਦੇ ਬਾਰੇ ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਅੱਖਾਂ ਤੋਂ ਉਹਨਾਂ ਹੀ ਹੈ। ਤੇ ਜਿਹੜੇ ਨੂੰ ਰਾਹ ਨਹੀਂ ਦੀਂਦਾ ਉਹ ਫਿਰ ਹੁਣ ਰਤਨ ਕੀ ਪਰਖੂਗਾ। ਇਹ ਸਾਰੇ ਲੋਕ ਸਮਝ ਲੈਂਦੇ ਆ ਵੀ ਇਹਦੀ ਮੂਰਖਤਾ ਹੀ ਸੀ ਜਿਹੜਾ ਰਤਨ ਪਰਖਣ ਆ ਗਿਆ। ਅੱਖਾਂ ਤੋਂ ਉਹਨਾਂ ਹੈ। ਮਹੱਲਾ ਦੂਜਾ। ਤੇ ਦੂਸਰੇ ਪਾਤਸ਼ਾਹ ਫਿਰ ਮਹੱਲੇ ਦੇ ਵਿੱਚ ਇਹ ਪ੍ਰਕਰਨ ਕਹਿੰਦੇ ਹਨ। ਰਤਨਾ ਕੇਰੀ ਗੁਥਲੀ। ਰਤਨਾ ਜਿਹੜੀ ਗੁਥਲੀ ਥੈਲੀ ਹੈ, ਇਹ ਰਤਨਾ ਕੇਰੀ ਗੁਥਲੀ ਨਾਮ ਥੈਲੀ ਦਾ ਹੈ। ਰਤਨੀ ਖੋਲੀ ਆਏ। ਉਹ ਰਤਨੀ ਜਿਹੜੀ ਰਤਨਾ ਦੇ ਜਿਹੜੇ ਪਾਰਖੂ ਨੇ, ਉਹ ਕੌਣ? ਜੌਹਰੀ। ਤੇ ਉਹਨਾਂ ਨੇ ਆ ਕੇ ਖੋਲਣਾ ਕੀਤੀ। ਇਹਨੂੰ ਪਾਈ ਖੋਲੀ ਪਾਠ ਨਹੀਂ ਕਰਨਾ, ਖੋਲੀ ਕਰਨਾ, ਖੋਲਣ ਤੋਂ ਹੈ। ਤੇ ਅੱਗੇ ਦੱਸਦੇ ਹਨ ਬਖਰ ਤੈ ਅਣਜਾਰਿਆ। ਜਦ ਬਖਰ ਸੌਦਾ ਵੇਚਣ ਵਾਲੇ, ਬਖਰ ਨਾਮ ਸੌਦੇ ਦਾ, ਸੌਦਾ ਵੇਚਣ ਵਾਲੇ ਜੌਹਰੀ ਨੇ ਅਤੇ ਬਣਜਾਰਿਆਂ ਵਣਜ ਕਰਨ ਵਾਲੇ ਭਾਵ ਜਿਹੜੇ ਖਰੀਦਾਰ ਨੇ, ਉਹਨਾਂ ਪੁਰਖਾਂ ਨੇ ਜਿਸ ਵੇਲੇ ਦੋਹਾ ਰਹੀ ਸਮਾਏ। ਤੇ ਜਦੋਂ ਇਹ ਦੋਨਾਂ ਨੇ, ਖਰੀਦਣ ਵਾਲੇ ਪੁਰਖ, ਇਹਨਾਂ ਦੋਹਾਂ ਨੇ ਜਦੋਂ ਵੇਖਿਆ ਹੈ, ਬੁੱਧੀ ਜਿਹੜੀ ਹੈ ਉਹ ਸਮਾਹੜਾ ਆਨੰਦ ਦਾ ਨਾਮ ਹੁੰਦਾ ਹੈ। ਆਨੰਦ ਵਿੱਚ ਆ ਗਈ, ਮਸਤੀ ਵਿੱਚ ਆ ਗਈ, ਖੇੜੇ ਵਿੱਚ ਆ ਗਈ ਕਿ ਰਤਨ ਦੇ ਤਾਈਂ ਵਿਖਾਉਣ ਵਾਲੇ ਜੌਹਰੀ ਤੇ ਖਰੀਦਣ ਵਾਲੇ ਪੁਰਖ ਨੂੰ ਰਤਨਾਂ ਦੇ ਪ੍ਰਕਾਸ਼ ਨੇ ਵੇਖ ਕੇ ਪ੍ਰਸੰਨਤਾ ਦੇ ਦਿੱਤੀ ਹੈ। ਉਹਨੂੰ ਪ੍ਰਸੰਨਤਾ ਹੋ ਰਹੀ ਹੈ। ਇਹ ਦੁਨਿਆਵੀ ਮਿਸਾਲ ਦਿੱਤੀ ਹੈ। ਇਹਦੇ ਅਨੁਸਾਰ ਹੁਣ ਮਹਾਰਾਜ ਸਾਹਿਬ ਜੀ ਅੰਤਰੀ ਭਾਵ ਦੇ ਵਿੱਚ ਦੱਸਦੇ ਹਨ। ਫਿਰ ਬੋਲੋ ਜੀ। ਸ਼ਲੋਕ ਮਹੱਲਾ ਦੂਜਾ। ਦੂਸਰੇ ਪਾਤਸ਼ਾਹ ਕਥਨ ਕਰਦੇ ਹਨ। ਨਾਨਕ ਅੰਧਾ ਹੋਏ ਕੈ। ਇਹ ਸ਼ਲੋਕ ਦੇ ਮਹਾਰਾਜ ਕਹਿੰਦੇ ਭਾਈ ਮੈਂ ਬਾਹਰ ਦੇ ਅੰਨਿਆਂ ਦੀ ਗੱਲ ਨਹੀਂ ਕੀਤੀ ਹੈ। ਕਹਿੰਦੇ ਅੰਧਾ ਕੌਣ ਹੈ? ਅੰਧਾ ਮਹਾਰਾਜ ਕਹਿੰਦੇ ਨਾਨਕ ਅੰਧਾ ਹੋਏ ਕੈ, ਜਿਹਦੇ ਵਿਰਾਗ ਤੇ ਵਿਵੇਕ ਰੂਪ ਦੋਨੇ ਨੇਤਰ ਨਹੀਂ ਹੈ। ਵਿਰਾਗ ਨਹੀਂ, ਵਿਵੇਕ ਨਹੀਂ, ਅੰਨਾ ਹੈ।
ਜਾਂ ਸੁਰਤੀ ਔਰ ਸਿਮਰਤੀ ਰੂਪੀ ਨੇਤਰ ਨਹੀਂ ਹਨ, ਉਹ ਅੰਨਾ ਹੈ, ਅਗਿਆਨੀ ਹੈ। ਅਗਿਆਨੀ ਹੋਣ ਕਰਕੇ ਰਤਨਾ ਪਰਖਣ ਜਾਏ। ਫਿਰ ਗੁਰਾਂ ਦਾ ਜਿਹੜਾ ਸ਼ਬਦ ਰੂਪੀ ਰਤਨ ਹੈ, ਜਿਹੜੀ ਸੁਭ ਗੁਣਾ ਰੂਪੀ ਰਤਨ ਨੂੰ ਪਰਖਣ ਵਾਸਤੇ ਸਾਧ ਸੰਗਤ ਜਾਏ ਜਾਂਦਾ ਹੈ। ਉਹ ਗੁਰਾਂ ਦੇ ਸ਼ਬਦ ਜਾਂ ਸੁਭ ਗੁਣਾ ਰੂਪੀ ਰਤਨਾਂ ਦਾ ਫਿਰ ਰਤਨਾ ਪਰਖਣ ਜਾਏ, ਤੇ ਉਹ ਰਤਨਾਂ ਦੀ ਪਰਖਣ ਕਰਨ ਵਾਸਤੇ ਜਾਂਦਾ ਹੈ। ਪਰ ਰਤਨਾ ਸਾਰ ਨਾ ਜਾਣਈ, ਉਹ ਫਿਰ ਰਤਨਾਂ ਦੀ ਸਾਰ ਖਬਰ ਤਾਂ ਜਾਣਦੇ ਹੀ ਨਹੀਂ ਕਿ ਰਤਨ ਹੁੰਦੇ ਕੀ ਹੈ, ਭਾਵ ਵੈਰਾਗ ਕੀ ਹੈ, ਵਿਵੇਕ ਕੀ ਹੈ। ਇਹ ਗੁਣਾਂ ਦੀ ਉੱਕਾ ਹੀ ਖਬਰ ਨਹੀਂ ਜਾਣਦੇ। ਆਵੇ ਆਪ ਲਿਖਾਏ, ਉਹ ਫਿਰ ਆਪਣੇ ਆਪ ਨੂੰ ਲਿਖਾ ਕੇ ਜਣਾਈ ਆਉਂਦਾ ਵੀ ਮੈਂ ਅੰਨਾ। ਇਸ ਕਰਕੇ ਰਤਨਾ ਸਾਰ ਨਾ ਜਾਣੀ, ਆਵੇ ਆਪ ਲਿਖਾਏ, ਜਣਾ ਕੇ ਆਉਂਦਾ ਹੈ। ਇਹੋ ਮਹਾਰਾਜ ਸਾਹਿਬ ਦੇ ਬਚਨ ਨੇ। ਕੋਈ ਵੀ ਅੱਖਰ ਛੱਡ ਨਹੀਂ ਸਕਦੇ ਅਰਥਾਂ ਦੇ ਵਿੱਚ ਆਪਾਂ। ਅੰਤਰੀਵ ਭਾਵ ਹੈ। ਤੇ ਅੱਗੇ ਦੱਸਦੇ ਹਨ ਆਪਣੇ ਆਪ ਨੂੰ ਕੀ ਹੈ, ਅਗਿਆਨੀ ਜਣਾ ਦਿੰਦਾ। ਫਿਰ ਉਹ ਕਈ ਖਬਰ ਨਹੀਂ ਜਾਣਦੇ ਤੇ ਉਹ ਸਤਸੰਗੀਆਂ ਦੇ ਚ ਆਪਣਾ ਅਗਿਆਨਤਾ ਆਪਣਾ ਦਾ ਇਹ ਜਣਾ ਦਿੰਦਾ ਵੀ ਮੈਂ ਤਾਂ ਅਗਿਆਨੀ ਹੀ ਹਾਂ। ਮਹੱਲਾ ਦੂਜਾ। ਅੱਗੇ ਹੁਣ ਮਹੱਲਾ ਕਥਨ ਕਰਦੇ ਨੇ ਦੂਸਰੇ ਪਾਤਸ਼ਾਹ। ਰਤਨਾ ਕੀਰੀ ਗੁਥਲੀ, ਗੁਰਾਂ ਦੇ ਜਿਹੜੇ ਸ਼ਬਦ ਹੈ, ਗੁਰ ਕਾ ਸ਼ਬਦ ਰਤਨ ਹੈ। ਇਹ ਉਹਨਾਂ ਲੋਕਾਂ ਦੀ ਗੱਲ ਕੀਤੀ ਹੈ ਜਿਹੜੇ ਅੰਦਰੋਂ ਅੰਨਾ ਬਾਹਰੋਂ ਅੰਨਾ ਕੂੜੀ ਕੂੜੀ ਗਾਵੇ। ਉਹ ਕਹਿੰਦੇ ਗੁਰੂ ਦਾ ਜਿਹੜਾ ਸ਼ਬਦ ਹੈ, ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਤੇੜਾ। ਤੇ ਐਸਾ ਜਿਹੜਾ ਗੁਰੂ ਦੇ ਸ਼ਬਦ ਦਾ ਇਹ ਰਤਨ ਹੈ। ਰਤਨਾ ਕੀਰੀ ਗੁਥਲੀ, ਸ਼ੁਭ ਗੁਣਾ ਵੀ ਰਤਨਾ ਦੀ ਗੁਥਲੀ ਕੀ ਹੈ, ਭਗਤੀ। ਭਗਤੀ ਰੂਪੀ ਗੁਥਲੀ ਥੈਲੀ। ਜਦੋਂ ਗੁਰਾਂ ਦੇ ਸ਼ਬਦ ਜਾਂ ਸ਼ੁਭ ਗੁਣਾ ਦੀ ਜਿਹੜੀ ਰਤਨਾਂ ਦੀ ਥੈਲੀ ਹੈ, ਰਤਨੀ ਖੋਲੀ ਆਏ। ਉਹ ਰਤਨਾਂ ਦੇ ਪਾਰਖੂ ਸਤਸੰਗੀਆਂ ਨੇ, ਅਧਿਕਾਰੀਆਂ ਨੇ ਆ ਕੇ ਸਤਸੰਗ ਦੀ ਖੋਲਣਾ ਕੀਤੀ, ਭਾਵ ਕੀ ਪ੍ਰਗਟ ਕੀਤੀ ਹੈ। ਵਖਰ ਤੈਵਣ ਜਾ ਰਿਹਾ, ਜਦੋਂ ਵਖਰ ਸੌਦਾ ਵੇਚਣ ਵਾਲੇ ਸਤਸੰਗੀ ਅਧਿਕਾਰੀਆਂ ਅਤੇ ਤਨ ਮਨ ਧਨ ਦੇਣ ਵਾਲੇ ਜਿਗਿਆਸੂਆਂ ਰੂਪ ਬਣ ਜਾ ਰਿਹਾ, ਇਹਨਾਂ ਦੋਨਾਂ ਨੇ ਦੋਹਾ ਰਹੀ ਸਮਾਏ। ਇਹ ਦੋਹਾਂ ਦੀ ਬੁੱਧੀ ਨਾਮ ਦੇ ਵਿੱਚ ਸਮਾਏ ਮਸਤੀ ਵਿੱਚ ਖਿੜ ਰਹੀ ਹੈ। ਜਾਂ ਦੋਹਾਂ ਨੂੰ ਨਾਮ ਦੀ ਖੋਜ ਬਾਬਤ ਸੁਣ ਕੇ, ਪਦਾਰਥਾਂ ਦੀ ਖੋਜ ਨੂੰ ਸੁਣ ਕੇ ਮਸਤੀ ਆ ਰਹੀ ਹੈ। ਤਤ ਸਰੂਪ ਦਾ ਕਥਨ ਕਰਕੇ ਸੱਚ ਸਰੂਪ ਦੀ ਪ੍ਰਾਪਤੀ ਰੂਪੀ ਮਸਤੀ ਆ ਰਹੀ ਹੈ। ਇਹ ਅੰਤਰੀ ਭਾਵ ਹੀ ਸਮਝਾਇਆ ਮਹਾਰਾਜ ਨੇ। ਜਿਨ ਗੁਣ ਪੱਲੇ ਨਾਨਕਾ, ਸਤਿਗੁਰੂ ਜੀ ਕਥਨ ਕਰਦੇ ਨੇ ਜਿਨ੍ਹਾਂ ਦੇ ਹਿਰਦੇ ਰੂਪੀ ਪੱਲੇ ਦੇ ਵਿੱਚ, ਜਣੇ ਪੱਲੇ ਲੜਦਾ ਨਾਮ ਹੈ, ਉਹਨਾਂ ਦੇ ਵਿੱਚ ਸਤ ਸੰਤੋਖ ਦਇਆ ਧਰਮ ਆਦਿ ਸ਼ੁਭ ਗੁਣ ਹਨ। ਮਾਨਕ ਅਣਜਹ ਸੇ, ਉਹ ਤਨ ਮਨ ਧਨ ਦੇ ਕੇ ਸਰਵਣ ਮੰਨਣ ਅਧਿਆਸਨ ਰੂਪੀ ਮਾਨਕਾਂ ਨੂੰ ਬਣ ਜਾ ਖਰੀਦਦੇ ਹਨ। ਰਤਨਾ ਸਾਰ ਨਾ ਜਾਣਈ, ਜਿਹੜੇ ਪੁਰਖ ਗੁਰੂ ਸਾਹਿਬ ਦੇ ਸ਼ਬਦ ਰੂਪੀ ਰਤਨ ਦੀ ਸਾਰ ਖਬਰ ਨਹੀਂ ਜਾਣਦੇ ਹਨ। ਬੈਰਾਗ ਵਿਵੇਕ ਸ਼ੁਭ ਗੁਣ ਰੂਪੀ ਰਤਨ ਦੀ ਸੰਭਾਲ ਨਹੀਂ ਕਰਦੇ। ਅੰਧੀ ਵਤਹਿ ਲੋਏ, ਉਹ ਅੰਧੇ ਅਗਿਆਨੀ ਪੁਰਖ ਅਗਿਆਨ ਦੇ ਸਹਿਤ ਲੋਕਾਂ ਵਿੱਚ ਵਿਚਰਦੇ ਹੈ। ਉਹ ਅਗਿਆਨੀ ਪੁਰਖ ਆਪਣੇ ਆਪ ਨੂੰ ਗਿਆਨ ਦੇ ਲੋਏ ਪ੍ਰਕਾਸ਼ ਵਾਲੇ ਕਹਾਉਂਦੇ ਤੁਰੇ ਫਿਰਦੇ। ਅੰਧੇ ਵਤਹਿ ਲੋਏ, ਉਹ ਲੋਏ ਪ੍ਰਕਾਸ਼ ਸਰੂਪ ਬ੍ਰਹਮ ਦੀ ਪ੍ਰਾਪਤੀ ਵੱਲੋਂ ਅੰਨੇ ਹੋਏ ਫਿਰਦੇ ਹਨ। ਇਹ ਮਹਾਰਾਜ ਸਾਹਿਬ ਨੇ ਗਿਆਨ ਬਖਸ਼ਿਆ। ਪੌੜੀ। ਅੱਗੇ ਪੌੜੀ ਕਥਨ ਕੀਤੀ ਹੈ ਗੁਰੂ ਅਮਰਦਾਸ ਮਹਾਰਾਜ ਦੀ ਪੌੜੀ ਹੈ। 9 ਦਰਵਾਜੇ ਕਾਇਆ ਕੋਟ ਹੈ, ਅਸਤੂਲ ਸਰੀਰ ਦੇਹ ਰੂਪੀ ਕੋਟ ਕੇ ਲਾਇਆ ਹੈ। ਇਹਦੇ ਵਿੱਚ 9 ਦਰਵਾਜੇ, 9 ਦੁਆਰੇ ਪ੍ਰਗਟ ਕੀਏ, 10ਵਾਂ ਗੁਦਰ ਰਖਾਇਆ। ਇਹ ਜਿਹੜੇ 9 ਦਰਵਾਜੇ ਪ੍ਰਗਟ ਕੀਤੇ ਹੈ ਅਤੇ ਜਿਹੜਾ 10ਵਾਂ ਹੈ, 10ਵੇਂ ਗੁਪਤ ਰਖੀਜੈ, 10ਵੇਂ 10 ਦੁਆਰ ਗੁਪਤ ਛੁਪਾ ਕੇ ਰੱਖਿਆ ਹੋਇਆ ਹੈ। 9 ਦਰਵਾਜੇ ਕਾਇਆ ਕੋਟ ਹੈ। ਦੇਹ ਰੂਪੀ ਕਿਲੇ ਦੇ ਅੰਦਰ 9 ਗੋਲਕਾਂ ਰੂਪ ਦਰਵਾਜੇ ਨੇ। 10ਵਾਂ ਜਿਹੜਾ 10ਵਾਂ ਗੁਪਤ ਰਖੀਜੈ, ਚੇਤਨ ਨੇ ਆਪਣੇ ਆਪ ਨੂੰ ਗੁਪਤ ਰੱਖਿਆ ਹੋਇਆ। 9 ਦਰਵਾਜੇ ਕਾਇਆ ਕੋਟ ਹੈ। ਦੇਹ ਰੂਪੀ ਕਿਲੇ ਦੇ 9 ਗੋਲਕਾਂ ਰੂਪ ਦਰਵਾਜੇ ਨੇ ਤੇ 10ਵਾਂ ਜੋ ਚੇਤਨ ਹੈ, 10ਵਾਂ ਗੁਪਤ ਰਖੀਜੈ, ਉਹ ਆਪਣੇ ਆਪ ਨੂੰ ਗੁਪਤ ਰੱਖਿਆ ਹੋਇਆ। 10ਵਾਂ ਜੋ ਮਨ ਹੈ ਤੇ ਉਹ ਅੰਦਰ ਪਰਮੇਸ਼ਰ ਨੇ ਆਪਣੀ ਜੋਤ ਨੂੰ ਗੁਪਤ ਰੱਖਿਆ ਹੋਇਆ ਹੈ। ਜਿਨ੍ਹਾਂ ਦੇ ਸਮਦਮ ਸਾਧਨਾ 9 ਗੋਲਕਾਂ ਨੂੰ ਦਮਨ ਕੀਤਾ ਹੈ, ਉਹਨਾਂ ਨੇ ਉਸ ਦੀ ਪ੍ਰਾਪਤੀ ਕਰ ਲਈ ਹੈ। ਬੱਜਰ ਕਪਾਟ ਨਾ ਖੁੱਲਣੀ, ਪੱਥਰ ਵਾਂਗ ਬੱਜਰ ਸਖਤ 5 ਕੋਸ਼ਾਂ ਰੂਪੀ ਜਾਂ ਆਸਾ ਦੇਸ਼ਾ ਰੂਪੀ
ਇਹ ਜਿਹੜੇ ਨਾ ਕਪਾਟ ਤਖਤੇ ਦਰਵਾਜ਼ੇ ਲੱਗੇ ਹੋਏ ਜਾਂ 6 ਚੱਕਰਾਂ ਰੂਪੀ ਇਹ ਜਿਹੜੇ ਕਪਾਟ ਤਖਤੇ ਲੱਗੇ ਹੋਏ ਹੈ, ਆਪਣੇ ਆਪ ਯਤਨ ਕਰਕੇ ਨਾ ਖੁੱਲਣੀ, ਇਹ ਖੁੱਲਦੇ ਨਹੀਂ ਆਪਣੇ ਆਪ। ਗੁਰ ਸ਼ਬਦ ਖੁਲੀਜੈ, ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਖੁਲੀਜਾ ਖੁੱਲਦੇ ਹਨ ਜੇ। ਅਨਹਦ ਵਾਜੇ ਧੁਨ ਵਜਦੇ, ਤੇ ਅਨਹਦ ਬਾਜੇ ਜੋ ਗੁਰ ਸ਼ਬਦ ਉਪਦੇਸ਼ ਨੂੰ ਸ਼ਰਧਾ ਤੇ ਵਿਸ਼ਵਾਸ ਰੂਪੀ ਕੰਨਾਂ ਦੁਆਰਾ ਸੁਣੀਜਾ ਸੁਣਦੇ ਨੇ, ਉਹਨਾਂ ਦੇ 10ਵੇਂ ਦੀਵਾਰ ਜਾਂ ਫਿਰ ਹਿਰਦੇ ਦੇ ਅੰਦਰ ਅਨਹਦ ਇੱਕ ਰਸ ਧੁਨ ਜਿਹੜੀ ਬੜੀ ਸੁੰਦਰ ਹੈ, ਸਤਨਾਮ ਵਾਹਿਗੁਰੂ ਦੀ ਧੁਨ ਬਾਜੇ, ਨਾਮ ਦੀ ਧੁਨ ਬਾਜੇ ਹੈ, ਵੱਜਦੀ ਹੈ, ਪ੍ਰਗਟ ਹੁੰਦੀ ਹੈ, ਜਾਂ ਉਹਦਾ ਚਿੱਤ ਇਕਾਗਰਤਾ ਵਿੱਚ ਹੀ ਇਸ ਨੂੰ ਫਿਰ ਇੱਕ ਰਸ ਧੁਨੀ ਨੂੰ ਸਤਨਾਮ ਵਾਹਿਗੁਰੂ ਕੀ ਬਾਜੇ ਵੱਜਦੇ ਸੁਣਦੇ ਨੇ। ਉਸ ਨੂੰ ਯੋਗ ਮਤ ਦੇ ਅਨੁਸਾਰ ਦੂਸਰੇ ਬਾਜੇ ਵੀ ਹੈ, ਜਿਹੜਾ ਤਤਾਂਤੀ ਵਿਚਰਮ ਕਾ ਕਨਕੰਸੀ ਕਾ ਜਾਨ, ਨਾਦ ਸ਼ਬਦ ਘਟ ਕੋ ਕਹੈ ਸਵਾਸ ਸੁਖਰ ਵੈਸ਼ਾਨ। ਇਹ ਜਿਹੜੇ ਬਾਜੇ ਹਨ ਗੁਰ ਸ਼ਬਦ ਸੁਣੀਜੈ, ਇਹ ਹੱਦ ਤੋਂ ਰਹਿਤ ਇੱਕ ਰਸ ਬਾਜੇ ਪ੍ਰਗਟ ਹੋ ਕਰਕੇ ਨਾ ਜਿਹੜੇ ਉਹਨੂੰ ਸੁੰਦਰ ਧੁਨੀ ਦੁਆਰਾ ਵੱਜਦੇ ਬੋਲਦਾ ਉਚਾਰਦਾ ਹੈ, ਉਹ ਗੁਰ ਸ਼ਬਦ ਬੋਲੋ ਜੀ, ਗੁਰ ਸ਼ਬਦ। ਗੁਰ ਸ਼ਬਦ ਸੁਣੀਜੈ, ਉਹ ਗੁਰਾਂ ਦੇ ਉਪਦੇਸ਼ ਦੁਆਰਾ ਬ੍ਰਹਮ ਸਰੂਪ ਦੀ ਪ੍ਰਾਪਤੀ ਦੇ ਉਸ ਦੀ ਪ੍ਰਾਪਤੀ ਵਾਲੀ ਬਾਣੀ, ਉਹ ਸ਼ਰਧਾ ਤੇ ਵਿਸ਼ਵਾਸ ਰੂਪ ਕੰਨਾਂ ਦੁਆਰਾ ਜੋ ਸੁਣਦਾ ਹੈ, ਉਹਨੂੰ ਅਨਹਦ ਧੁਨ ਵੱਜਦੇ ਸੁਣਦੇ ਹਨ। ਚਿਤ ਘਟ ਅੰਤਰ ਚਾਨਣਾ, ਉਹਦੇ ਘਟ ਹਿਰਦੇ ਦੇ ਵਿੱਚ ਗੁਰਾਂ ਦੇ ਉਪਦੇਸ਼ ਦੁਆਰਾ ਪਰੋਖ ਦਾ ਜਿਹੜਾ ਅਪਰੋਖ ਗਿਆਨ ਹੈ, ਪ੍ਰਤੱਖ ਗਿਆਨ, ਉਹਦਾ ਚਾਨਣਾ ਪ੍ਰਕਾਸ਼ ਹੋ ਜਾਂਦਾ ਹੈ। ਪਰ ਕਿਸ ਤਰ੍ਹਾਂ ਹੁੰਦਾ ਹੈ? ਕਰ ਭਗਤ ਮਿਲੀਜੈ, ਉਹ ਪ੍ਰੇਮਾ ਭਗਤੀ ਕਰਕੇ ਵਾਹਿਗੁਰੂ ਦੇ ਨਾਲ ਮਿਲਦੇ ਹਨ। ਸਭ ਮਹਿ ਏਕ ਵਰਤਦਾ, ਸਾਰਿਆਂ ਦੇ ਵਿੱਚ ਇੱਕ ਅਦਵੈਤ ਸਰੂਪ ਪਰਮੇਸ਼ਰ ਵਰਤ ਰਿਹਾ ਹੈ, ਜਿਹੜਾ ਵਾਹਿਗੁਰੂ ਹੈ। ਜਿਨ ਆਪੇ ਰਚਨ ਰਚਾਈ, ਜਿਸ ਵਾਹਿਗੁਰੂ ਨੇ ਆਪ ਹੀ 5 ਸਥੂਲ ਤੱਤਾਂ ਨੂੰ ਰਚ ਕੇ ਸ੍ਰਿਸ਼ਟੀ ਬਣਾਈ ਹੈ, 5 ਸੂਖਮ ਤੱਤ ਰਚ ਕੇ ਸੂਖਮ ਸ੍ਰਿਸ਼ਟੀ ਨੂੰ ਰਚਨਾ ਕੀਤਾ ਹੈ, ਇਹ ਰਚਾਈ ਹੈ ਉਸ ਵਾਹਿਗੁਰੂ ਨੇ। ਵਾਹੋ ਵਾਹੋ ਸੱਚੇ ਪਾਤਸ਼ਾਹ, हे ਸੱਚੇ ਪਾਤਸ਼ਾਹ, ਦੁਨੀਆ ਦੇ ਬਾਦਸ਼ਾਹ ਜਿਹੜੇ ਨੇ ਝੂਠੇ ਨੇ ਪਾਤਸ਼ਾਹ, ਤੂੰ ਸੱਚਾ ਪਾਤਸ਼ਾਹ ਹੈ, ਤੂੰ ਵਾਹ ਅਚਰਜ ਹੈ ਤੇ ਵਾਹੋ ਬਿਸਮਾਦ ਰੂਪ ਹੈ। ਵਾਹੋ ਅਚਰਜ ਰੂਪ, ਵਾਹੋ ਬਿਸਮਾਦ ਰੂਪ ਹੈ। हे ਵਾਹਿਗੁਰੂ, ਤੂੰ ਸੱਚੀ ਨਾਈ, ਆਪ ਜੀ ਦੀ ਨਾਈ ਮਹਿਮਾ ਆਵਾਜ਼ ਵਾਲਾ ਹੈ, ਸੱਚੀ ਵਡਿਆਈ ਹੈ ਤੇਰੀ। ਵਾਹ ਵਾਹ ਸੱਚੇ ਪਾਤਸ਼ਾਹ, हे ਸੱਚੇ ਪਾਤਸ਼ਾਹ, ਤੂੰ ਵਾਹੋ ਅਚਰਜ ਹੈ ਤੇ ਵਾਹੋ ਬਿਸਮਾਦ ਰੂਪ ਹੈ। ਤੂੰ ਸੱਚੀ ਨਾਈ, ਆਪ ਜੀ ਦੀ ਨਾਈ ਮਹਿਮਾ ਜਿਹੜੀ ਹੈ, ਵਡਿਆਈ ਜਿਹੜੀ ਹੈ, ਇਹ ਸੱਚੀ ਹੈ ਮਹਾਰਾਜ। ਸ਼ਲੋਕ ਮਹਲਾ ਦੂਜਾ, ਦੂਸਰੇ ਪਾਤਸ਼ਾਹ ਦਾ ਸ਼ਲੋਕ ਹੈ ਜੀ। ਅੰਧੀ ਕਾ ਰਾਹ ਦੱਸਿਆ, ਤੇ ਅੰਨੇ ਪੁਰਖ ਦੇ ਦੱਸੇ ਹੋਏ ਰਾਹ ਦੇ ਉੱਤੇ ਅੰਧਾ ਹੋਏ ਸੋ ਜਾਏ। ਕੋਈ ਅੰਨਾ ਪੁਰਸ਼ ਵਿਸ਼ਵਾਸ ਕਰਕੇ ਚੱਲ ਸਕਦਾ ਉਸ ਰਸਤੇ ਤੇ, ਅੱਖਾਂ ਵਾਲਾ ਤਾਂ ਨਹੀਂ ਚੱਲ ਸਕਦਾ ਭਾਈ। ਇਸ ਕਰਕੇ ਉਹ ਅੰਨਾ ਹੈ ਜਿਹੜਾ, ਉਹਨੂੰ ਅੰਨਾ ਕਿਹਾ ਜਾ ਸਕਦਾ ਜਿਹੜਾ ਅੰਨੇ ਤੇ ਵਿਸ਼ਵਾਸ ਕਰਕੇ ਤੁਰ ਪਵੇ। ਸੰਜਾਖਾ ਤਾਂ ਤੁਰ ਹੀ ਨਹੀਂ ਸਕਦਾ, ਅੱਗੇ ਦੱਸਦੇ ਨੇ। ਅੰਧਾ ਹੋਏ ਸੋ ਜਾਏ, ਉਹ ਜਿਹੜਾ ਅੰਨਾ ਹੋਊਗਾ ਉਹੀ ਉਸ ਰਸਤੇ ਤੇ ਜਾਣਾ ਕਰੇਗਾ। ਹੋਏ ਸੁਜਾਖਾ ਨਾਨਕਾ, ਸਾਧੂ ਜੀ ਕਥਨ ਕਰਦੇ ਆ, ਸੁਜਾਖਾ ਜਿਹਦੇ ਕੋਲ ਅੱਖਾਂ ਨੇ, ਹੋਏ ਸੁਜਾਖਾ ਨਾਨਕਾ। ਤੇ ਅੰਨੇ ਤੇ ਉਲਟ ਉਹ ਸੁਜਾਖਾ ਹੈ ਜਿਹਦੇ ਕੋਲ ਅੱਖਾਂ ਨੇ, ਤੇ ਉਹ ਦਿਸਦਾ ਹੋਵੇ ਇਸ ਨੂੰ। ਐਸਾ ਜਿਹੜਾ ਪੁਰਸ਼ ਹੈ, ਹੋਏ ਸੁਜਾਖਾ ਨਾਨਕਾ ਸੋ ਕਿਉ ਉੱਜੜ ਪਾਏ। ਉਹ ਕਿਵੇਂ ਅੰਨੇ ਦੇ ਰਸੇ ਉਜਾੜਾਂ ਵਾਲੇ ਰਸਤੇ ਨੂੰ ਜਾਏਗਾ ਤੇ ਜਿੱਥੇ ਠੋਕਰਾਂ ਖਾਣੀਆਂ ਪੈਣ ਨਹੀਂ ਜਾ ਸਕਦਾ, ਉਸ ਰਸਤੇ ਨਹੀਂ ਪੈਂਦਾ ਹੈ। ਇਹਨੂੰ ਉੱਜੜ ਕਰਨਾ ਭਾਈ, ਉੱਜੜ ਨਾ ਬਣੇ ਪਾਠ। ਉੱਜੜ ਸ਼ਬਦ ਇਸ ਤਰ੍ਹਾਂ ਬੋਲਣਾ ਹੈ। ਫਿਰ ਬੋਲੋ ਜੀ। ਅੰਧੀ ਕਾ ਰਾਹ ਦੱਸਿਆ, ਇਸੇ ਪ੍ਰਕਾਰ ਮਨ ਬੁੱਧੀ ਰੂਪੀ ਨੇਤਰਾਂ ਤੋਂ ਹੀਣੇ, ਬ੍ਰਹਮ ਗਿਆਨ ਰੂਪੀ ਨਿਗਾਹ ਤੋਂ ਹੀਣੇ ਅਗਿਆਨੀਆਂ ਦੇ ਦੁਨਿਆਵੀ ਵਿਹਾਰਾਂ ਰੂਪੀ ਰਾਹੇ ਰਸਤੇ, ਇਹ ਰਸਤਾ ਦੱਸਣ ਤੋਂ ਭਾਵ ਉਪਦੇਸ਼ ਦੇਣ ਤੋਂ, ਜੋ ਆਪ ਗਿਆਨ ਰੂਪੀ ਨਿਗਾਹ ਤੋਂ ਹੀਣੇ ਅਗਿਆਨੀ ਹਨ, ਬੇਸਮਝ ਹਨ। ਅੰਧਾ ਹੋਏ ਸੋ ਜਾਏ, ਉਹ ਬੇਸਮਝ ਹੀ ਹੁੰਦਾ ਜਿਹੜਾ
ਉਹੇ ਜਿਹੀ ਹੋ ਜਾਂਦਾ ਹੈ। ਭਾਵ ਉਹੀ ਉਸੇ ਅਗਿਆਨੀਆਂ ਦੇ ਉਪਦੇਸ਼ ਨੂੰ ਧਾਰਨ ਕਰਦਾ ਹੈ। ਹੋਏ ਸੁਜਾਖਾ ਨਾਨਕਾ। ਮਹਾਰਾਜ ਸਾਹਿਬ ਜੀ ਕਹਿੰਦੇ ਨੇ ਜਿਹੜਾ ਵੈਰਾਗ ਵਿਵੇਕ ਰੂਪੀ ਨੇਤਰਾਂ ਕਰਕੇ ਸੁਜਾਖਾ ਹੈ, ਸ਼ਰਧਾ ਤੇ ਗਿਆਨ ਰੂਪੀ ਨੇਤਰਾਂ ਦੇ ਸਹਿਤ ਸੁਜਾਖਾ ਹੈ, ਗਿਆਨਵਾਨ ਜੋ ਹੁੰਦਾ ਹੈ, ਸੋ ਕਿਉ ਉਜੜ ਪਾਏ। ਕੋਈ ਸੰਸਾਰ ਰੂਪੀ ਉਜਾੜ ਵਿੱਚ ਜਾਂ 84 ਲੱਖ ਜੂਨਾਂ ਰੂਪੀ ਉਜਾੜ ਵਿੱਚ ਉਹ ਆਪਣੇ ਆਪ ਨੂੰ ਕਿਉਂ ਪਾਵੇਗਾ? ਭਾਵ ਨਹੀਂ ਪਾਉਂਦਾ ਹੈ। ਇਹ ਸਾਸੀ ਅੰਨਿਆਂ ਦੀ ਇੱਕ ਸਾਖੀ ਦੋ ਰੂਪਾਂ ਕਰਕੇ ਕਹੀ ਜਾਂਦੀ ਹੈ। ਇੱਕ ਤਾਂ ਇਹ ਹੈ ਵੀ ਅੰਨਾ ਕੋਈ ਧਰਮਸਾਲ ਦੇ ਵਿੱਚ ਬੈਠਾ ਸੀ, ਇੱਕ ਹੋਰ ਅੰਨਾ ਆ ਗਿਆ, ਉਹਨੇ ਪੈਰਾਂ ਦਾ ਖੜਕਾ ਸੁਣ ਕੇ ਕਹਿੰਦਾ ਭਾਈ ਮੈਨੂੰ ਰਸਤੇ ਪਾਇਆ। ਉਹ ਕਹਿੰਦਾ ਵੀ ਮੈਨੂੰ ਦੱਸ ਕੀ ਦੇਵੇਂਗਾ? ਉਹ ਕਹਿੰਦਾ ਵੀ ਮੈਂ ਤੈਨੂੰ ਕੀ ਦੇਵਾਂਗਾ, ਮੇਰੇ ਕੋਲ ਤਾਂ ਹੈ ਨਹੀਂ ਕੁਝ ਵੀ। ਕਹਿੰਦਾ ਏਕੜ ਨਹੀਂ ਮਿਲਦਾ। ਉਹਦੇ ਕੋਲੋਂ 5 ਰੁਪਏ ਲੈ ਕੇ ਰਸਤੇ ਪਾਇਆ। ਇੱਕ ਤਾਂ ਇਹ ਹੈ, ਤੇ ਅੱਗੇ ਚੱਲ ਕੇ ਬਾਕੀ ਇੱਕੋ ਹੀ ਰੂਪ ਹੈ ਇਹਨਾਂ ਦਾ। ਇੱਕ ਹੈ ਵੀ ਅੰਨੇ ਪੁਰਸ਼ ਨੇ ਜਿੱਦ ਕੀਤੀ, ਘਰਦਿਆਂ ਨੂੰ ਕਹਿੰਦਾ ਮੈਂ ਫਿਰ ਤੁਰ ਕੇ ਆਉਣਾ, ਅੱਕ ਗਿਆ। ਘਰ ਦੇ ਬੀਬੀਆਂ ਸਿਆਣੀਆਂ ਸੀ ਨੂੰ ਹਾਂ ਕਹਿੰਦੀਆਂ ਬਾਪੂ ਜੀ ਵੀ ਤੁਸੀਂ ਕਿਤੇ ਜੇ ਰਸਤਾ ਭੁੱਲ ਗਏ, ਤੁਹਾਡੇ ਪੁੱਤ ਗਏ ਬਿਨ ਬਾਹਰ ਕੰਮ ਕਰਨ, ਬੀਬੀਆਂ ਅੱਗੇ ਬਾਹਰ ਨਹੀਂ ਸੀ ਜਾਂਦੀਆਂ ਹੁੰਦੀਆਂ, ਵੀ ਤੁਸੀਂ ਐਂ ਕਰੋ ਜੇ ਵੇਲਾ ਕਵੇਲਾ ਹੋ ਗਿਆ ਚੂਰੀ ਲੈ ਲਓ ਨਾਲ, ਵੀ ਤੁਸੀਂ ਭੁੱਖੇ ਤਾਂ ਨਹੀਂ ਰਹੋਗੇ, ਬਾਕੀ ਲੱਭ ਲਿਆਉਣਗੇ ਤੁਹਾਡੇ ਪੁੱਤ। ਉਹ ਚੂਰੀ ਲੜ ਬਣ ਕੇ ਤੁਰ ਪਿਆ। ਅੱਗੇ ਚੱਲ ਕੇ ਉਹੀ ਗੱਲ ਹੋ ਗਈ, ਰਸਤਾ ਭੁੱਲ ਗਿਆ। ਰਸਤਾ ਭੁੱਲੇ ਤੇ ਆਵਾਜ਼ਾਂ ਮਾਰਦਾ ਫਿਰਦਾ, ਕਹਿੰਦਾ ਉਹ ਭਾਈ ਅੱਖਾਂ ਵਾਲਾ ਕੋਈ ਹੋਵੇ, ਮੈਂ ਰਸਤਾ ਭੁੱਲ ਗਿਆ। ਇੱਕ ਆਵਾਜ਼ ਆਈ, ਉਹਨੂੰ ਕਿਹਾ ਹਾਂ ਵੀ ਮੈਂ ਤੈਨੂੰ ਰਸਤਾ ਤਾਂ ਦੱਸ ਦੇਣਾ, ਪਰ ਮੈਨੂੰ ਕੀ ਚੱਟੀ ਪਈ ਹੈ, ਮੈਨੂੰ ਕੀ ਦੇਵੇਂਗਾ? ਉਹ ਕਹਿੰਦਾ ਤੂੰ ਕਿਹਾ ਜਾ ਬੰਦਾ, ਅੰਨੇ ਪੁਰਸ਼ ਦੇ ਕੋਲੋਂ ਵੀ ਭਾਲਦਾ ਪਰਉਪਕਾਰ ਕਰ। ਕਹਿੰਦਾ ਨਾ ਮੈਂ ਕੋਈ ਪਰਉਪਕਾਰ ਨਹੀਂ ਕਰਨਾ। ਕਹਿੰਦਾ ਫਿਰ ਮੇਰੇ ਕੋਲ ਤਾਂ ਚੂਰੀ ਹੈ, ਮੈਂ ਖਾਧੀ ਨਹੀਂ ਹੈ, ਤੂੰ ਖਾ ਲੈ। ਕਹਿੰਦਾ ਲਿਆ ਚੱਲ ਚੂਰੀ। ਅਸੀਂ ਚੂਰੀ ਖਾ ਖੂ ਕੇ ਬਾਂਹ ਫੜ ਲਈ, ਤੁਰੇ ਗਏ। ਰਸਤੇ ਢੱਠਾ ਖੂਹ ਸੀ ਜੀ, ਮੌਣ ਤਾਂ ਹੈ ਨਹੀਂ ਸੀ ਉਹਦੀ, ਤੇ ਆਲੇ ਦੁਆਲੇ ਕੰਧ ਜੀ ਕੀਤੀ ਹੁੰਦੀ ਖੂਹ ਦੇ ਨੂੰ ਮੌਣ ਕਹਿੰਦੇ। ਉਹ ਧੜਮ ਦੇ ਕੇ ਉਹਦੇ ਵਿੱਚ ਡਿੱਗ ਪਏ ਦੋਨੇ। ਚਲੋ ਪਾਣੀ ਤਾਂ ਹੈ ਨਹੀਂ ਸੀ, ਰੇਤਾ ਚੜਿਆ ਹੋਇਆ ਸੀ। ਇੱਕ ਪਾਸੇ ਇੱਕ ਜਿਹੜੇ ਜਿਹਨੇ ਚੂਰੀ ਖਵਾਈ ਸੀ ਉਹ ਗਾਲਾਂ ਕੱਢਣ ਲੱਗ ਗਿਆ, ਕਹਿੰਦਾ ਤੇਰਾ ਬੇੜਾ ਗਰਕ ਨਹੀਂ ਹੋ ਜੂ, ਚੂਰੀ ਖਾ ਕੇ ਖੂਹ ਛੱਡ ਗਿਆ ਮੈਨੂੰ। ਉਹ ਦੂਆ ਬੋਲ ਪਿਆ, ਕਹਿੰਦਾ ਗਾਲਾਂ ਕਿਉਂ ਕੱਢਦਾ, ਮੈਂ ਵੀ ਤਾਂ ਨਾਲ ਹੀ ਆ ਤੇਰੇ। ਉਹ ਕਹਿੰਦਾ ਤੂੰ ਕਿਉਂ ਖੂਹ 'ਚ ਡਿੱਗਿਆ, ਕੀ ਹੋਇਆ ਇਹ? ਕਹਿੰਦਾ ਹੋਣਾ ਕੀ ਸੀ, ਤੂੰ ਵੀ ਅੰਨਾ ਮੈਂ ਵੀ ਅੰਨਾ ਹੀ ਆ। ਕਹਿੰਦਾ ਫਿਰ ਮੇਰੀ ਬਾਂਹ ਕਿਉਂ ਫੜੀ ਤੈਂ? ਕਹਿੰਦਾ ਚੂਰੀ ਨੇ ਫੜਾਈ ਹੈ, ਮੈਂ ਥੋੜੀ ਫੜੀ ਹੈ, ਮੈਨੂੰ ਭੁੱਖ ਲੱਗੀ ਹੋਈ ਸੀ ਵੀ ਇਸ ਕਰਕੇ। ਕਹਿੰਦਾ ਫਿਰ ਤੂੰ ਅੰਨੇ ਦਾ ਦਾਵਾ ਨਹੀਂ? ਕਹਿੰਦਾ ਮੈਂ ਤਾਂ ਦਾਵਾ ਇਸ ਕਰਕੇ ਕਰਿਆ ਵੀ ਮੈਂ ਸੁਝਾਖਿਆ ਵੀ ਮੈਂ ਚੂਰੀ ਖਾਣੀ ਸੀ। ਇਸ ਗੱਲ ਨੂੰ ਭਾਈ ਗੁਰਦਾਸ ਨੇ ਸਮੁੱਚੇ ਰੂਪ 'ਚ ਕਿਹਾ, ਅੰਨਾ ਖੂਹੀ ਠੇਲੇ, ਅੰਨੇ ਨੇ ਅੰਨੇ ਨੂੰ ਖੂਹ 'ਚ ਠੇਲ ਦਿੱਤਾ। ਤੇ ਇਸ ਪ੍ਰਕਾਰ ਇਹ ਅਗਿਆਨੀਆਂ ਦੀ ਬਾਤ ਹੈ। ਤੇ ਮਹਾਰਾਜ ਸਾਹਿਬ ਨੇ ਜਿਹੜਾ ਇੱਥੇ ਦੱਸਿਆ ਵੀ ਜਿਹੜੇ ਅਗਿਆਨੀ ਲੋਕ ਹੈ ਉਹ ਇਸ ਪ੍ਰਕਾਰ ਹੀ ਆ, ਉਹਨਾਂ ਦੀ ਮਨ ਬੁੱਧੀ ਰੂਪੀ ਨੇਤਰ ਹੈ ਨਹੀਂ, ਬ੍ਰਹਮ ਗਿਆਨ ਰੂਪੀ ਨਿਗਾਹ ਤੋਂ ਬਿਨਾਂ ਅਗਿਆਨੀ ਹੈ। ਦੁਨਿਆਵੀ ਵਿਹਾਰਾਂ ਦੇ ਰਸਤੇ ਦਾ ਉਹੀ ਪੈਂਦਾ ਜਿਹੜਾ ਅੱਖਾਂ ਤੋਂ ਹੀਣ ਹੈ, ਭਾਵ ਵਿਚਾਰ ਤੋਂ ਹੀਣ ਹੈ। ਜਿਹਦੇ ਕੋਲ ਵੈਰਾਗ ਵਿਵੇਕ ਰੂਪੀ ਨੇਤਰ ਹੈ, ਸ਼ਰਧਾ ਗਿਆਨ ਰੂਪੀ ਨੇਤਰ ਨੇ, ਉਹ ਸੰਜਖ ਹੈ, ਗਿਆਨਵਾਨ ਹੈ। 84 ਲੱਖ ਜੂਨਾਂ 'ਚ ਉਜਾੜਾਂ 'ਚ ਕਿਉਂ ਪਊਗਾ? ਉਹ ਪਖੰਡੀਆਂ ਦੇ ਧੱਕੇ ਨਹੀਂ ਛੱਡਦਾ। ਇਹ ਪਦਾਰਥਾਂ ਰੂਪ ਚੂਰੀ ਖਾ ਕੇ ਨਰਕਾਂ ਰੂਪੀ ਖੂਹ 'ਚ ਸਿੱਟਦੇ ਆ, ਔਰ ਉੱਥੇ ਆਪ ਡਿੱਗਦੇ ਆ। ਫਿਰ ਵੀ ਅਸੀਂ ਵੀ ਇੱਥੇ ਹਾਂ, ਨਾ ਚੇਲਿਆਂ ਨੂੰ ਬਚਾ ਸਕਦੇ ਨਾ ਆਪ ਜਪਦੇ। ਇਸ ਕਰਕੇ ਮਹਾਰਾਜ ਉਪਦੇਸ਼ ਦਿੰਦੇ ਨੇ ਕਿ ਸੁਚੇਤ ਰਹੋ, ਪੂਰੇ ਗੁਰੂ ਤੋਂ ਬਿਨਾਂ ਮੁਕਤੀ ਨਹੀਂ ਹੁੰਦੀ ਹੈ। ਅੰਦੇ ਇਹ ਨਾ ਆਖੀਨ। ਮਹਾਰਾਜ ਸਾਹਿਬ ਜੀ ਕਹਿੰਦੇ ਨੇ ਪਰਮਾਰਥੀ ਦ੍ਰਿਸ਼ਟੀ ਦੇ ਨਾਲ ਕਹਿੰਦੇ ਭਾਈ ਵੀ ਅੰਨੇ ਜਿਹੜੇ ਨੇਤਰਾਂ ਤੋਂ ਹੀਨ ਦਿਸਦੇ ਆ ਨਾ, ਉਹਨਾਂ ਨੂੰ ਅੰਨੇ ਨਾ ਕਹੋ, ਅੰਧੇ ਇਹ ਨਾ ਆਖੀਆਂ। ਪਰਮਾਰਥੀ ਜੀਵਨ ਵਿੱਚੋਂ ਇਹੋ ਜਿਹੇ ਪੁਰਖ ਅੰਨੇ ਉਹ ਨਹੀਂ ਆਖੀਆਂ ਕਹੇ ਜਾਂਦੇ ਹੈ, ਬਲਕਿ ਸਿੱਖ ਧਰਮ ਦੇ ਅੰਦਰ ਤਾਂ ਜੇ ਕੋਈ ਅੱਖਾਂ ਤੋਂ ਅੰਨਾ ਵੀ ਹੈ ਉਹਨੂੰ ਸੂਰਮਾ ਸਿਉਂ ਕਹਿੰਦੇ ਹੈ, ਤਾਂ ਕਿ ਉਹਦਾ ਦਿਲ ਨਾ ਦੁਖੇ। ਤੇ ਉਹਨਾਂ ਨੂੰ ਅੰਧੇ ਨਾ ਕਹੋ। ਜਿਨ ਮੁਖ ਲੋਇਣ ਨਾਹਿ। ਜਿਨ੍ਹਾਂ ਦੇ ਮੂੰਹ ਦੇ ਉੱਤੇ ਨੇਤਰ ਨਹੀਂ ਹਨ ਉਹਨਾਂ ਨੂੰ ਅੰਨੇ ਨਾ ਕੇ ਕਹੋ। ਮਹਾਰਾਜ ਕਹਿੰਦੇ ਅੰਧੇ ਸੇ ਨਾਨਕਾ। ਅਸਲ ਦੇ ਵੀ ਤਾਂ ਅੰਨੇ ਉਹ ਕਹੇ ਜਾਂਦੇ ਨੇ। ਮਹਾਰਾਜ ਕਹਿੰਦੇ ਨੇ, ਫਰਮਾਨ ਕਰਦੇ ਨੇ, ਖਸਮਹੁ ਕੁੱਥੇ ਜਾਹਿ। ਜਿਹੜੇ ਖਸਮਹੁ ਮਾਲਕ ਵਾਹਿਗੁਰੂ ਪਰਮੇਸ਼ਰ ਦੇ ਵੱਲੋਂ ਕੁੱਥੇ ਜਾਹਿ ਦਾ ਭਾਵ ਹੀ ਹੈ ਖਸਮ ਮਾਲਕ ਤੋਂ ਕੁੱਥੇ ਨਾਮ ਭੁੱਲਦਾ ਹੁੰਦਾ, ਭੁੱਲੇ ਜਾ ਰਹੇ ਨੇ। ਇਹ ਕੁੱਥੇ ਨਹੀਂ ਕਰਨਾ ਪਾਠ, ਕੁੱਥੇ ਅਧਿਕ ਸਹਿਤ ਹੈ, ਭੁੱਲੇ ਜਾ ਰਹੇ ਨੇ। ਉਹ ਅੱਖਾਂ ਤੋਂ ਅੰਨੇ ਕਹੇ ਜਾਂਦੇ ਹਨ ਜੀ, ਬੇਮੁਖ ਹਨ ਜੋ। ਮਹੱਲਾ ਦੂਜਾ।
ਦੂਸਰੇ ਪਾਤਸ਼ਾਹ ਦੀ ਫਰਮਾਨ ਕਰਦੇ ਨੇ, ਸਾਹਿਬ ਅੰਧਾ ਜੋ ਕੀਆ। ਇਹ ਭਾਈ ਪੋਥੀਆਂ 'ਚ ਦੇਖ ਵੀ ਲੋ ਵੀ ਸਾਹਿਬ ਨੂੰ ਸਿਆਰੀ ਤਾਂ ਨਹੀਂ ਹੈ ਕਿਸੇ ਕੋਲ ਜਿਹਦੇ ਕੋਲ ਹੋਈ ਦੱਸ ਸਕਦਾ ਹੈ। ਵੈਸੇ ਇਹ ਪਾਠ ਜਿਹੜਾ ਹੈ ਇਹ ਇਸ ਤਰ੍ਹਾਂ ਹੀ ਸੁੱਧ ਹੈ, ਸਿਆਰੀ ਤੋਂ ਬਿਨਾਂ ਸਾਹਿਬ ਐ ਬੋਲਣਾ ਇਹਨੂੰ, ਤੇ ਇਹਨੂੰ ਸਾਹਿਬ ਨਹੀਂ ਕਹਿਣਾ। ਤੇ ਜਿਹੜਾ ਪਰਮੇਸ਼ਰ ਵਾਹਿਗੁਰੂ ਨੇ ਕਰਮਾਂ ਅਨੁਸਾਰ ਜੋ ਅੰਨਾ ਕਰ ਦਿੱਤਾ ਹੈ, ਕਰਮਾਂ ਦੇ ਅਨੁਸਾਰ ਨੇਤਰਹੀਣ ਹੀਣਾ ਕਰ ਕੀਤਾ ਹੈ, ਕਰੀ ਸੁਜਾਖਾ ਹੋਏ। ਪਰ ਜੇ ਪਰਮੇਸ਼ਰ ਜਾਂ ਪਰਮੇਸ਼ਰ ਦਾ ਪਿਆਰਾ ਮਿਹਰ ਦੀ ਦ੍ਰਿਸ਼ਟੀ ਕਰੇ ਤਾਂ ਸੁਜਾਖਾ, ਉਹ ਫਿਰ ਸਾਧ ਸੰਜੀਵ ਫਿਰ ਸੰਜਾਖਾ ਹੋ ਸਕਦਾ ਹੈ, ਭਾਵ ਕਿ ਨੇਤਰਾਂ ਵਾਲਾ ਹੋ ਸਕਦਾ ਹੈ। ਤੋ ਇਸ ਪ੍ਰਕਾਰ ਜਿਹੜਾ ਹੈ ਇਉਂ ਸਾਧ ਸੰਜੀਵ ਸੰਜਾਖਾ ਕੀਏ ਤੇ ਉਹ ਜਿਹੜਾ ਅੱਖਾਂ ਵਾਲਾ ਹੋ ਸਕਦਾ ਹੈ। ਤੇ ਜਿਵੇਂ ਕਰੋੜੀ ਮਲ ਖੱਤਰੀ ਸੀ, ਮਹਾਰਾਜ ਤੇ ਚੜ੍ਹ ਕੇ ਆਇਆ ਵੀ ਮੈਂ ਇਹਨਾਂ ਨੂੰ, ਵੀ ਇੱਕ ਖੱਤਰੀ ਨੇ ਆਖਿਆ ਧਰਮ ਚਲਾਇਆ, ਮੈਂ ਇਹਨਾਂ ਨੂੰ ਉੱਥੋਂ ਮਾਰ ਦਿਆਂਗਾ। ਬੜੀ ਬੁਰਾਈ ਦੇ ਨਾਲ ਆਇਆ, ਕੋੜੀ ਤੇ ਚੜਿਆ ਤੇ ਡਿੱਗ ਪਿਆ ਤੇ ਤੁਰਨ ਲੱਗਿਆ, ਪੱਗ ਲੈ ਗਈ ਬੇਰੀ ਦੇ ਵਿੱਚ। ਉਹ ਇਸ ਤਰ੍ਹਾਂ ਦਾ ਉਹਦੀ ਪੱਗ ਉੱਪਰ ਫਸ ਗਈ ਬੇਰੀ ਦੇ ਵਿੱਚ। ਜਦ ਨਾ ਹਟਿਆ, ਤੀਸਰੀ ਵਾਰ ਆਇਆ, ਫਿਰ ਇਹਦੀ ਲੱਤ ਟੁੱਟੀ ਤੇ ਲੱਤ ਟੁੱਟੀ ਤੋਂ ਜੋ ਦੂਸਰੀ ਵਾਰ ਲੱਤ ਟੁੱਟੀ, ਤੀਸਰੀ ਵਾਰ ਫੇਰ ਵੀ ਨਹੀਂ ਹਟਿਆ। ਤੇ ਜਦੋਂ ਮਹਾਰਾਜ ਘੋੜੀ ਚੜ੍ਹ ਕੇ ਅੱਖਾਂ ਤੋਂ ਅੰਨਾ ਹੋ ਗਿਆ, ਦੁਹਾਈ ਪਾਤੀ ਨਾਲ ਦੇ ਨੂੰ, ਕਹਿੰਦੇ ਮੈਂ ਤਾਂ ਅੱਖਾਂ ਤੋਂ ਅੰਨਾ ਹੋ ਗਿਆ। ਤੇ ਉੱਥੇ ਦੋ ਰਾਣੀ ਸੀ, ਦੇ ਜੱਟ ਦੇ ਘਰ ਵਾਲੀ। ਕਹਿੰਦੇ ਕਿਉਂ ਸਮੁੰਦਰਾਂ ਦੀਆਂ ਕਾਂਗਾਂ ਨਾਲ ਹਿੱਕ ਡਾ ਕੇ ਖੜ ਗਿਆ? ਕਹਿੰਦੇ ਸ਼ਰਧਾ ਤਾਰ ਸ਼ਰਧਾ। ਕਹਿੰਦੇ ਬੀਬੀ ਕੌਣ ਹੈ? ਕਹਿੰਦੇ ਜੀ ਦੋਦੇ ਦੇ ਘਰ ਵਾਲੀ ਹੈ। ਤੇ ਉਸ ਵੇਲੇ ਫਿਰ ਕਹਿੰਦਾ ਵੀ ਮੈਨੂੰ ਗੁਰੂ ਨਾਨਕ ਸਾਹਿਬ ਦੇ ਚਰਨੀ ਪਾਓ। ਫੜ ਕੇ ਉਹਨੂੰ ਲਿਜਾ ਕੇ ਅੰਨੇ ਨੂੰ ਜਦੋਂ ਚਰਨੀ ਪਾਇਆ ਤੇ ਚਰਨਾਂ ਨੂੰ ਹੱਥ ਲਾਏ, ਕਹਿੰਦਾ ਮਹਾਰਾਜ ਕਿਰਪਾ ਕਰੋ, ਨੇਤਰ ਬਖਸ਼ ਦਿਓ। ਕਹਿੰਦੇ ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਨਿਰੰਕਾਰ ਨੇ ਇਹ ਨੇਤਰ ਦਿੱਤੇ ਸੀ ਤੇ ਨਿਰੰਕਾਰ ਤੈਨੂੰ ਵਾਪਸ ਕਰੂਗਾ। ਵਾਹਿਗੁਰੂ ਕਹਿ ਦੇਖ ਮੈਂ ਤੇਰੇ ਸਾਹਮਣੇ ਬੈਠਾ। ਭੜਕ ਦੇ ਕੇ ਨਿਗਾਹ ਖੁੱਲ ਗਈ ਉਸ ਵੇਲੇ। ਕਰੇ ਸੁਜਾਖਾ ਹੋਏ, ਜੇ ਵਾਹਿਗੁਰੂ ਸੁਜਾਖਾ ਕਰਨਾ ਚਾਹੇ ਇਉਂ ਹੋ ਜਾਂਦਾ ਹੈ। ਜਿਹਾ ਜਾਣੈ ਤਿਹੋ ਵਰਤੈ। ਅੰਨਾ ਪੁਰਖ ਜਿਹੋ ਜਿਹਾ ਮਨ ਵਿੱਚ ਜਾਣੇ ਜਾਣਦਾ ਤੇ ਉਹ ਹੈ ਜੀ ਵਰਤਾਰਾ ਵਰਤਦਾ। ਅਨੁਮਾਨ ਲਾ ਕੇ ਕਹਿੰਦਾ ਆਹ ਚੀਜ਼ ਹੈ, ਉਹ ਹੁੰਦੀ ਨਹੀਂ। ਇਸ ਕਰਕੇ ਜਿਹਾ ਜਾਣੇ ਤਿਹੋ ਵਰਤੈ, ਉਹ ਹੈ ਜੋ ਵਰਦਾ ਹੈ। ਜੀ ਸੋ ਆਖੈ ਕੋਈ। ਜੇਕਰ ਕੋਈ 100 ਸੈਂਕੜੇ ਦਫਾ ਉਹਨੂੰ ਕਹੇ, ਉਹ ਕਿਸੇ ਦਾ ਕਹਿਣਾ ਨਹੀਂ ਮੰਨਦਾ। ਕਹਿੰਦਾ ਨਹੀਂ ਮੈਂ ਠੀਕ ਆ। 100 ਸਿਆਣਾ ਪੁਰਖ ਚੰਗੀਆਂ ਗੱਲਾਂ ਆਖੇ ਆਖਣਾ ਕਰੇ ਤਾਂ ਵੀ ਉਹ ਕਿਸੇ ਦੀ ਗੱਲ ਨਹੀਂ ਮੰਨਦਾ ਹੈ। ਤੇ ਜਿਵੇਂ ਮਨ ਕਹਿੰਦਾ ਉਵੇਂ ਕਰਦਾ ਹੈ। ਇਸੇ ਪ੍ਰਕਾਰ ਜਿਹਾ ਜਾਣੈ ਤਿਹੋ ਵਰਤੈ। ਅਗਿਆਨੀ ਜੀਵ ਜਿਹੋ ਜਿਹਾ ਜਾਣੇ ਜਾਣਦਾ ਸਮਝਦਾ, ਉਹੋ ਜਿਹਾ ਵਰਤਾਰਾ ਵਰਤਦਾ ਹੈ ਉਸਦਾ। ਜੀ ਸੋ ਆਖੈ ਕੋਈ। ਜੇ ਕੋਈ ਸੈਂਕੜੇ ਵਾਰ ਭਾਵ ਸਿੱਖਿਆ ਦਾ ਵੀ ਫਿਰ ਵੀ ਅਗਿਆਨੀ ਜੀਵ ਨਹੀਂ ਮੰਨਦਾ ਹੈ ਤੇ ਜਾਂ ਫਿਰ ਜਿਹਾ ਜਾਣੇ ਤਿਹੋ ਵਰਤੈ। ਜੇ 100 ਆਖੈ ਕੋਏ। ਗੁਰਮੁਖ ਜਿਹੋ ਜਿਹਾ ਸਮਾਂ ਜਾਣਦਾ ਤਿਹੋ ਉਹੋ ਜਿਹਾ ਹੀ ਵਰਤਾਰਾ ਵਰਤਾਉਂਦਾ। ਜੇ ਕੋਈ ਉਹਨੂੰ 100 ਦਫਾ ਕਹੇ ਕਿ ਕਿਸੇ ਵੀ ਮਨਮੁਖ ਦਾ ਕਹਿਣਾ ਉਹ ਨਹੀਂ ਮੰਨਦਾ ਹੈ, ਗੁਰਮੁਖ ਮਨਮੁਖਾਂ ਦਾ ਕਹਿਣਾ ਨਹੀਂ ਮੰਨਦੇ। ਇਹ ਵੀ ਅਦਾਰਥ ਕੀਤਾ ਸੰਪਰਦਾ ਚ। ਜਿੱਥੈ ਸੋ ਵਸਤ ਨਾ ਜਾਪਈ। ਤੇ ਜਿੱਥੇ ਸਤ ਸੰਗਤ ਦੇ ਵਿੱਚ ਆਤਮਨੰਦ ਰੂਪੀ ਵਸਤੂ ਹੈ, ਸੋ ਉਹ ਵਸਤੂ ਨੂੰ ਜਾਪੀ ਜਾਣਦਾ ਹੀ ਨਹੀਂ। ਇਸ ਕਰਕੇ ਆਪੇ ਵਰਤੋ ਜਾਣ। ਉਹ ਆਪੇ ਆਪ ਹੀ ਗਿਆਤਾ ਗਏ ਤੇ ਵਰਤਦਾ ਫਿਰਦਾ। ਜਾਂ ਜਿੱਥੇ ਅਸਲੀ ਵਸਤੂ ਜਾਣੀ ਦੀ ਹੈ ਨਾ ਨਹੀਂ, ਜਿੱਥੇ ਸੋ ਵਸਤ ਨਾ ਜਾਪੀ। ਜਿੱਥੇ ਅਸਲੀ ਵਸਤੂ ਜਾਣੀ ਨਹੀਂ, ਉੱਥੇ ਅਣਜਾਣ ਪੁਰਖ ਆਪਣੀ ਮਤ ਅਨੁਸਾਰ ਆਪੇ ਵਰਤੋ ਵਰਤਦਾ। ਜਿੱਥੇ ਸੋ ਵਸਤ ਨਾ ਜਾਪੀ ਆਪੇ ਵਰਤੋ ਜਾਣ। ਜਿੱਥੇ ਜਿਸ ਪੁਰਖ ਦੇ ਹਿਰਦੇ ਵਿੱਚ ਸੋ ਸ੍ਰੇਸ਼ਟ ਨਾਮ ਜਾਂ ਸ੍ਰੇਸ਼ਟ ਆਤਮ ਵਸਤੂ ਨਹੀਂ ਜਾਪੀ ਜਾਣੀ ਦੀ, ਉੱਥੇ ਜਾਣਨਾ ਕਰੋ ਆਪੇ ਵਰਤੋ ਜਾਣ ਕੇ ਆਪੇ ਆਪ ਭਾਵ ਵਰਤੋ ਵਰਤਦਾ। ਤੇ ਇਸ ਪ੍ਰਕਾਰ ਉਹ ਆਪਣੀ ਮਨਮਤ ਦੇ ਅਨੁਸਾਰ ਵਰਤਦਾ ਹੈ। ਪਰਮੇਸ਼ਰ ਤਾਂ ਸਾਰਿਆਂ ਦੇ ਵਿੱਚ ਹੀ ਵਰਤਦਾ ਹੈ। ਅੱਗੇ ਦੱਸਦੇ ਹਨ, ਨਾਨਕ ਗਾਹਕ ਕਿਉਂ ਲਏ। ਸਤਿਗੁਰੂ ਜੀ ਕਥਨ ਕਰਦੇ ਨੇ ਕਿ ਉਹ ਰਾਹਕ ਖਰੀਦਾਰ ਜਗਿਆਸੂ ਅਧਿਕਾਰੀ, ਉਹ ਅਧਿਕਾਰੀ ਹੋ ਕੇ ਪਰਮੇਸ਼ਰ ਨੂੰ ਕਿਵੇਂ ਲਵੇ ਪ੍ਰਾਪਤ ਕਰੇ। ਸਕੈ ਨਾ ਵਸਤ ਪਛਾਣ। ਜਿਹੜਾ ਆਤਮ ਵਸਤੂ ਨੂੰ ਪਛਾਣਦਾ ਹੀ ਨਹੀਂ ਹੈ,
ਪਛਾਣ ਨਹੀਂ ਸਕਿਆ ਹੈ ਜਿਹੜਾ। ਮਹੱਲਾ ਦੂਜਾ। ਤੇ ਮਹਾਰਾਜ ਸਾਹਿਬ ਜੀ ਨੇ ਇਹ ਮਹੱਲਾ ਦੂਜਾ ਜਿਹੜਾ ਉਚਾਰਨ ਕੀਤਾ ਭਾਈ, ਕਿਸੇ ਦੀ ਪੋਥੀ ਦੇ ਵਿੱਚ ਐਸਾ ਹੋ ਸਕਦਾ ਹੈ ਕਿ ਇੱਥੇ 2 ਅੰਕ ਜਿਹੜਾ ਨਾਂ ਲਿਖਿਆ ਵਾ ਹੋਵੇ, ਜਿਹਦੇ ਨਹੀਂ ਉਹ ਦੱਸ ਸਕਦਾ। ਕਈ ਪੁਰਾਣੇ ਸਰੂਪਾਂ 'ਚ ਵੈਸੇ ਚਾਹੀਦਾ, ਪਰ ਕਈ ਥਾਵਾਂ ਤੇ ਮਹਾਂਪੁਰਖ ਦੱਸਦੇ ਸੀ ਵੀ ਕਈਆਂ ਥਾਵਾਂ ਤੇ ਇਹ ਇਸ ਤਰ੍ਹਾਂ ਦਾ ਦੇਖਿਆ ਗਿਆ। ਇਹ ਜਾਣਕਾਰੀ ਵਾਸਤੇ ਹੈ, ਵੈਸੇ ਮਹੱਲਾ ਦੂਜੇ ਸੁੱਧ ਹੈ। ਹਾਂਜੀ, ਦੂਜੇ ਪਾਤਸ਼ਾਹ ਫਰਮਾਨ ਕਰਦੇ ਨੇ, ਸੋ ਕਿਉ ਅੰਧਾ ਆਖੀਐ। ਉਹ ਪੁਰਖ ਅੰਨਾ ਕਹਿੰਦੇ ਸੋ ਕਿਉਂ ਅੰਧਾ, ਕਿ ਕਿਵੇਂ ਉਹਨੂੰ ਅੰਧਾ ਕਿਹਾ ਜਾਏਗਾ। ਤੇ ਸੋ ਕਿਉਂ ਅੰਧਾ ਆਖੀਐ, ਉਸ ਨੂੰ ਕਿਉਂ ਕਿਵੇਂ ਅੰਨਾ ਆਖੀਏ ਕਹਿਣਾ ਕਰੀਏ। ਇਹਦਾ ਹੁਣ ਅੱਗੇ ਦੱਸਦੇ ਨੇ ਉੱਤਰ। ਜੇ ਹੁਕਮ ਹੋ ਅੰਧਾ ਹੋਏ। ਜਿਹੜਾ ਹੁਕਮ ਗੁਰਾਂ ਦੇ ਹੁਕਮ ਵਿੱਚ ਜਾਂ ਵਾਹਿਗੁਰੂ ਦੇ ਹੁਕਮ ਵਿੱਚ ਅੰਧਾ ਨੇਤਰਹੀਣ ਹੁੰਦਾ ਹੈ, ਤੇ ਭਾਈ ਕਿਉਂ ਅੰਧਾ ਆਖੀਏ, ਉਹ ਤਾਂ ਕਰਮਾਂ ਦੇ ਅਨੁਸਾਰ ਹੋਇਆ, ਕੋਈ ਵੀ ਹੋ ਸਕਦਾ ਹੈ। ਨਾਨਕ ਹੁਕਮ ਨਾ ਬੁੱਝਈ। ਸਤਿਗੁਰੂ ਜੀ ਕਥਨ ਕਰਦੇ ਨੇ, ਜਿਹੜਾ ਪੁਰਖ ਗੁਰਾਂ ਦਾ ਹੁਕਮ ਨੂੰ ਨਹੀਂ ਜਾਣਦਾ, ਬੁੱਝਦਾ ਸਮਝਦਾ ਨਹੀਂ ਹੈ, ਇਹ ਬੁੱਝੀ ਕਰਨਾ, ਬੁੱਝੀ ਨਾ ਬਣ ਜਾਵੇ। ਪੋਲਾ ਨਹੀਂ ਕਰਨਾ, ਕਸ ਕੇ ਕਰਨਾ ਪਾਠ। ਹਾਂਜੀ। ਅੰਧਾ ਕਹੀਐ ਸੋਏ। ਉਹ ਅੰਨਾ ਪੁਰਖ ਕਹੀਏ ਆਖੀਦਾ ਹੈ। ਪੌੜੀ। ਅੱਗੇ ਪੌੜੀ ਕਥਨ ਕਰਦੇ ਹਨ ਜੀ। ਕਾਇਆ ਅੰਦਰ ਗੜ ਕੂਟ ਹੈ। ਮਨੁੱਖਾ ਸਰੀਰ ਹੈ ਜਿਹੜਾ, ਇਹ ਮਨੁੱਖੀ ਦੇਹੀ ਜਿਹੜੀ ਕਾਇਆ ਦੇਹ ਹੈ ਨਾ, ਇਹ ਗੜ ਕਿਲੇ ਦੇ, ਇਹ ਕਿਲੇ ਦੀ ਨਿਆਈ ਹੈ। ਇਹਦੇ ਅੰਦਰ ਵਿੱਚ ਸੂਖਮ ਸਰੀਰ ਰੂਪੀ ਕੋਟ ਕਿਲਾ ਉਸਾਰਿਆ ਹੋਇਆ। ਇਹ ਮਨੁੱਖਾ ਕਾਇਆ ਦੇਹ ਰੂਪ ਗੜ ਕਿਲੇ ਦੇ ਅੰਦਰ ਇੱਕ ਸੂਖਮ ਸਰੀਰ ਰੂਪੀ ਕੋਟ ਕਿਲਾ ਹੋਰ ਉਸਰਿਆ ਹੋਇਆ, ਜਾਂ ਸੂਖਮ ਸਰੀਰ ਰੂਪੀ ਕਿਲੇ ਦੇ 4 ਛਪੇਰੇ ਸਤੂਲ ਸਰੀਰ ਰੂਪੀ ਕੋਟ ਹੈ। ਕਾਇਆ ਅੰਦਰ ਗੜ ਕੋਟ ਹੈ, ਤੇ ਇਸ ਦੇ ਅੰਦਰ ਮਹਾਰਾਜ ਦੱਸਦੇ ਹਨ ਸਭ ਦਸੰਤਰ ਦੇਸਾ। ਇਹ ਦੇ ਅੰਦਰ ਪਰਮੇਸ਼ਰ ਆਪ ਹੈ, ਅਤੇ ਸਭ ਸਾਰਿਆਂ ਦੇਸ਼ਾਂ ਦਸੰਤਰਾਂ ਵਿੱਚ ਵੀ ਪਰਿਪੂਰਨ ਹੈ, ਦੇਹ ਦੇ ਵਿੱਚ ਵੀ ਹੈ। ਕਾਇਆ ਅੰਦਰ ਗੜ ਕੋਟ ਹੈ। ਈਸ਼ਵਰ ਦੀ ਵੈਰਾਟ ਰੂਪੀ ਦੇਹ ਦੇ ਅੰਦਰ ਕੋਟ ਤੇ ਕਿਲੇ ਬਣੇ ਹੋਏ ਨੇ, ਤੇ ਸਭ ਦਸੰਤਰ ਦੇਸ਼ਾ, ਸਭ ਸਾਰੀਆਂ ਦਿਸ ਅੰਤਰ ਦਿਸ ਦਿਸ਼ਾਵਾਂ ਤੇ ਅੰਤਰ ਵਿੱਚ ਵੀ, ਦੇਸ਼ਾਂ ਦੇ ਵਿੱਚ ਵੀ ਆਪ ਹੀ ਪਰਿਪੂਰਨ ਹੈ। ਆਪੇ ਤਾੜੀ ਲਾਈਨ। ਜਦੋਂ ਪਰਮੇਸ਼ਰ ਉਹਦੀ ਆਪਣੀ ਇਹ ਖੇਡ ਹੈ, ਤੇ ਉਹਦੇ ਈਸ਼ਵਰ ਦੇ ਵਿਰਾਟ ਰੂਪੀ ਦੇਹ ਦੇ ਅੰਦਰ ਕੋਟ ਕਿਲੇ ਤਾਂ ਬਣੇ ਹੋਏ ਨੇ, ਸਾਰੀਆਂ ਵਸਤੂਆਂ ਦੇ ਵਿੱਚ। ਪਰ ਜਦੋਂ ਪਰਮੇਸ਼ਰ ਨੇ ਬ੍ਰਹਮੰਡ ਨੂੰ ਭਖਸ਼ਣ ਕਰਨ ਦੀ ਆਪੇ ਤਾੜੀ ਲਾਈਆਂ, ਉਦੋਂ ਆਪ ਹੀ ਫਿਰ ਇਹਨੂੰ ਭਖਸ਼ਣ ਕਰਕੇ ਤਾੜੀ ਸਮਾਧੀ ਲਾਈਆਂ ਲਾ ਲੈਂਦੇ, ਤੇ ਫਿਰ ਆਪ ਹੀ ਸਭ ਮਹਿ ਪ੍ਰਵੇਸ਼ਾ। ਆਪ ਹੀ ਸਭ ਸਾਰਿਆਂ ਦੇ ਮਹਿ ਵਿੱਚ ਪ੍ਰਵੇਸ਼ ਹੋ ਗਿਆ। ਰਹਿੰਦਾ ਵੀ ਸਾਰਿਆਂ ਦੇ ਵਿੱਚ ਹੈ, ਸਾਰਿਆਂ ਨੂੰ ਆਪਣੇ ਵਿੱਚ ਰੱਖਿਆ ਵੀ ਹੋਇਆ, ਤੇ ਵਿੱਚ ਸਮੋ ਲੈਂਦਾ। ਮਹਾਪਰਲੋਂ ਕਰਦਾ ਤਾਂ ਵੀ ਆਪਣੇ ਸਰੂਪ ਦੇ ਵਿੱਚ ਸਮੁੰਦਰ ਦੇ ਵਿੱਚ ਲਹਿਰ ਬਣਦੀ ਹੈ, ਸਮੁੰਦਰ 'ਚ ਸਮਾਪਤ ਹੋ ਜਾਂਦੀ ਹੈ। ਇਹ ਖੰਡ ਬ੍ਰਹਮੰਡ ਉਹਦੇ ਵਿੱਚੇ ਬਣੇ, ਵਿੱਚੇ ਲੀਨ ਹੋ ਜਾਂਦੇ ਨੇ। ਇਹਦਾ ਦੂਸਰਾ ਭਾਵ ਹੈ ਇਸੇ ਪ੍ਰਕਾਰ ਜੇ ਕਾਇਆ ਅੰਦਰ ਗੜ ਕੋਟ ਹੈ। ਕਾਇਆ ਦੇਹ ਰੂਪੀ ਕੋਟ ਦੇ ਅੰਦਰ 10ਵਾਂ ਦੁਆਰ ਰੂਪੀ ਗੜ ਕਿਲਾ ਹੈ। ਦੇਹ ਦੇ ਅੰਦਰ ਗੜ ਆਕੀ ਸਥਾਨ 10ਵਾਂ ਦੁਆਰ ਰੂਪੀ ਕਿਲਾ ਹੈ। ਇਹ ਦੱਸਿਆ ਹੈ ਸਭ ਦਸੰਤਰ ਦੇਸਾ। ਸਭ ਸਾਰੀਆਂ ਪ੍ਰਮਾਣ ਵਿਪਰਜਾ ਨਿੰਦਰਾ ਸਿਮਰਤੀ ਆਦਿ ਜਿਹੜੀਆਂ ਇਹ ਬਿਰਤੀਆਂ ਨੇ, ਵਿਕਲਪ ਆਦਿ, ਇਹਨਾਂ ਦੇ ਸੰਤਰਾਂ ਦੇ ਜਾਂ ਸਾਰੇ ਅੰਗਾਂ ਦੇ ਦੇਸ਼ ਬਣੇ ਹੋਏ ਨੇ। ਤੇ ਹਿਰਦਾ ਆਤਮਾ ਦੇਸ਼ ਨਿਜ ਸਥਾਨ ਹੈ। ਤੇ ਇਸ ਕਰਕੇ ਇਹਦੇ ਵਿੱਚ ਮਹਾਰਾਜ ਸਾਹਿਬ ਜੀ ਕਹਿੰਦੇ ਆ ਸਭ ਦਸੰਤਰ ਦੇਸ਼ਾ, ਆਪ ਹੀ ਦਿਸ਼ਾਵਾਂ ਸਾਰੀਆਂ ਅੰਗ ਹੀ ਬਣੇ ਹੋਏ ਨੇ। ਹਿਰਦਾ ਆਤਮਾ ਦੇਸ਼ ਨਿਜ ਅਸਥਾਨ ਹੈ। ਆਪੇ ਤਾੜੀ ਲਾਈਨ। ਸਾਰੇ ਦੇਸ਼ ਦਸੰਤਰ ਜਿਹੜੇ ਰਚੇ ਨੇ, ਤੇ ਆਪ ਹੀ ਇਹਨਾਂ ਨੂੰ ਸਮਾਪਤ ਕਰਦਾ ਹੈ। ਸਾਰੇ ਦਸੰਤਰ ਇੰਦਰੇ, ਦੇਸ਼ਾਂ ਦਾ ਭਾਵ ਅੰਤਸਕਰਨ, ਤੇ ਦਸੰਤਰ ਭਾਵ ਇੰਦਰੇ, ਸਾਰਿਆਂ ਦੇਸ਼ ਦਸੰਤਰਾਂ ਕਿਲਿਆਂ ਕੋਟਾਂ 'ਚ ਵਿਆਪਕ ਹੋ ਰਿਹਾ ਹੈ। ਉਹ ਪਰਮੇਸ਼ਰੀ ਦੇਹ ਦੇ ਅੰਦਰ ਹੈ। ਆਪ ਹੀ 10ਵੇਂ ਦੁਆਰ ਵਿੱਚ ਜੋਗੀ ਬਣ ਕੇ ਸਮਾਧੀ ਲਾਉਣ ਵਾਲਾ ਹੈ। ਆਪ ਹੀ ਆਪਣੀ ਚੇਤਨ ਸੱਤਾ ਰੂਪੀ ਜੋਤ ਸਾਰਿਆਂ ਦੇ ਵਿੱਚ ਪ੍ਰਵੇਸ਼ ਕਰਨ ਵਾਲਾ ਹੈ। ਸਭ ਮਹਿ ਪ੍ਰਵੇਸ਼ਾ। ਤੇ ਸਾਰਿਆਂ ਦੇ ਵਿੱਚ ਪ੍ਰਵੇਸ਼ ਹੈ। ਇਸੇ ਪ੍ਰਕਾਰ ਜੀ ਦੁਬਾਰੇ ਫਿਰ ਬੋਲ ਦੋ। ਕਾਇਆ ਅੰਦਰ ਗੜ ਕੋਟ ਹੈ। ਤੇ ਜਿਤਨਾ ਵੀ ਕਾਇਆ ਬੁੱਧੀ ਦੇ ਅੰਦਰ ਸੰਸਾਰ ਗੜ ਘੜਿਆ ਹੋਇਆ ਹੈ, ਇਹ ਸਾਰਾ ਅਗਿਆਨ ਦਾ ਕੋਟ ਕਿਲਾ ਹੈ।
ਇਹਦੇ ਵਿੱਚ ਸਭ ਦਸੰਤਰ ਦੇਸਾ ਇਹਦੇ ਆਕੀ ਸਥਾਨ ਕਿਲਾ ਮਾਨ ਹੈ। ਸਾਰੀਆਂ ਦਿਸ਼ਾਵਾਂ ਰੂਪ ਬਿਰਤੀਆਂ ਨੇ ਤੇ ਸਾਰੇ ਅੰਗ ਦੇਸ਼ਵਤ ਬਣੇ ਹੋਏ ਨੇ ਤੇ ਆਪ ਹੀ ਇਸ ਦੇ ਵਿੱਚ ਗੁਪਤ ਹੋਣ ਰੂਪ ਪਰਮੇਸ਼ਰ ਵਾਹਿਗੁਰੂ ਆਪੇ ਤਾੜੀ ਲਾਈਆਂ ਗੁਪਤ ਰੂਪ ਹੋਣ ਰੂਪ ਇਹ ਨਿਰਗੁਣ ਸਰੂਪ ਵਿੱਚ ਸਮਾਧੀ ਲਾਉਣਾ ਕੀਤੀ ਹੈ। ਉਸਨੇ ਆਪ ਹੀ ਸਾਰਿਆਂ ਵਿੱਚ ਸਾਖੀ ਰੂਪ ਹੋ ਕੇ ਪ੍ਰਵੇਸ਼ ਹੋਇਆ। ਸਭ ਮਹਿ ਪਰਵੇਸਾ ਸਾਰਿਆਂ ਦੇ ਵਿੱਚ ਸਾਖੀ ਰੂਪ ਹੋ ਕੇ ਪ੍ਰਤੱਖ ਜੋਤ ਰੂਪ ਹੋ ਕੇ ਪ੍ਰਵੇਸ਼ ਹੋਇਆ। ਆਪੇ ਸ੍ਰਿਸ਼ਟ ਸਾਜੀਆਂ ਤੇ ਆਪ ਹੀ ਪਰਮੇਸ਼ਰ ਨੇ ਮਾਇਆ ਸਬਲ ਹੋ ਕੇ ਸ੍ਰਿਸ਼ਟੀ ਨੂੰ ਸਾਜਣਾ ਕੀਤਾ ਹੈ। ਆਪ ਗੁਪਤ ਰਖੇਸਾ ਤੇ ਆਪ ਹੀ ਨਿਰਗੁਣ ਸਰੂਪ ਹੋਏ ਗੁਪਤ ਰਖੇਸਾ ਰੱਖਣਾ ਕੀਤਾ ਆਪਣੇ ਆਪ ਨੂੰ। ਗੁਰ ਸੇਵਾ ਤੇ ਜਾਣਿਆ ਗੁਰਮੁਖ ਜਨਾਂ ਨੇ ਗੁਰਾਂ ਦੀ ਟਹਿਲ ਕਰਕੇ ਪਰਮੇਸ਼ਰ ਨੂੰ ਜਾਣਨਾ ਕੀਤਾ ਹੈ। ਸੱਚ ਪ੍ਰਗਟੀ ਏਸਾ ਇਹ ਭਾਈ ਦੋ ਪਾਠ ਨੇ। ਪ੍ਰਗਟੀ ਕਹਿ ਕੇ ਏਸਾ ਇਹ ਤਾਂ ਹੈਗਾ ਮੁੱਖ ਪਾਠ ਤੇ ਪ੍ਰਗਟੀ ਏਸਾ ਇਕੱਠਾ ਹੀ ਮੁੱਖ ਇਹ ਦੂਸਰਾ ਪਾਠ ਹੈ। ਮੁੱਖ ਪਾਠ ਪ੍ਰਗਟੀ ਏਸਾ ਤੇ ਸਾਰੇ ਅੱਖਰ ਇਕੱਠੇ ਪ੍ਰਗਟੀ ਏਸਾ ਇਹ ਦੂਜਾ ਪਾਠ ਹੈ। ਪਰ ਤੁਸੀਂ ਪਾਠ ਦੇ ਵਿੱਚ ਇਹੀ ਪਕਾਉਣਾ ਕਿ ਮੁੱਖ ਪਾਠ ਇਹ ਹੈ ਪ੍ਰਗਟੀ ਏਸਾ। ਇਸੇ ਕਰਕੇ ਉਹ ਸੱਚ ਸੱਚਾ ਏਸਾ ਨਾਮ ਹੈ ਈਸ਼ਵਰ ਦਾ। ਪਰਮੇਸ਼ਰ ਗੁਰਮੁਖ ਜਨਾਂ ਦੇ ਹਿਰਦੇ ਪ੍ਰਗਟੀ ਪ੍ਰਤੱਖ ਹੋਇਆ ਹੈ। ਸਭ ਕਿਛ ਸੱਚੋ ਸੱਚ ਹੈ ਜਿਨ੍ਹਾਂ ਦੇ ਹਿਰਦੇ 'ਚ ਮਹਾਰਾਜ ਸਾਹਿਬ ਜੀ ਕਹਿੰਦੇ ਸਾਰੀ ਤੋਂ ਇਕੱਠੀ ਬੋਲ ਲਓ ਜੀ। ਸਭ ਕਿਛ ਸੱਚੋ ਸੱਚ ਹੈ ਗੁਰ ਸੋਝੀ ਪਾਈ ਜਿਨ੍ਹਾਂ ਦੇ ਹਿਰਦੇ 'ਚ ਗੁਰਾਂ ਨੇ ਸੋਝੀ ਗਿਆਤ ਪਾਉਣਾ ਕੀਤੀ ਹੈ ਤੇ ਉਹਨਾਂ ਨੂੰ ਤੇ ਸਭ ਸਾਰਾ ਕੁਝ ਸੱਚੋ ਸੱਚ ਹੀ ਦ੍ਰਿਸ਼ਟੀ ਵਿੱਚ ਆਉਂਦਾ ਹੈ। ਸਭ ਕੁਝ ਸੱਚੋ ਸੱਚ ਹੈ ਗੁਰ ਸੋਝੀ ਪਾਈ। ਗੁਰਮੁਖ ਜਨ ਸੱਚੋ ਸੱਚੇ ਸਰਵਣ ਕਰਦੇ ਹੈ। ਸੱਚੇ ਦਾ ਗੁਰਮੁਖ ਜਨ ਸੱਚੋ ਕਹੀਏ ਸੱਚੇ ਦਾ ਸਰਵਣ ਕਰਦੇ ਹੈ, ਸੱਚੇ ਦਾ ਮਨਨ ਕਰਦੇ ਨੇ। ਇਸੇ ਕਰਕੇ ਉਹਨਾਂ ਦੀ ਦ੍ਰਿਸ਼ਟੀ ਵਿੱਚ ਸਭ ਕੁਝ ਸੱਚਾ ਹੀ ਸੱਚਾ ਹੈ ਕਿਉਂਕਿ ਗੁਰਮੁਖਾਂ ਨੂੰ ਗੁਰ ਸਿੱਖਿਆ ਦੁਆਰਾ ਸੋਝੀ ਜਿਹੜੀ ਹੈ ਸਮਝ ਉਹਨਾਂ ਨੇ ਪਾਉਣਾ ਕੀਤੀ ਹੈ। ਤੇ ਅੱਗੇ ਮਹਾਰਾਜ ਸਾਹਿਬ ਜੀ ਇਹ ਪਦ ਪੂਰਾ ਕਰਦੇ ਨੇ। ਆਹੋ ਆਹੋ ਸੱਚੇ ਪਾਤਸ਼ਾਹ हे ਸੱਚੇ ਪਾਤਸ਼ਾਹ ਤੂੰ ਵਾਹੋ ਚਰਜ ਬਾਹੋ ਵਿਸਮਾਦ ਰੂਪ ਹੈ। ਤੂੰ ਸੱਚੀ ਨਾਈ ਸੱਚੀ ਤੇਰੀ ਨਾਈ ਬੜਾਈ ਹੈ। ਕਿਉਂ ਸਤਿਗੁਰੂ ਮਹਾਰਾਜ ਸਾਹਿਬ ਜੀ ਪਹਿਲੇ ਪਾਤਸ਼ਾਹ ਦੇ ਪਾਸ ਕਰਤਾਰਪੁਰ ਰਾਵੀ ਦੇ ਕਿਨਾਰੇ ਜ਼ਿਮੀਂਦਾਰਾਂ ਨੇ ਆ ਕੇ ਬੇਨਤੀ ਕੀਤੀ ਇੱਕ ਵਾਰੀ, ਸੱਚੇ ਪਾਤਸ਼ਾਹ ਜੀ ਸਾਨੂੰ ਵੀ ਉਪਦੇਸ਼ ਦਿਓ, ਅਸੀਂ ਤਾਂ ਕੰਮਾਂ ਕਾਰਾਂ 'ਚ ਰੁੱਝੇ ਰਹਿੰਦੇ ਹਾਂ, ਹਰ ਵੇਲੇ ਖੇਤੀਪਤੀ ਦਾ ਕੰਮ ਕਰਦੇ ਰਹਿੰਦੇ ਹਾਂ। ਤਾਂ ਗੁਰੂ ਸਾਹਿਬ ਜੀ ਨੇ ਖੇਤੀ ਦੇ ਪ੍ਰਕਰਨ ਦੁਆਰਾ ਉਪਦੇਸ਼ ਬਖਸ਼ਿਆ। ਇਹ ਸ਼ਲੋਕ ਉਚਾਰਨ ਕੀਤਾ ਖੇਤੀ ਦੇ ਪ੍ਰਕਰਨ ਵਿੱਚ। ਸ਼ਲੋਕ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਦਾ ਸ਼ਲੋਕ ਹੈ ਜੀ ਗੁਰੂ ਨਾਨਕ ਸਾਹਿਬ ਜੀ ਦਾ। ਸਾਵਣ ਰਾਤ ਆਹਾੜ ਦੇਹੋ। ਜਿਵੇਂ ਪ੍ਰਤੱਖ ਹਾੜੀ ਤੇ ਸੌਣੀ ਦੀਆਂ ਦੋ ਫਸਲਾਂ ਹੁੰਦੀਆਂ ਨੇ, ਇਸੇ ਪ੍ਰਕਾਰ ਰਾਤ ਤਾਂ ਹੈਗੀ ਉਹ ਸੌਣੀ ਦੀ ਨਿਆਈ, ਦਿਨ ਹੈ ਜਿਹੜਾ ਉਹ ਹਾੜੀ ਦੀ ਨਿਆਈ ਹੈ। ਅਤੇ ਇਹਦੇ ਵਿੱਚ ਕਾਮ ਕ੍ਰੋਧ ਦੋਏ ਖੇਤ। ਕਾਮ ਮੰਦੀ ਵਾਸ਼ਨਾ, ਕ੍ਰੋਧ ਤੀਖਣ ਬਿਰਤੀ, ਤੇ ਇਹ ਦੋਨੇ ਖੇਤ ਨੇ। ਤੇ ਭਾਵ ਕੀ ਹੈ ਤੇ ਕਾਮ ਸੌਣੀ ਦਾ ਖੇਤ ਹੈ ਕਿਉਂਕਿ ਜੀਵ ਰਾਤ ਨੂੰ ਵਿਕਾਰ ਭੋਗਣਾ ਕਰਦੇ ਹੈ। ਕ੍ਰੋਧ ਹਾੜੀ ਦਾ ਖੇਤ ਹੈ ਕਿਉਂਕਿ ਦਿਨ ਦੇ ਜੀਵ ਕ੍ਰੋਧ ਕਰਦੇ ਹੈ। ਜਿਵੇਂ ਸਾਵਣ ਦੇ ਮਹੀਨੇ ਵਰਖਾ ਹੁੰਦੀ ਹੈ ਨਾ, ਹੁਣ ਵਰਖਾ ਹੋ ਹੀ ਰਹੀ ਹੈ, ਸਾਵਣ ਦਾ ਮਹੀਨਾ ਚੱਲ ਰਿਹਾ ਹੈ। ਇਉਂ ਕਾਮੀ ਪੁਰਸ਼ ਉਹ ਰਾਤਰੀ ਹਮੇਸ਼ਾ ਵਿਸ਼ਿਆਂ ਦੀ ਵਰਖਾ ਤੇ ਮੋਹ ਦੇ ਵਿੱਚ ਫਸੇ ਹੋਏ ਹੈ ਅਤੇ ਹਾੜੀ ਵਿੱਚ ਬਹੁਤ ਗਰਮੀ ਹੁੰਦੀ ਹੈ। ਇਸ ਪ੍ਰਕਾਰ ਕ੍ਰੋਧੀ ਆਦਮੀ ਦਿਨ ਨੂੰ ਹਰ ਵਕਤ ਕ੍ਰੋਧ ਦੀ ਅਗਨੀ ਵਿੱਚ ਸੜਦੇ ਰਹਿੰਦੇ ਹੈ। ਇਹ ਮਹਾਰਾਜ ਸਾਹਿਬ ਨੇ ਪ੍ਰਮਾਣ ਦਿੱਤੇ ਆ ਬਾਹਰ ਦੇ। ਲਬ ਵੱਤਰ ਦਰੋਗ ਬੀਓ। ਤੇ ਇਹਨੂੰ ਬਤਰ ਪਾਠ ਨਹੀਂ ਕਰਨਾ, ਬੱਤਰ। ਬੱਤਰ ਤੋਂ ਭਾਵ ਹੈ ਇਹ ਬੱਤ ਹੈ ਤੇ ਮਾਝੇ ਦੀ ਬੋਲੀ ਹੈ ਬੱਤਰ ਕਹਿੰਦੇ ਹੈ। ਇਧਰ ਮਾਲਵੇ 'ਚ ਬਾਤੀ ਕਹਿੰਦੇ ਇਕੱਲਾ। ਜੋ ਜੀਵਾਂ ਨੂੰ ਪਦਾਰਥਾਂ ਦੇ ਖਾਣ ਪੀਣ ਦਾ ਲੱਭ ਲਾਲਚ ਹੈ ਇਹ ਬੱਤਰ ਹੈ। ਦਰੋਗ ਨਾਮ ਹੈ ਝੂਠ ਦਾ, ਜਿਹੜਾ ਝੂਠ ਬੋਲਣਾ ਇਹ ਬੀਓ ਬੀਜ ਹੈ। ਹਾਲੀ ਰਾਹ ਕੁਹੇਤ। ਇਹਦੇ ਵੀ ਦੋ ਪਾਠ ਨੇ ਭਾਈ। ਇੱਕ ਤਾਂ ਹੋ ਗਿਆ ਨਾ ਹਾਲੀ ਰਾਹ ਕੁਹੇਤ, ਇਹ ਮੁੱਖ ਪਾਠ ਹੈ, ਇੱਕ ਨੇ ਕਰਨਾ ਹੈ। ਤੇ ਕੱਕਾ ਹੁਣ ਹਾਹੇ ਨਾਲ ਲੱਗੂਗਾ। ਹਾਲੀ ਰਾਹਕ ਹੇਤ, ਰਾਹਕ ਨਾਮ ਜ਼ਿਮੀਂਦਾਰ ਦਾ ਹੁੰਦਾ ਹੈ ਤੇ ਇਸ ਕਰਕੇ ਇਹ ਦੂਜਾ ਪਾਠ ਹੈ। ਪਰ ਇਉਂ ਕਰਨਾ ਨਹੀਂ, ਪਾਠ ਮੁੱਖ ਪਾਠ ਪਕਾਉਣਾ ਹੈ। ਹਾਲੀ ਰਾਹ ਕੁਹੇਤ ਐਂ ਉਚਾਰਨ ਹੈ।
ਇਹ ਦੋ ਕੁੰਡੀਆਂ ਇਕੱਠੀਆਂ ਆ ਗਈਆਂ, ਇੱਕੋ ਪੰਕਤੀ, ਇੱਕ 72 ਕਹਿਣਾ ਹੈ ਤੇ ਦੂਸਰਾ ਇਹ ਦੋ ਪਾਠ ਨੂੰ ਪਕਾਉਣਾ ਕੀ ਹੈ, ਹਾਲੀ ਰਾਹ ਕੁਹੇਤ। ਤੇ ਮਹਾਰਾਜ ਸਾਹਿਬ ਜੀ ਕਹਿੰਦੇ ਆ ਵੀ ਜਿਹੜਾ ਹਾਲੀ ਹੈ, ਮੰਦ ਕਰਮ ਕਰਨ ਰੂਪੀ ਕੁਹੇਤ, ਜਿਹੜੀ ਖੋਟਾ ਪ੍ਰੇਮ ਹੈ ਜਿਹੜਾ, ਇਹ ਰਾਹ, ਇਹ ਰਾਉਣਾ ਬੀਜਣਾ ਹੁੰਦਾ ਹੈ, ਬੀਜਣੇ ਵਾਲਾ ਹਾਲੀ ਹੈ। ਤੇ ਇਸ ਕਰਕੇ ਜਿਵੇਂ ਇੱਕ ਹਲ ਹੁੰਦਾ, ਇੱਕ ਹਾਲੀ ਹੋ ਗਿਆ, ਹਲ ਬਾਉਣ ਵਾਲਾ ਹਾਲੀ ਹੋ ਗਿਆ। ਤੇ ਉੱਥੇ ਪਰ ਪਹਿਲਾਂ ਵੀ ਪ੍ਰਕਾਰਨ ਸੋਠ ਦੇ ਵਿੱਚ ਆਇਆ ਇਹ, ਮਨ ਹਾਲੀ ਕਿਰਸਾਨੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਵੀ ਸੰਤੋਖ ਸੁਹਾਗਾ ਰੱਖ ਕਰੀਬੀ ਬੇਸ਼। ਇਉਂ ਫਿਰ ਹੁਣ ਇੱਥੇ ਰਾਹ ਬੀਜਣਾ, ਤੇ ਇਸੇ ਕਰਕੇ ਜਿਹੜਾ ਰਹਾਉ ਦਾ ਅਰਥ ਹੈ ਉਹ ਬੀਜਣਾ ਕੀਤਾ ਹੈ, ਗੁਰਬਾਣੀ ਦੇ ਵਿੱਚ ਅਰਥ ਆਇਆ ਹੋਇਆ ਹੈ। ਤਾਂ ਇਹ ਬਾਰ ਦੇ ਵਿੱਚ ਮੂਹਰੇ ਰਹਾਉ ਸ਼ਬਦ ਦਾ ਅਰਥ ਬੀਜਣਾ, ਮਤਲਬ ਤੁਕ ਪੜ੍ਹਦੇ ਆਓ, ਐਸਾ ਕਿਹਾ ਗਿਆ। ਖੈਰ ਉਹ ਬਾਅਦ ਚ ਹੋਏਗੀ ਵਿਚਾਰ। ਤੇ ਇਸ ਪ੍ਰਕਾਰ ਇਹ ਇਉਂ ਸਮਝ ਲੈ, ਰਾਹ ਬੀਜਣੇ ਵਾਲਾ ਹਾਲੀ ਹੈ ਜੇ। ਹਾਲ ਵਿਚਾਰ ਵਿਕਾਰ ਮਨ, ਜੀਵਾਂ ਦੇ ਹਿਰਦੇ ਅੰਦਰ ਫੁੱਟ ਪਾਉਣ ਦੀ ਜਾਂ ਫਿਰ ਨਿੰਦਿਆ ਕਰਨ ਦੀ ਵਿੱਚ ਜਿਹੜੀ ਇਸ ਤਰ੍ਹਾਂ ਦੀ ਵਿਚਾਰ ਕਰਨੀ ਹੈ, ਇਹ ਹਲ ਹੈ, ਹਲ। ਤੇ ਮਨ ਵਿੱਚ ਵਿਸ਼ੇ ਵਿਕਾਰਾਂ ਨੂੰ ਭੋਗਣ ਦੀ ਇੱਛਾ, ਇਹਦੇ ਵਿੱਚ ਸਾਧ ਸੰਜੀ ਫਿਰ ਇਹ ਦੱਸਿਆ ਵੀ ਮਨ ਦਾ ਅਰਥ ਹੈ ਬੋਹਲ, ਇਹ ਬੋਹਲ ਹੈ। ਅੱਗੇ ਦੱਸਦੇ ਨੇ ਹੁਕਮੀ ਖੱਟੇ ਖਾਏ, ਇਹਨੂੰ ਖਟੇ ਨਹੀਂ ਕਹਿਣਾ, ਕਦੇ ਵੀ ਖੱਟੇ ਕਹਿਣਾ। ਹੁਕਮੀ ਹੁਕਮ ਕਰਨ ਵਾਲੇ, ਜਿਹੜੇ ਪਰਮੇਸ਼ਰ ਦੇ ਹੁਕਮ ਵਿੱਚ ਹੀ ਹੁਕਮ ਕਰਨ ਵਾਲਾ ਕੌਣ, ਹੁਕਮੀ ਹੁਕਮ ਕਰਨ ਵਾਲਾ ਕੌਣ, ਪਰਮੇਸ਼ਰ। ਉਹਦੇ ਹੁਕਮ ਵਿੱਚ ਹੀ ਮੰਦ ਕਰਮ ਕੁਸੰਗਤ ਆਦਿ ਔਗਣਾਂ ਦੀ ਖੱਟੀ ਨੂੰ ਖੱਟ ਕੇ ਸੰਸਾਰ ਦੇ ਅੰਦਰ ਦੁੱਖ ਭੋਗਣ ਰੂਪ ਖਾਏ ਖਾਂਦੇ ਹਨ। ਨਾਨਕ ਲਿਖੈ ਮੰਗਿਆ, ਸਤਿਗੁਰੂ ਕਥਨ ਕਰਦੇ ਜਿੱਦਾਂ ਜਦੋਂ ਜੀਵਾਂ ਪਾਸੋਂ ਪਰਲੋਕ ਦੇ ਵਿੱਚ ਲੇਖਾ ਹਿਸਾਬ ਕਿਤਾਬ ਮੰਗਣਾ ਕੀਤਾ। ਨਾਨਕ ਆਖੈ ਰੇ ਮਨਾ ਸੁਣਿਆ ਸਿੱਖ ਸਹੀ, ਲੇਖਾ ਰੱਬ ਮੰਗੇਸੀਆ ਬੈਠਾ ਕੱਢ, ਬਈ ਉੱਥੇ ਲੇਖਾ ਤਾਂ ਦੇਣਾ ਹੀ ਪੈਣਾ। ਜਦੋਂ ਲੇਖਾ ਮੰਗਿਆ ਜਾਂਦਾ ਹੈ, ਔਤ ਜਣੇਦਾ ਜਾਏ, ਤਾਂ ਜੀਵ ਰੂਪ ਪਿਤਾ ਗਿਆਨ ਰੂਪੀ ਪੁੱਤਰ ਨੂੰ ਜਣੇਦਾ ਪੈਦਾ ਕਰਨ ਤੋਂ ਬਗੈਰ ਹੀ ਔਤ ਔਤਰਾ ਭਾਵ ਨਿਪੁੱਤਾ ਹੀ ਸੰਸਾਰ ਤੋਂ ਚਲਿਆ ਜਾਏਗਾ। ਤਦ ਫਿਰ ਐਸੇ ਜੀਵਾਂ ਨੂੰ ਜਣੇਦਾ ਜਾਣਨ ਵਾਲੇ ਔਤਰੇ ਹੀ ਜਾਣੇ ਜਾਂਦੇ ਹਨ। ਫਿਰ ਅੱਗੇ ਪ੍ਰਸ਼ਨ ਕੀਤਾ ਮਹਾਰਾਜ, ਫਿਰ ਜੀਵ ਸੌਤਰਾ ਕਿਵੇਂ ਹੋ ਸਕਦਾ ਹੈ? ਤਾਂ ਗੁਰੂ ਸਾਹਿਬ ਜੀ ਉੱਤਰ ਦਿੰਦੇ ਨੇ। ਫਿਰ ਮਹੱਲਾ ਪਹਿਲਾ ਉਚਾਰਨ ਕੀਤਾ ਮਹਾਰਾਜ ਸਾਹਿਬ ਜੀ ਨੇ, ਭਾਉ ਭੋਏ ਪਵਿੱਤ ਪਾਣੀ। ਪਰਮੇਸ਼ਰ ਦਾ ਜਿਹੜਾ ਡਰ ਰੱਖਣਾ ਹੈ, ਇਹ ਤਾਂ ਜ਼ਮੀਨ ਹੋਣੀ ਚਾਹੀਦੀ ਹੈ। ਪਰਮੇਸ਼ਰ ਦੇ ਡਰ ਸਹਿਤ ਵਿਸ਼ੇਸ਼ ਬੁੱਧੀ ਰੂਪ ਜ਼ਮੀਨ ਹੋਣੀ ਚਾਹੀਦੀ ਹੈ। ਤੇ ਇਸ ਕਰਕੇ ਇਹ ਵਿਕਾਰਾਂ ਵੱਲੋਂ ਚਿੱਤ ਨੂੰ ਪਵਿੱਤਰ ਕਰਨ ਰੂਪ ਇਹ ਪਾਣੀ ਜਲ ਬਣਾਉਣਾ ਚਾਹੀਦਾ ਹੈ। ਸਤ ਸੰਤੋਖ ਬਲੀਦ, ਨਾਮ ਰੂਪੀ ਬੀਜ ਬੀਜਣ ਵਾਸਤੇ ਸਤ ਸੰਤੋਖ ਦੋ ਬਲਦ, ਇਹ ਬਲਦ ਹੋਣੇ ਚਾਹੀਦੇ ਹਨ ਇਹ ਖੇਤੀ ਵਾਸਤੇ। ਹਲ ਹਲੇਮੀ ਹਾਲੀ ਚਿੱਤ, ਤੇ ਹਲੇਮੀ ਹੁੰਦੇ ਨਿਮਰਤਾ ਧਾਰਨੀ, ਇਹ ਹਲ ਹੋਣਾ ਚਾਹੀਦਾ ਹੈ। ਸ੍ਰੇਸ਼ਟ ਚਿੱਤ ਦਾ ਇਹ ਹਾਲੀ ਹੋਣਾ ਚਾਹੀਦਾ ਹੈ। ਇਸ ਕਰਕੇ ਅੱਗੇ ਮਨੁੱਖਾ ਜਨਮ ਦੇ ਵਿੱਚ ਜਿਹੜਾ ਵਾਹਿਗੁਰੂ ਦਾ ਚੇਤੇ ਕਰਨਾ ਦੱਸਦੇ ਨੇ, ਚੇਤਾ ਵਤਰ ਵਖਤ ਸੰਜੋਗ। ਮਨੁੱਖਾ ਜਨਮ ਵਿੱਚ ਵਾਹਿਗੁਰੂ ਦਾ ਜਿਹੜਾ ਚੇਤਾ ਯਾਦ ਕਰਨ ਦਾ ਵਕਤ ਵੇਲਾ ਹੈ ਨਾ, ਇਹ 72 ਹੋਣੀ ਚਾਹੀਦੀ ਹੈ। ਇਹ 72 ਹੈ, ਹੋਰ ਕੋਈ 72 ਨਹੀਂ ਹੈ। ਅਬ ਕਲੂ ਆਇਓ ਰੇ ਇੱਕ ਨਾਮ ਬੋ 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 ਬੋ, ਹੋਰ ਤਾਂ ਰੁੱਤ ਹੈ ਹੀ ਨਹੀਂ, ਇਹੀ ਰੁੱਤ ਹੈ। ਤੋ ਇਸ ਕਰਕੇ ਗੁਰਾਂ ਦਾ ਜਿਹੜਾ ਸੰਜੋਗ ਚੇਤਾ 72 ਵਕਤ ਸੰਜੋਗ, ਗੁਰਾਂ ਦਾ ਸੰਜੋਗ ਮਿਲਾਪ, ਬੀਜਣੇ ਦਾ ਵਕਤ ਸਮਾਂ, ਗੁਰਾਂ ਨਾਲ ਮਿਲਣ ਦਾ ਸਮਾਂ ਹੀ ਪਰਮੇਸ਼ਰ ਦੀ ਪ੍ਰਾਪਤੀ ਦਾ ਸੰਜੋਗ ਬੀਜਦਾ ਹੈ, ਸੰਜੋਗ ਬੀਜਦਾ ਹੈ। ਜਿਵੇਂ ਖੇਤੀ ਦੇ ਬੀਜ ਦੇ ਸੰਜੋਗ ਕਰਕੇ ਧਰਤੀ ਵਿੱਚ ਹਜ਼ਾਰਾਂ ਮਣ ਦਾਣੇ ਪੈਦਾ ਹੋ ਜਾਂਦੇ ਨੇ, ਇਸੇ ਪ੍ਰਕਾਰ ਵਾਹਿਗੁਰੂ ਦੀ ਪ੍ਰਾਪਤੀ ਗੁਰਾਂ ਦੇ ਸੰਜੋਗ ਕਰਕੇ ਹੁੰਦੀ ਹੈ। ਤੇ ਅੱਗੇ ਦੱਸਦੇ ਹਨ ਜੀ, ਨਾਉ ਬੀਜ ਬਖਸ਼ੀਸ ਬੋਹਲ। ਨਾਮ ਜਪਣ ਰੂਪੀ ਬੀਜ ਹੈ, ਪਰਮੇਸ਼ਰ ਦੀ ਆਤਮ ਵਸਤੂ ਦੀ ਅੱਗੇ ਫਿਰ ਕਹਿੰਦੇ ਬਖਸ਼ਿਸ਼ ਹੈ, ਇਹ ਬੋਹਲ ਲੱਗਣਾ ਹੈ। ਜਾਂ ਗੁਰਾਂ ਦੀ ਬਖਸ਼ਿਸ਼ ਹੋਣੀ, ਇਹ ਬੋਹਲ ਲੱਗਣਾ ਹੈ। ਦੁਨੀਆ ਸਗਲ ਦਰੋਗ, ਸਾਰੀ ਦੁਨੀਆ ਦਰੋਗ ਝੂਠੀ ਸਮਝਣੀ, ਇਹ ਫਲ ਪ੍ਰਾਪਤ ਕਰਨਾ ਹੈ।
ਇਹ ਉਸ ਬੋਹੜ ਦੇ ਉੱਤੇ ਬਸਤਰ ਪਾਉਣਾ ਹੈ। ਨਾਨਕ ਨਦਰੀ ਕਰਮ ਹੋਏ। ਸਤਿਗੁਰੂ ਜੀ ਕਥਨ ਕਰਦੇ ਨੇ, ਜਦ ਨਦਰੀ ਪਰਮੇਸ਼ਰ ਦੀ ਕਰਮ ਕਿਰਪਾ ਦ੍ਰਿਸ਼ਟੀ ਹੋਏ ਹੁੰਦੀ ਹੈ ਤਾਂ ਫਿਰ ਜਾਵਹਿ ਸਗਲ ਵਿਜੋਗ। ਤਦ ਫਿਰ ਸਗਲ ਸਾਰੇ ਵਿਜੋਗ ਵਿਛੋੜੇ, ਭਾਵ ਜਨਮਾਂ ਜਨਮਾਤਰਾਂ ਦੇ ਦੁੱਖ ਚਲੇ ਜਾਵਹਿ ਜਾਂਦੇ ਹਨ। ਭਾਵ ਕੀ ਹੈ ਵੀ ਜਿਵੇਂ ਜ਼ਿਮੀਂਦਾਰਾਂ ਦੀ ਚੰਗੀ ਖੇਤੀ ਹੋ ਜਾਵੇ ਨਾ, ਉਹਦਾ ਸਾਰਾ ਕਰਜ਼ਾ ਵੀ ਲੈ ਜਾਂਦਾ, 4 ਪੈਸੇ ਜੁੜ ਵੀ ਜਾਂਦੇ ਨੇ। ਜਿਹੜਾ ਕੋਈ ਘਾਟਾ ਹੁੰਦਾ ਉਹ ਵੀ ਸਾਰਾ ਨਾਸ ਹੋ ਜਾਂਦਾ ਹੈ, ਸਾਰੇ ਦੁੱਖ ਚਲੇ ਜਾਂਦੇ ਨੇ, ਦਲਿੱਦਰ ਚੱਕਿਆ ਜਾਂਦਾ ਹੈ। ਇਸੇ ਪ੍ਰਕਾਰ ਸੁਭ ਗੁਣਾ ਰੂਪੀ ਖੇਤੀ ਕਰਨ ਵਾਲੇ ਗੁਰਮੁਖ ਜਨਾਂ ਦਾ ਵਾਹਿਗੁਰੂ ਵੱਲੋਂ ਪਿਆ ਹੋਇਆ ਵਿਛੋੜਾ, 84 ਲੱਖ ਜੂਨਾਂ ਦਾ ਪਿਆ ਹੋਇਆ ਘਾਟਾ ਸਾਰਾ ਹੀ ਚੁੱਕਿਆ ਜਾਂਦਾ ਹੈ। ਇਹ ਕਿਰਪਾ ਹੋ ਜਾਂਦੀ ਹੈ। ਪੌੜੀ। ਅੱਗੇ ਪੌੜੀ ਕਥਨ ਕਰਦੇ ਨੇ ਗੁਰੂ ਅਮਰਦਾਸ ਮਹਾਰਾਜ। ਮਨਮੁਖ ਮੋਹ ਗੁਬਾਰ ਹੈ। ਮਨਮੁਖ ਜੀਵ ਦੇ ਹਿਰਦੇ ਵਿੱਚ ਮੋਹ ਦਾ ਗੁਬਾਰ ਗਾੜਾ ਹਨੇਰਾ ਪਿਆ ਹੋਇਆ ਹੈ। ਦੂਜਾ ਭਾਈ ਬੁੱਲੇ। ਇਸ ਕਰਕੇ ਹਰ ਵਕਤ ਦਵੈਸ਼ ਵਿੱਚ ਹੀ ਬੋਲਣਾ, ਜਿਹੜੇ ਵੀ ਬੋਲਦਾ ਹੈ ਦਵੈਸ਼ ਭਾਵਨਾ ਵਾਲੀ ਬੋਲਦਾ ਹੈ। ਦੂਜਾ ਭਾਈ ਸਦਾ ਦੁੱਖ ਹੈ। ਦਵੈਸ਼ ਭਾਵਨਾ ਚ ਲੱਗਣ ਕਰਕੇ ਹਮੇਸ਼ਾ ਹੀ ਕਸ਼ਟ ਹੁੰਦਾ ਹੈ, ਦੁੱਖ ਹੁੰਦਾ ਹੈ। ਕਿਉਂਕਿ ਨਿਤ ਨੀਰ ਰੁਲੇ। ਕਿਉਂਕਿ ਦਵੈਸ਼ ਭਾਵ ਵਾਲਾ ਪੁਰਖ ਹੈ ਨਿਤ ਨਿਤਾ ਪ੍ਰਤੀ ਸਕਾਮ ਕਰਮਾਂ ਰੂਪੀ ਨੀਰ ਪਾਣੀ ਨੂੰ ਬਿਰੋਲਾ ਰਿੜਕਦਾ ਰਹਿੰਦਾ ਹੈ। ਇਸ ਕਰਕੇ ਵਿਸ਼ੇ ਸੁਖ ਰੂਪੀ ਝੱਗ ਹੀ ਹੱਥ ਆਉਂਦੀ ਹੈ। ਪਾਣੀ ਨੂੰ ਰਿੜਕੀ ਝੱਗ ਤਾਂ ਦਿਖਦੀ ਹੈ ਥੋੜੀ ਜਿਹੀ, ਉਹ ਵੀ ਨਾਲ ਦੀ ਨਾਲ ਸਮਾਪਤ ਹੋ ਜਾਂਦੀ ਹੈ। ਤੇ ਪਰ ਇਹ ਜਿਹੜਾ ਵਿਸ਼ੇ ਭੋਗਨ ਰੂਪ ਝਾਗੀ ਤਾਂ ਨਜ਼ਰ ਆਉਂਦੀ ਹੈ, ਬ੍ਰਹਮਾਨੰਦ ਰੂਪੀ ਮੱਖਣ ਹੱਥ ਨਹੀਂ ਆਉਂਦਾ। ਇਸ ਕਰਕੇ ਜਲ ਮਥੀਆ ਜਲ ਦੇਖੀਆ ਭਾਈ, ਇਹ ਜਗ ਇਹ ਹੱਥ। ਇਹ ਤਾਂ ਪੋਖਰ ਨੀਰ ਬਰੋਲੀ ਹੈ, ਮੱਖਣ ਨਹੀਂ ਰੀਸਿਆ, ਉੱਥੇ ਮੱਖਣ ਨਹੀਂ ਉਹਦੇ ਚੋਂ ਨਿਕਲਦਾ ਹੈ। ਇਹ ਪ੍ਰਮਾਣ ਦਿੱਤਾ ਹੈ। ਗੁਰਮੁਖ ਨਾਮ ਧਿਆਈਐ। ਜਿਹੜਾ ਗੁਰਮੁਖ ਜਨ ਗੁਰਾਂ ਦੇ ਉਪਦੇਸ਼ ਦੁਆਰਾ ਨਾਮ ਅੰਮ੍ਰਿਤ ਨੂੰ ਧਿਆਉਣਾ ਕਰਦਾ ਹੈ। ਮਥ ਤਤ ਕਢੂਲੇ। ਉਹ ਮਥ ਰਿੜਕ ਕੇ ਭਾਵ ਵਿਚਾਰ ਕਰਕੇ ਤਤ ਸਿਧਾਂਤ ਰੂਪੀ ਮੱਖਣ ਨੂੰ ਘਡੋਲਾ ਕੱਢ ਲੈਂਦਾ ਹੈ। ਅੰਤਰ ਪ੍ਰਗਾਸ ਘਟ ਚਾਨਣਾ। ਉਹਦੇ ਘਟ ਹਿਰਦੇ ਦੇ ਅੰਦਰ ਗੁਰ ਉਪਦੇਸ਼ ਨੂੰ ਕਮਾਉਣ ਕਰਕੇ ਗਿਆਨ ਰੂਪੀ ਚਾਨਣਾ ਹੋ ਜਾਂਦਾ ਹੈ, ਜਾਂ ਸਰੂਪ ਦਾ ਚਾਨਣਾ ਹੋ ਜਾਂਦਾ ਹੈ। ਪ੍ਰੋਖ ਗਿਆਨ ਦੇ ਪ੍ਰਕਾਸ਼ ਵਾਲਾ ਚਾਨਣਾ ਹੋ ਜਾਂਦਾ ਹੈ। ਤੇ ਇਸ ਕਰਕੇ ਉਹਨੂੰ ਇਹ ਜਿਹੜਾ ਚਾਨਣਾ ਪ੍ਰਾਪਤ ਹੁੰਦਾ ਹੈ ਤੇ ਉਹਦੇ ਘਟ ਹਿਰਦੇ ਦੇ ਅੰਦਰ ਗੁਰ ਉਪਦੇਸ਼ ਨੂੰ ਕਮਾਉਣ ਕਰਕੇ ਹੀ ਗਿਆਨ ਸਰੂਪ ਦਾ ਤੇ ਜੋ ਪਰਮੇਸ਼ਰ ਹੈ, ਜਾਂ ਪ੍ਰੋਖ ਗਿਆਨ ਅਤੇ ਪ੍ਰਕਾਸ਼ ਚਾਨਣਾ, ਤੇ ਉਸੇ ਨੂੰ ਅਪਰੋਸ਼ ਗਿਆਨ ਦਾ ਚਾਨਣਾ ਤੇ ਉਸ ਨੂੰ ਪ੍ਰਾਪਤ ਹੋ ਜਾਂਦਾ ਹੈ। ਹਰ ਲੱਦਾ ਟੋਲੇ। ਉਹ ਅਪਰੋਖ ਗਿਆਨ ਦੁਆਰਾ ਹਰ ਪਰਮੇਸ਼ਰ ਨੂੰ ਟੋਲੇ ਖੋਜ ਕੇ ਲੱਭ ਲੈਂਦਾ ਹੈ। ਪਹਿਲਾਂ ਪ੍ਰੋਖ ਗਿਆਨ ਦਾ ਚਾਨਣਾ ਹੋਇਆ, ਫਿਰ ਅਪਰੋਕਸ਼ ਗਿਆਨ ਦੁਆਰਾ ਸਾਖਸ਼ਾਤ ਕਰ ਲਿਆ ਵਾਹਿਗੁਰੂ ਨੂੰ। ਆਪੇ ਭਰਮ ਭੁਲਾਏ ਦਾ। ਗੁਰਮੁਖ ਜਨ ਜਾਣਦੇ ਆ ਕਿ ਪਰਮੇਸ਼ਰ ਆਪ ਹੀ ਜੀਵਾਂ ਨੂੰ ਤਮੋ ਗੁਣ ਸੁਭਾਅ ਵਾਲੇ ਜਾਣ ਕੇ ਉਹਨਾਂ ਨੂੰ ਕੀਤੇ ਕਰਮਾਂ ਦਾ ਫਲ ਦੇਣ ਵਾਸਤੇ ਭਰਮ ਵਿੱਚ ਭੁਲਾ ਦਿੰਦਾ ਹੈ। ਕਿਛ ਕਹਿਣ ਨਾ ਜਾਈ। ਉਸ ਨੂੰ ਕੁਝ ਵੀ ਕਹਿਣਾ ਨਹੀਂ ਬਣਦਾ ਹੈ, ਕਿਹਾ ਨਹੀਂ ਜਾ ਸਕਦਾ ਹੈ। ਵਾਹੋ ਵਾਹੋ ਸੱਚੇ ਪਾਤਸ਼ਾਹ। ਇਹ ਸੱਚੇ ਪਾਤਸ਼ਾਹ ਤੂੰ ਵਾਹੋ ਬਿਸਮਾਦ ਹੈ, ਤੂੰ ਵਾਹੋ ਚਰਤ ਸਰੂਪ ਹੈ। ਤੂੰ ਸੱਚੀ ਨਾਈ। ਨਾਈ ਬੜੀ ਵਡਿਆਈ ਹੈ, ਉਹ ਵੀ ਮਹਿਮਾ ਵੀ ਮਹਾਰਾਜ ਸੱਚੀ ਆਵਾਜ਼ ਵਾਲਾ ਹੈ, ਤੂੰ ਸੱਚੀ ਹੈ ਵਡਿਆਈ ਤੇਰੀ। ਸ਼ਲੋਕ ਮਹਲਾ ਦੂਜੇ ਪਾਤਸ਼ਾਹ ਦਾ ਸ਼ਲੋਕ ਹੈ ਜੀ। ਨਾਨਕ ਚਿੰਤਾ ਮਤ ਕਰੋ। ਮਹਾਰਾਜ ਸਾਹਿਬ ਕਹਿੰਦੇ ਨੇ, ਕਿਉਂ ਸੋਚਾਂ ਸੋਚੀ ਜਾਂਦੇ ਹੋ, ਕਾਹੇ ਸੋਚ ਕਰਹਿ ਰਹੇ ਪ੍ਰਾਣੀ। ਕਿਉਂ ਸੋਚ ਕਰਦਾ ਜਿਵੇਂ ਬੰਜਵੇਂ ਜਾਮੇ ਚੁੱਕਿਆ। ਸੋਚ ਨਾ ਕਰ ਕੋਈ ਵੀ, ਨਾਨਕ ਚਿੰਤਾ ਮਤ ਕਰੋ। ਮਤਾਂ ਚਿੰਤਾ ਕਰੋ ਤੁਸੀਂ, ਤੇ ਜਿਹੜੀ ਤੇ ਆਉਣ ਵਾਲੇ ਸਮੇਂ ਦੀ ਚਿੰਤਾ ਜਿਹੜੀ ਸੋਚ ਹੈ, ਮਤਾਂ ਕਰੋ ਤੁਸੀਂ। ਚਿੰਤਾ ਤਿਸ ਹੀ ਹੈ। ਕਿਉਂਕਿ ਤੁਹਾਡੇ ਪਾਲਣ ਪੋਸ਼ਣ ਦੀ ਚਿੰਤਾ ਸੋਚ ਫਿਕਰ ਉਸ ਵਾਹਿਗੁਰੂ ਨੂੰ ਹੈ। ਸੋ ਕਰਤਾ ਚਿੰਤਾ ਕਰੇ ਜਿਹਨੂੰ ਉਪਾਇਆ ਜਗ। ਤੁਸੀਂ ਕੋਈ ਚਿੰਤਾ ਕਰਦੇ ਹੋ ਜਿਹਨੇ ਸੰਸਾਰ ਪੈਦਾ ਕੀਤਾ ਹੈ, ਤੇ ਉਹ ਸਾਧ ਸੰਗਤ ਜੀ ਮਹਾਰਾਜ ਸਾਹਿਬ ਕਹਿੰਦੇ ਉਹਨੂੰ ਚਿੰਤਾ ਹੈ ਸਾਰਿਆਂ ਦੀ। ਤੁਸੀਂ ਚਿੰਤਨ ਕਰੋ, ਚਿੰਤਾ ਨਾ ਕਰੋ। ਜਲ ਮਹਿ ਜੰਤ ਉਪਾਇਨ। ਤੇ ਪਾਣੀ ਦੇ ਵਿੱਚ ਜੀਵ ਪੈਦਾ ਕੀਤੇ ਹੋਏ ਹਨ। ਤਿਨਾ ਭੇ ਰੋਜੀ ਦੇ। ਉਹਨਾਂ ਨੂੰ ਵੀ ਤਾਂ ਰੋਜੀ ਦੇ ਹੀ ਹੈ। ਪਾਣੀ ਦੇ ਵਿੱਚ 42 ਲੱਖ ਜੀ ਜਲ ਮਹਿ ਹੋਤੇ, 42 ਲੱਖ ਜੂਨਾਂ ਜਿਹੜੀਆਂ ਪਾਣੀ ਦੇ ਵਿੱਚ ਜੀਵਨ,
ਉਹਨਾਂ ਨੂੰ ਵੀ ਤਾਂ ਰੋਜੀ ਦੇ ਰਿਹਾ ਹੈ। ਉਥੈ ਹਟ ਨਾ ਚੱਲਈ। ਤੇ ਉੱਥੋਂ ਦੇ ਦੱਸੋ ਸਮੁੰਦਰ ਦੇ ਵਿੱਚ ਕਿਹੜੀਆਂ ਹੱਟ ਦੁਕਾਨਾਂ ਚੱਲਦੀਆਂ ਨੇ? ਇਹਨੂੰ ਹੱਟ ਨਹੀਂ ਕਰਨਾ ਪਾਠ, ਹੱਟ ਹੱਟੀ ਤੋਂ ਭਾਵ ਹੈ ਉੱਥੇ ਹੱਟ ਕੋਈ ਦੁਕਾਨ ਨਹੀਂ ਚੱਲਦੀ ਹੈ ਜਿੱਥੋਂ ਕੋਈ ਸੌਦਾ ਲੈ ਲਵੇ। ਨਾ ਕੋ ਕਿਰਸ ਕਰੀ। ਨਾ ਹੀ ਕੋਈ ਉੱਥੇ ਕਿਰਸ ਖੇਤੀ ਕਰਦਾ ਵੀ ਜੋ 4 ਮਣ ਦਾਣੇ ਉੱਥੋਂ ਲੈ ਲਓ ਜੀ ਜ਼ਿਮੀਂਦਾਰ ਦੇ, ਉਹਦੀ ਖੇਤੀ ਉੱਥੇ ਤਾਂ ਖੇਤੀ ਵੀ ਨਹੀਂ ਕੋਈ ਕਰਦਾ ਪਾਣੀ ਵਿੱਚ। ਸੌਦਾ ਮੂਲ ਨਾ ਹੋਵੇ। ਉੱਥੇ ਸੌਦਾ ਵਣਜ ਵਪਾਰ ਕਰਨ ਵਾਲਾ ਕੋਈ ਵਪਾਰੀ ਨਹੀਂ, ਮੂਲ ਕਦਾਚਿਤ ਇਹ ਵੀ ਨਹੀਂ ਹੈ, ਉੱਥੇ ਨਹੀਂ ਹੋ ਰਿਹਾ। ਨਾ ਕੋ ਲਏ ਨਾ ਦੇ। ਨਾ ਕੋਈ ਉੱਥੇ ਸੌਦਾ ਲੈਂਦਾ ਨਾ ਕੋਈ ਦਿੰਦਾ। ਇਹ ਇਸ ਕਰਕੇ ਕਿਸੇ ਨੂੰ ਕੋਈ ਨਾ ਦਿੰਦਾ ਨਾ ਲੈਂਦਾ, ਉੱਥੇ ਇਹ ਵੀ ਵਪਾਰ ਲੈਣ ਦੇਣ ਦਾ ਨਹੀਂ ਹੈ। ਇੱਥੇ ਜੇ ਕੋਈ ਘਰ ਵਿੱਚ ਵਸਤੂ ਨਾ ਹੋਵੇ ਆਧਾਰ ਸੁਧਾਰ ਲੈ ਲਈਦੀ ਹੈ, ਉੱਥੇ ਤਾਂ ਇਹ ਵੀ ਨਹੀਂ ਹੈ। ਜੀਆ ਕਾ ਆਹਾਰ ਜੀ। ਤੇ ਉੱਥੇ ਜੀਵਾਂ ਦਾ ਭੋਜਨ ਜੀਏ ਬਣਾਤੇ, ਵੱਡੇ ਜੀ ਛੋਟਿਆਂ ਨੂੰ ਖਾਈ ਜਾਂਦੇ ਆ, ਇਹ ਉਹਨਾਂ ਦਾ ਭੋਜਨ ਬਣਾ ਦਿੱਤਾ ਹੈ। ਖਾਣਾ ਇਹੋ ਕਰੀ। ਇਹ ਭੋਜਨ ਹੀ ਖਾਣਾ ਕਰੇ ਕੀਤਾ, ਭਾਵ ਛੋਟੀਆਂ ਮੱਛੀਆਂ ਵੱਡੀਆਂ ਨੂੰ, ਤੇ ਜਿਹੜੀਆਂ ਸਾਸ ਜੀ ਛੋਟੀਆਂ ਮੱਛੀਆਂ ਨੂੰ ਵੱਡੀਆਂ ਮੱਛੀਆਂ ਖਾਈ ਜਾਂਦੀਆਂ ਨੇ। ਤੇ ਮਹਾਰਾਜ ਸਾਹਿਬ ਜੀ ਨੇ ਕਹਿੰਦੇ ਇਹ ਪਰਮੇਸ਼ਰ ਵਾਹਿਗੁਰੂ ਦੀ ਰਚਨਾ ਪਾਈ। ਇੱਕ ਨਾ ਛਤ ਹੀ ਅੰਮ੍ਰਿਤ ਪਾਹੇ, ਇੱਕ ਮਿਟਿਆ ਮਹਿ ਮਿਟਿਆ ਖਾਹੇ, ਇੱਕ ਪੌਣ ਸਮਾਰੀ ਪੌਣ ਸਮਾਰ, ਇੱਕ ਨਿਰੰਕਾਰੀ ਨਾਮ ਆਧਾਰ। ਇਹ ਸਭ ਕੁਝ ਵਾਹਿਗੁਰੂ ਦੇ ਆਪਣੇ ਹੁਕਮ ਦੇ ਵਿੱਚ ਹੈ, ਉਹ ਸਭ ਨੂੰ ਦੇ ਰਿਹਾ ਹੈ। ਵਿੱਚ ਉਪਾਏ ਸਾਇਰਾ। ਇਸ ਪ੍ਰਕਾਰ ਸਾਇਰਾਂ ਸਮੁੰਦਰ ਵਿੱਚ ਅਨੇਕਾਂ ਜੀਵ ਉਪਾਏ ਪੈਦਾ ਕੀਤੇ ਹਨ। ਤਿਨਾ ਭੀ ਸਾਰ ਕਰੀ। ਉਹਨਾਂ ਦੀ ਵੀ ਸਾਰ ਸੰਭਾਲ ਪਰਮੇਸ਼ਰ ਕਰੇ ਕਰਦਾ ਹੈ। ਤੇ ਇਸ ਕਰਕੇ ਤੂੰ ਸੋਚ ਕਿਉਂ ਕਰ ਰਿਹਾ ਹੈ, ਤੂੰ ਚਿੰਤਾ ਕਰ ਰਿਹਾ ਹੈ, ਇਹ ਚਿੰਤਾ ਕਰਨੀ ਯੋਗ ਨਹੀਂ ਹੈ। ਨਾਨਕ ਚਿੰਤਾ ਮਤ ਕਰੋ। ਮਹਾਰਾਜ ਸਾਹਿਬ ਕਹਿੰਦੇ ਹੈ ਭਾਈ ਆਉਣ ਵਾਲੇ ਸਮੇਂ ਦੀ ਚਿੰਤਾ ਜਿਹੜੀ ਬੇਬਲ ਹਾਲਤ ਹੋ ਜਾਣੀ ਹੈ ਨਾ ਮਨ ਦੀ, ਉਹਨੂੰ ਚਿੰਤਾ ਕਹਿੰਦੇ। ਸੋਚ ਮਤਾਂ ਕਰੋ ਤੁਸੀਂ। ਚਿੰਤਾ ਤਿਸ ਹੀ ਹੈ। ਕਿਉਂਕਿ ਸਾਰਿਆਂ ਦੇ ਪਾਲਣ ਪੋਸ਼ਣ ਦੀ ਚਿੰਤਾ ਸੋਚ ਉਸ ਵਾਹਿਗੁਰੂ ਨੂੰ ਹੈ। ਇਹ ਮਹਾਰਾਜ ਸਾਹਿਬ ਨੇ ਚਿੰਤਾ ਕਰਨ ਤੋਂ ਵੀ ਭਾਣੇ ਵਿੱਚ ਰਹੋ, ਦੁੱਖ ਸੁੱਖ ਭਾਣੇ ਦੇ ਵਿੱਚ ਹੈ, ਤੇ ਪਦਾਰਥ ਮਿਲਣਾ ਵਿਛੜਨਾ ਇਹ ਪ੍ਰਾਰਬਧ ਅਨੁਸਾਰ ਹੈ। ਅੱਗੇ ਹੁਣ ਮਹਾਰਾਜ ਸਾਹਿਬ ਜੀ ਫਰਮਾਉਂਦੇ ਨੇ ਮਹੱਲਾ ਪਹਿਲਾ। ਗੁਰੂ ਨਾਨਕ ਸਾਹਿਬ ਜੀ ਦਾ ਮਹੱਲਾ ਹੈ। ਗੁਰੂ ਨਾਨਕ ਦੇਵ ਜੀ ਕਰਤਾਰਪੁਰ ਸਾਹਿਬ ਸੰਗਤਾਂ ਨੂੰ ਤਾਰ ਰਹੇ ਸੀ। ਸੰਗਤਾਂ ਦੀ ਮਹਿਮਾ ਜਿਹੜੀ ਆ ਸਤਿਗੁਰਾਂ ਦੀ ਮਹਿਮਾ ਸੁਣ ਕੇ ਇੱਕ ਕਾਰੀਗਰਾਂ ਦਾ ਬੱਚਾ ਸੀ ਛੋਟੀ ਜੀ ਉਮਰ ਦਾ, ਉਹ ਵੀ ਸੰਗਤ ਵਿੱਚ ਆਉਣ ਲੱਗ ਗਿਆ। ਵੈਸੇ ਇੱਕ ਥਾਂ ਤਾਂ ਐਸਾ ਵੀ ਪੜਿਆ ਸੁਣਿਆ ਗਿਆ ਵੀ ਉਹ ਭਾਈ ਤਾਰਾ ਹੋਇਆ ਬਾਅਦ ਦੇ ਵਿੱਚ, ਵੀ ਉਹ ਕਿਤੇ ਸੰਗਤ ਨਾਲ ਲਾਹੌਰ ਤੋਂ ਆਇਆ ਹੋਇਆ ਸੀ ਤੇ ਉੱਥੇ ਆ ਕੇ ਮਹਾਰਾਜ ਸਾਹਿਬ ਜੀ ਸੰਗਤ ਕਰਿਆ ਕਰਦਾ ਸੀ। ਤੇ ਫਿਰ ਇੱਥੇ ਮਹਾਰਾਜ ਸਾਹਿਬ ਜੀ ਦੇ ਕੋਲ ਸੰਗਤ ਰਹਿੰਦੀ ਤਾਂ ਉਹ ਤੜਕੇ ਸਦੇਹਾ ਹੀ ਉੱਠ ਕੇ, ਉਹ ਵੱਡੇ ਮੂੰਹ ਨੇਰੇ ਸੀ ਬੱਚਾ ਛੋਟਾ ਜਾ, ਉਹ ਆਲਸੀ ਨਾ ਕਰਿਆ ਕਰੇ, ਨਹਾ ਧੋ ਕੇ ਸੰਗਤ ਬਹਿ ਜਾ ਕਰੇ, ਉਹ ਖੜਾ ਰਿਹਾ ਕਰੇ। ਗੁਰੂ ਨਾਨਕ ਸਾਹਿਬ ਦੇਖਦੇ ਰਹੇ ਵੀ ਬਾਕੀ ਬਹਿ ਜਾਂਦੇ, ਬੱਚਾ ਖੜਾ ਰਹਿੰਦਾ ਹੈ। ਤੇ ਮਹਾਰਾਜ ਸਾਹਿਬ ਜੀ ਨੇ ਸੰਗਤਾਂ ਨੂੰ ਕਿਹਾ, ਕਹਿੰਦੇ ਭਾਈ ਆ ਜਿਹੜਾ ਬੱਚਾ ਹੈ ਇਹਨੂੰ ਮੇਰੇ ਕੋਲ ਲੈ ਕੇ ਆਓ ਜਦੋਂ ਦੀਵਾਨ ਦੀ ਸਮਾਪਤੀ ਹੋ ਗਈ, ਆਸਾ ਦੀ ਵਾਰ ਦੀ ਲੈ ਕੇ ਆਏ। ਕਹਿੰਦੇ ਬੱਚਾ, ਹਾਂ ਮਹਾਰਾਜ। ਕਹਿੰਦੇ ਭਾਈ ਤੂੰ ਬੱਚਿਆਂ ਨੂੰ ਤਾਂ ਨੀਂਦ ਪਿਆਰੀ ਹੁੰਦੀ ਹੈ ਤੇ ਤੂੰ ਸੌਂਦਾ ਨਹੀਂ ਹੈ, ਤੂੰ ਉਸ ਵੇਲੇ ਸਾਵਧਾਨ ਹੋ ਕੇ ਸੰਗਤ ਤੋਂ ਵੀ ਪਹਿਲਾਂ ਹੀ ਆ ਜਾਂਦਾ, ਇਹ ਕੀ ਕਾਰਨ ਹੈ? ਤੂੰ ਫਿਰ ਖੜਾ ਹੀ ਰਹਿਣਾ। ਕਹਿੰਦਾ ਮਹਾਰਾਜ ਬੈਠਦਾ ਮੈਂ ਇਸ ਕਰਕੇ ਨਹੀਂ ਵੀ ਕਿਤੇ ਮੈਨੂੰ ਆਲਸ ਨਾ ਆ ਜਾਵੇ, ਮੈਂ ਤੁਹਾਡੇ ਬਚਨ ਸੁਣਦਾ ਰਹਾ, ਬਾਣੀ ਸੁਣਾ। ਕਹਿੰਦੇ ਤੂੰ ਹੈ ਜੇ ਛੋਟਾ ਜਾ, ਤੈਨੂੰ ਇਹ ਲਗਨ ਕਿੱਥੋਂ ਲੱਗੀ? ਦੋਵੇਂ ਹੱਥ ਜੋੜ ਕੇ ਕਹਿੰਦਾ ਜੀ ਸੱਚੇ ਪਾਤਸ਼ਾਹ, ਇੱਕ ਦਿਨ ਹੀ ਮੇਰੀ ਮਾਂ ਨੇ ਕਿਹਾ ਸੀ ਕਿ ਬੱਚਾ ਅੱਗ ਬਾਲ, ਚੁੱਲ੍ਹੇ 'ਚ ਮੈਂ ਆਟਾ ਗੁੰਨਦੀ ਹਾਂ, ਮੈਂ ਅੱਗ ਬਾਲਣ ਲੱਗਿਆ ਮੇਰੇ ਤੋਂ ਅੱਗ ਨਾ ਬਲੇ। ਤੇ ਮਾਂ ਨੇ ਦੇਖ ਲਿਆ, ਕਹਿੰਦੀ ਪੁੱਤ ਤੈਨੂੰ ਅੱਗ ਨਹੀਂ ਬਾਲਣੀ ਆਉਂਦੀ, ਅੱਗ ਇੱਕ ਨਹੀਂ ਬਲਦੀ, ਪਹਿਲਾਂ ਛੋਟੀਆਂ ਛੋਟੀਆਂ ਲੱਕੜਾਂ ਇਕੱਠੀਆਂ ਕਰਕੇ ਉਹਨੂੰ ਅੱਗ ਲਾ। ਕਹਿੰਦਾ ਜਦ ਮੈਂ ਛੋਟੀਆਂ ਲੱਕੜਾਂ ਨੂੰ ਅੱਗ ਲਾਈ ਵੱਡੀਆਂ ਨੂੰ ਆਵੇ ਲੱਗ ਗਈ। ਕਹਿੰਦਾ ਮਹਾਰਾਜ ਮੈਂ ਤਾਂ ਉਸੇ ਦਿਨ ਦਾ ਸੋਚਣ ਲੱਗ ਗਿਆ ਵੀ ਕੀ ਪਤਾ ਮੌਤ ਜਿਹੜੀ ਆ ਉਹ ਛੋਟਿਆਂ ਨੂੰ ਪਹਿਲਾਂ ਹੀ ਆਉਂਦੀ ਹੋਵੇ, ਵੱਡਿਆਂ ਨੂੰ ਤਾਂ ਆਉਣੀ ਹੋਈ ਹੈ, ਛੋਟੀਆਂ ਲੱਕੜਾਂ ਨੂੰ ਛੇਤੀ ਲੱਗਦੀ ਅੱਗ, ਕਾਲ ਵੀ ਤਾਂ ਅਗਨੀ ਹੋਈ ਹੈ, ਕਿਤੇ ਮੈਨੂੰ ਖਾ ਨਾ ਜਾਵੇ। ਮੈਂ ਉਹ ਤੋਂ ਬਚਣ ਵਾਸਤੇ ਮਹਾਰਾਜ ਤੁਹਾਡੇ ਚਰਨਾਂ 'ਚ ਆਇਆ। ਮਹਾਰਾਜ ਨੇ ਭਰ ਦਿੱਤੇ, ਕਹਿੰਦੇ ਵਾਹ ਬੱਚਾ, ਕਹਿੰਦੇ ਤੂੰ ਐਡਾ ਵਿਰਾਗਵਾਨ, ਉਮਰ ਛੋਟੀ ਜੀ ਆ, ਤੈਨੂੰ ਐਨੀ ਲਗਨ, ਸਿਆਣੇ ਨਹੀਂ ਪਹਿਰ ਪਹਿਰ ਦਿਨ ਚੜੇ ਤੱਕ ਸੁੱਤੇ ਰਹਿੰਦੇ ਨੇ, ਤੂੰ ਨਿੱਕਾ ਹੋਇਆ ਤੈਨੂੰ ਐਨਾ ਅੰਮ੍ਰਿਤ ਵੇਲਾ ਪਿਆਰਾ ਹੈ। ਮਹਾਰਾਜ ਨੇ ਵਰਤਾ, ਫਿਰ ਬ੍ਰਹਮ ਗਿਆਨੀ ਹੋਇਆ ਉਹ।
ਜਦੋਂ ਬਾਬਰ ਨੇ ਅੱਗ ਲਾਈ ਸੀ ਨਾ ਇਹਨੂੰ ਲਾਹੌਰ ਸ਼ਹਿਰ ਨੂੰ ਫੂਕਣ ਵਾਸਤੇ, ਇਹੀ ਭਾਈ ਤਾਰਾ ਸੀ ਜਿਹਨੇ ਅੱਗ ਬੁਝਾਉਣ ਵਾਸਤੇ ਨਾ, ਤੇ ਬੜੇ ਭਾਰੀ ਪ੍ਰਸੰਗ ਆਉਂਦੇ ਆ। ਤੇ ਉਸ ਵੇਲੇ ਬਾਬਰ ਦੀਆਂ ਫੌਜਾਂ ਨੇ ਕਿਹਾ ਤੈਨੂੰ ਪਤਾ ਨਹੀਂ ਭਾਂਬੜ ਤਾਂ ਉੱਚੇ ਉੱਚੇ ਮੱਚਦੇ ਆ, ਤੇਰੀ ਆ ਬਾਲਟੀਆਂ ਦੇ ਨਾਲ ਅੱਗ ਨਹੀਂ ਬੁਝਣ ਵਾਲੀ। ਕਹਿੰਦਾ ਮੈਨੂੰ ਵੀ ਪਤਾ ਹੈ। ਕਹਿੰਦੇ ਫਿਰ ਅੱਗ ਕਿਉਂ ਬੁਝਾਉਣਾ? ਬਹੁਤ ਸਾਰੇ ਅੱਗ ਦੇ ਵਿੱਚੋਂ ਜਿਉਂਦੇ ਇਹਨੇ ਨਾਲ ਹੋਰ ਵੀ ਲੱਗੇ ਸੀ, ਇਹਦੇ ਨਾਲ ਜਿਉਂਦੇ ਬੱਚੇ ਬੀਬੀਆਂ ਭਾਈ ਬਚਾਏ ਸੀ ਇਹਨੇ। ਉਹ ਕਹਿੰਦੇ ਫਿਰ ਤੈਨੂੰ ਪਤਾ ਅੱਗ ਬੁਝਣ? ਕਹਿੰਦਾ ਵੀ ਮੈਂ ਸਾਬਤ ਕਰਨਾ ਵੀ ਲਾਹੌਰ ਦੇ ਵਿੱਚ ਅੱਗ ਲਾਉਣ ਵਾਲੇ ਨਹੀਂ ਰਹਿੰਦੇ, ਇੱਥੇ ਅੱਗ ਬੁਝਾਉਣ ਵਾਲਾ ਵੀ ਹੈਗਾ ਕੋਈ। ਮੈਂ ਤਾਂ ਇਹ ਸਾਬਤ ਕਰਨਾ ਮੈਂ ਗੁਰੂ ਨਾਨਕ ਦਾ ਸਿੱਖ ਹਾਂ। ਗੁਰੂ ਨਾਨਕ ਦਾ ਸਿੱਖ ਅੱਗ ਲਾਉਂਦਾ ਨਹੀਂ, ਅੱਗ ਬੁਝਾਉਂਦਾ ਹੈ। ਮੈਂ ਇਹ ਸਾਬਤ ਕਰਨ ਵਾਸਤੇ ਇਹ ਆਪਣੇ ਆਪ ਨੂੰ ਪੇਸ਼ ਕੀਤਾ ਹੈ। ਉਹ ਜਿੰਨੇ ਸੀ ਫੜੇ ਹੋਏ ਕਹਿੰਦੇ ਵੀ ਰਿਹਾ ਕਰ ਦਿੱਤੇ। ਇੱਕ ਥਾਂ ਤਾਂ ਇਹ ਲਿਖਿਆ ਹੈ, ਇੱਕ ਤਾਂ ਇਹ ਲਿਖਿਆ ਵੀ ਉਹਨੂੰ ਸ਼ਹੀਦ ਕਰ ਦਿੱਤਾ ਸੀ, ਇਸ ਕਰਕੇ ਭਾਈ ਤਾਰੇ ਨੂੰ ਪਹਿਲਾ ਸ਼ਹੀਦ ਵੀ ਮੰਨਿਆ ਜਾਂਦਾ ਹੈ। ਤੇ ਇਸ ਪ੍ਰਕਾਰ ਵੀ ਸਾਧ ਸੰਜੀ ਹੈ। ਅੱਗੇ ਫਰਮਾਨ ਕਰਦੇ ਮਹਾਰਾਜ ਉਹਦੇ ਪਰਸਾਂ ਫਿਰ ਸ਼ਬਦ ਉਚਾਰਿਆ ਉਸ ਬੱਚੇ ਦੇ। ਭਾਈ ਤਾਰਾ ਜਦੋਂ ਬਚਪਨ ਦੇ ਵਿੱਚ ਸੀ, ਨਾਨਕ ਇਹੋ ਜੀਉ ਮਛਲੀ। ਮਾਰੇ ਕਹਿੰਦੇ ਸੰਗਤ ਜੀ ਤੁਸੀਂ ਵੀ ਸੁਣੋ, ਬੱਚੇ ਦੇ ਪਰਥਾਏ ਕਹਿੰਦੇ ਅੱਜ ਉਪਦੇਸ਼ ਕਰਦੇ ਆ। ਇਹ ਜੀਓ ਜੀਵ ਤਾਂ ਮਛਲੀ ਮੱਛੀ ਦੀ ਨਿਆਈ ਹੈ ਭਾਈ, ਉਹਦੀ ਨਿਆਈ ਸਮਝਣਾ ਕਰੋ। ਧੀਰ ਤ੍ਰਿਸ਼ਨਾ ਕਾਲ। ਸਤਿਗੁਰੂ ਜੀ ਕਥਨ ਕਰਦੇ ਐ ਇਹ ਮੱਛੀ ਦੀ ਨਿਆਈ ਹੈ ਤੇ ਤ੍ਰਿਸ਼ਨਾਲੂ ਜੀਵ ਨੂੰ ਪਕੜਨ ਵਾਲਾ ਜਿਹੜਾ ਕਾਲ ਹੈ ਉਹ ਝੀਵਰ ਹੈ, ਜਿਵੇਂ ਮੱਛੀਆਂ ਫੜਨ ਵਾਲਾ ਹੁੰਦਾ। ਤ੍ਰਿਸ਼ਨਾਲੂ ਜੀਵ ਹੀ ਮੱਛੀ ਦੀ ਨਿਆਈ ਤੇ ਕਾਰ ਰੂਪੀ ਝੀਵਰ ਸਮਝਣਾ। ਮਛਲੀ ਜਾਲ ਨਾ ਜਾਣਿਆ ਖਰ ਸਾਰਾ ਅਸਕਾਹ। ਤੇ ਇਸ ਪ੍ਰਕਾਰ ਅੱਗੇ ਕਥਨ ਕਰਦੇ ਹਨ। ਮਨੁਆ ਅੰਧ ਨਾ ਚੇਤਈ। ਇਹ ਅੰਨਾ ਗਿਆਨੀ ਮਨ ਵਾਲਾ ਵਾਹਿਗੁਰੂ ਨੂੰ ਤਾਂ ਕਾਲ ਨੂੰ ਜਾਂ ਵਾਹਿਗੁਰੂ ਨੂੰ ਚੇਤੇ ਨਹੀਂ ਕਰਦਾ, ਕਾਲ ਨੂੰ ਚੇਤੇ ਨਹੀਂ ਕਰਦਾ ਹੈ। ਪੜੈ ਅਚਿੰਤਾ ਜਾਲ। ਇਹਨੂੰ ਪੜ੍ਹੈ ਪਾਠ ਨਹੀਂ ਕਰਨਾ, ਪੜ੍ਹੈ ਇਹਨੂੰ ਪੋਲਾ ਬੋਲਣਾ। ਇਸ ਕਰਕੇ ਅਚਿੰਤਾ ਅਚਨਚੇਤ ਕਾਲ ਦਾ ਜਾਲ ਇਹਨੂੰ ਪਾ ਜਾਣਾ, ਫਸਾ ਲੈਣਾ ਕਾਲ ਨੇ। ਨਾਨਕ ਚਿਤ ਅਚੇਤ ਹੈ। ਸਤਿਗੁਰੂ ਜੀ ਕਥਨ ਕਰਦੇ ਨੇ ਅਗਿਆਨੀ ਜੀਵ ਦਾ ਚਿੱਤ ਹਿਰਦਾ ਜਿਹੜਾ ਹਿਰਦਾ ਪਰਮੇਸ਼ਰ ਦੇ ਅਚੇਤ ਚੇਤਨ ਤੋਂ ਰਹਿਤ ਹੈ, ਚਿੰਤਨ ਨਹੀਂ ਕਰਦਾ। ਇਸ ਕਰਕੇ ਉਹਨੂੰ ਫਿਰ ਮੌਤ ਦੀ ਜਿਹੜੀ ਚਿੰਤਾ ਹੈ, ਚਿੰਤਾ ਬੱਧਾ ਜਾਏ। ਉਹ ਮੌਤ ਦੀ ਚਿੰਤਾ ਸੋਚ ਵਿੱਚ ਬੱਧਾ ਬੱਝਾ ਹੋਇਆ ਬਾਸ਼ਨਾ ਅਨੁਸਾਰ ਲੋਕ ਪਰਲੋਈ ਆਉਂਦਾ ਜਾਂਦਾ ਹੈ। ਨਦਰ ਕਰੇ ਜੇ ਆਪਣੀ। ਜੇ ਪਰਮੇਸ਼ਰ ਜੀਵਾਂ ਦੇ ਉੱਤੇ ਆਪਣੀ ਕਿਰਪਾ ਦ੍ਰਿਸ਼ਟੀ ਕਰ ਦੇਵੇ ਤਾਂ ਆਪੇ ਲਈ ਮਿਲਾਏ। ਗੁਰਾਂ ਦੁਆਰਾ ਆਪਣੇ ਆਤਮਾ ਰੂਪ ਆਪਣੇ ਸੱਚ ਸਰੂਪ ਪਰਮੇਸ਼ਰ ਆਪਣੇ ਸੱਚ ਸਰੂਪ ਦੇ ਨਾਲ ਮਿਲਾ ਲੈਂਦਾ ਹੈ। ਪੌੜੀ। ਅੱਗੇ ਪੌੜੀ ਕਥਨ ਕਰਦੇ ਨੇ ਗੁਰੂ ਅਮਰਦਾਸ ਮਹਾਰਾਜ ਜੀ। ਸੇ ਜਨ ਸਾਚੇ ਸਦਾ ਸਦਾ। ਸੇ ਉਹ ਪੁਰਖ ਪਿੱਛੇ ਵੀ ਸੱਚੇ ਸੀ, ਹੁਣ ਵੀ ਸੱਚੇ ਨੇ, ਅੱਗੇ ਨੂੰ ਵੀ ਸਦਾ ਸਦਾ ਉਹ ਸੱਚੇ ਹੋਣਗੇ। ਤੇ ਇਸ ਕਰਕੇ ਜਿਨ੍ਹਾਂ ਦੇ ਅੰਦਰ ਸੱਚ ਹੈ, ਜਿਨੇ ਹਰ ਰਸ ਪੀਤਾ। ਕੌਣ? ਜਿਨ੍ਹਾਂ ਨੇ ਨਾਮ ਦਾ ਰਸ ਪੀਤਾ, ਹੁਣ ਵੀ ਸੱਚੇ, ਪਿੱਛੇ ਵੀ ਸੱਚੇ, ਅੱਗੇ ਨੂੰ ਵੀ ਸੱਚੇ ਹੋਣਗੇ। ਉਹ ਹਰ ਪਰਮੇਸ਼ਰ ਵਾਹਿਗੁਰੂ ਦੇ ਪ੍ਰੇਮ ਰਸ ਨੂੰ ਜਿਨ੍ਹਾਂ ਨੇ ਪੀਤਾ ਹੈ। ਗੁਰਮੁਖ ਸੱਚਾ ਮਨ ਵਸੈ। ਗੁਰਮੁਖ ਜਨਾਂ ਦੇ ਹਿਰਦੇ ਪਰਮੇਸ਼ਰ ਵਸੇ ਵਸਦਾ ਹੈ। ਗੁਰਮੁਖ ਸੱਚਾ ਮਨ ਵਸੈ। ਗੁਰਮੁਖ ਜਨਾਂ ਦੇ ਮਨ ਹਿਰਦੇ ਵਿੱਚ ਸੱਚਾ ਪਰਮੇਸ਼ਰ ਵਸੇ ਵਸਦਾ ਹੈ। ਸੱਚ ਸੌਦਾ ਕੀਤਾ। ਉਹਨਾਂ ਨੇ ਗੁਰਾਂ ਦੁਆਰਾ ਸੱਚੇ ਨਾਮ ਦਾ ਸੌਦਾ ਬਣਜ ਕੀਤਾ ਹੈ। ਸਭ ਕਿਛ ਘਰ ਹੀ ਮਾਹੇ ਹੈ। ਸਾਰਾ ਕੁਝ ਹਿਰਦੇ ਰੂਪੀ ਘਰ ਦੇ ਵਿੱਚ ਹੀ ਹੈ ਭਾਈ। ਉੱਡ ਭਾਗੀ ਲੀਤਾ। ਵੱਡਿਆਂ ਭਾਗਾਂ ਵਾਲਿਆਂ ਨੇ ਲੀਤਾ ਲੈਣਾ ਕੀਤਾ ਪਰਮੇਸ਼ਰ ਦੇ ਸਾਧ ਸੰਗਤ ਰੂਪੀ ਘਰ ਵਿੱਚ। ਪਰਮੇਸ਼ਰ ਦਾ ਘਰ ਕੀ ਹੈ? ਸਾਧ ਸੰਗਤ ਰੂਪ। ਨਿਜ ਘਰ ਮੇਰੋ ਸਾਧ ਸੰਗਤ ਨਾਰਦ ਮੁਨ। ਪਰਮੇਸ਼ਰ ਦੀ ਸਾਧ ਸੰਗਤ ਰੂਪੀ ਘਰ ਦੇ ਸਭ ਕੁਝ ਪਦਾਰਥ ਹਨ, ਪਰ ਵੱਡਿਆਂ ਭਾਗਾਂ ਕਰਮਾਂ ਵਾਲਿਆਂ ਨੇ ਗੁਰਾਂ ਦੁਆਰਾ ਪ੍ਰਾਪਤ ਕੀਤਾ ਹੈ। ਅੰਤਰ ਤ੍ਰਿਸ਼ਨਾ ਮਰ ਗਈ। ਜਿਨ੍ਹਾਂ ਦੇ ਹਿਰਦੇ ਵਿੱਚ ਰਸਾਂ ਕਸਾਂ ਭੋਗਾਂ ਦੀ ਤ੍ਰਿਸ਼ਨਾ ਮਰ ਗਈ, ਨਿਵਰਤ ਹੋ ਗਏ। ਹਰ ਗੁਣ ਗਾਵੀਤਾ। ਉਹ ਵਾਹਿਗੁਰੂ ਦੇ ਗੁਣਾਂ ਨੂੰ ਗਾਵੀਤਾ ਗਾਉਂਦੇ ਹਨ, ਹੋਰਨਾਂ ਨੂੰ ਗਵਾਉਂਦੇ, ਭਾਵ ਗਵਾਉਣਾ ਕਰਦੇ ਨੇ, ਹੋਰਾਂ ਕੋਲੋਂ ਗਵਾਉਂਦੇ, ਆਪ ਵੀ ਗਾਉਂਦੇ ਹਨ। ਆਪੀ ਮੀਲ ਮਿਲਾਇਨ। ਪਰਮੇਸ਼ਰ ਉਹਨਾਂ ਨੂੰ ਪਰਮੇਸ਼ਰ ਨੇ ਆਪੇ ਆਪ ਹੀ ਗੁਰਾਂ ਦੁਆਰਾ ਗੁਣ ਗਾਉਣ ਦੀ ਸਿੱਖਿਆ ਜਿਹੜੀ ਹੈ, ਇਹ ਸਾਰਾ ਅੱਖਰ ਬੋਲੋ ਜੀ ਸਾਰੇ। ਆਪੇ ਦੇ ਬੁਝਾਈ। ਉਹਨਾਂ ਨੂੰ ਪਰਮੇਸ਼ਰ ਆਪੇ ਆਪ ਹੀ ਗੁਰਾਂ ਦੁਆਰਾ ਗੁਣ ਗਾਉਣ ਦੀ ਸਿੱਖਿਆ ਬੁਝਾਈ, ਸਮਝਾ ਦਿੰਦਾ ਹੈ। ਤੇ ਇਹ ਬੁਝਾਈ ਕਸ ਕੇ ਹੀ ਬੋਲਣਾ, ਇਹਨੂੰ ਵੀ ਬੁਝਾਈ ਸਮਝਾ ਦਿੰਦਾ ਹੈ।
ਫਿਰ ਆਪੇ ਆਪ ਹੀ ਆਪਣੇ ਸਰੂਪ ਦੇ ਮੇਲ ਵਿੱਚ ਮਿਲਾ ਲੈਂਦਾ ਹੈ। ਵਾਹ ਵਾਹ ਸੱਚੇ ਪਾਤਸ਼ਾਹ, हे ਸੱਚੇ ਪਾਤਸ਼ਾਹ ਤੂੰ ਵਾਹ ਚਰਜ ਹੈ, ਤੂੰ ਵਾਹ ਵਿਸਮਾਦ ਰੂਪ ਹੈ, ਤੂੰ ਸੱਚੀ ਨਾਈ, ਤੂੰ ਆਪ ਹੀ ਸੱਚੀ ਨਾਈ ਮਹਿਮਾ ਵਾਲਾ ਹੈ। ਤੇਰੀ ਮਹਿਮਾ ਸੱਚੀ ਵਡਿਆਈ ਸੱਚੀ ਹੈ, ਤੇਰੀ ਆਵਾਜ਼ ਤੂੰ ਸੱਚੀ ਮਹਿਮਾ ਵਡਿਆਈ ਆਵਾਜ਼ ਵਾਲਾ ਹੈ। ਸ਼ਲੋਕ ਮਹੱਲਾ ਪਹਿਲਾ। ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਸ਼ਲੋਕ ਗੁਰੂ ਨਾਨਕ ਸਾਹਿਬ ਜੀ ਉਚਾਰਨ ਕਰਦੇ। ਇੱਕ ਪ੍ਰੇਮੀ ਨੇ ਆ ਕੇ ਸਤਿਗੁਰਾਂ ਨੂੰ ਬੇਨਤੀ ਕੀਤੀ, ਮਹਾਰਾਜ ਮੈਨੂੰ ਵੀ ਉਪਦੇਸ਼ ਦਿਓ ਕੁਛ। ਸੁਣ ਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਵਸਤਰਾਂ ਦਾ ਦ੍ਰਿਸ਼ਟਾਂਤ ਦੇਣਗੇ। ਪਹਿਲਾਂ ਜਿੱਥੋਂ ਕਪਾਹ ਸ਼ੁਰੂ ਹੁੰਦੀ ਹੈ, ਫਿਰ ਕਿਵੇਂ ਉਹ ਕਪਾਹ ਦੇ ਵਿੱਚੋਂ ਬੜੇਵੇਂ ਕੱਢੇ ਜਾਂਦੇ ਨੇ, ਕਿਵੇਂ ਉਹ ਕੱਤਿਆ ਜਾਂਦਾ, ਇਹ ਸਾਰਾ ਪ੍ਰਕਰਨ ਹੈ। ਇਹ ਪ੍ਰਕਰਨ ਦੁਆਰਾ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਹਨ। ਵੇਲ ਪਿੰਨਾਇਆ, ਇਹ ਨੰਨ੍ਹਾ ਭਾਈ ਇਸ ਪ੍ਰਕਾਰ ਬੇਲ ਪਿੰਨਾਇਆ ਕਹਿੰਦੇ, ਜਿਵੇਂ ਕਪਾਹ ਨੂੰ ਪਹਿਲਾਂ ਬੇਲਣੇ ਵਿੱਚ ਦੀ ਕੱਢ ਕੇ ਬੇਲਿਆ ਜਾਂਦਾ ਹੈ, ਤੇ ਜਿਸ ਤੋਂ ਫਿਰ ਰੂੰ ਤਿਆਰ ਹੁੰਦੀ ਹੈ। ਕੱਤ ਬਣਾਇਆ, ਫਿਰ ਉਸ ਨੂੰ ਰੂੰ ਨੂੰ ਸਾਸਨੀ ਬੇਲ ਉਹਨੂੰ ਬੇਲਣੇ ਦੇ ਵਿੱਚ ਬੇਲਿਆ ਜਾਂਦਾ, ਕੱਢਿਆ ਜਾਂਦਾ, ਰੂੰ ਤਿਆਰ ਹੋ ਜਾਂਦੀ ਹੈ। ਫਿਰ ਜਿਹੜਾ ਪਿੰਜਿਆ ਜਾਂਦਾ ਉਸ ਨੂੰ, ਤੇ ਫਿਰ ਕੱਤ ਬੁਣਾਇਆ, ਪੂਣੀਆਂ ਬਣਾ ਕੇ ਕੱਤਿਆ ਜਾਂਦਾ ਹੈ। ਫਿਰ ਜੁਲਾਹੇ ਤੋਂ ਬਸਤਰ ਸਾਸਨ ਜੀ ਬਣਾਇਆ ਉਣਾਇਆ ਜਾਂਦਾ, ਭਾਵ ਬਣਾਇਆ ਜਾਂਦਾ ਹੈ। ਕੱਟ ਕੁੱਟ ਕਰ, ਤੇ ਫਿਰ ਉਸ ਬਸਤਰ ਨੂੰ ਕੱਟ ਕੁੱਟ ਭਾਵ ਟੁਕੜੇ ਟੁਕੜੇ ਕਰਕੇ ਖੁੰਬ ਚੜਾਇਆ। ਇਹਨੂੰ ਖੁੰਬ ਨਹੀਂ ਕਰਨਾ, ਜਾਣੀ ਖੁੰਬ ਚੜਾਇਆ ਬੱਬਾ ਹੈ। ਫਿਰ ਉਸ ਨੂੰ ਖੁੰਬ ਦੇ ਉੱਤੇ ਚੜਾਇਆ ਜਾਂਦਾ ਹੈ। ਇਸ ਪ੍ਰਕਾਰ ਇਹ ਪੁਰਾਣੇ ਪ੍ਰਕਰਨ ਜਿਹੜੇ ਨੇ ਉਹਦੀ ਪੁਰਾਣੀਆਂ ਉਸ ਵੇਲੇ ਦੀਆਂ ਵਸਤਰ ਬੁਣਨ ਦੇ, ਅੱਜ ਕੱਲ ਤਾਂ ਮਸ਼ੀਨਾਂ ਬਣ ਗਈਆਂ ਨਾ, ਉਸ ਵੇਲੇ ਜਿਹੜਾ ਸੀ ਉਹਦਾ ਪ੍ਰਮਾਣ ਹੈ। ਲੋਹਾ ਵੱਡੇ ਦਰਜੀ ਪਾੜੇ, ਫਿਰ ਉਸ ਵਸਤਰ ਨੂੰ ਲੋਹਾ ਕਿਹੜਾ ਹੈ, ਕੈਂਚੀ, ਲੋਹੇ ਦੀ ਕੈਂਚੀ ਹੁੰਦੀ ਹੈ, ਉਹ ਵੱਢਦੀ ਹੈ, ਕੱਟ ਦਿੰਦੀ ਹੈ। ਤੇ ਫਿਰ ਉਸ ਦਰਜੀ ਨੂੰ ਜਿਹੜਾ ਵਸਤਰ ਬਣਾਉਣ ਵਾਲਾ ਹੈ, ਤੇ ਉਹ ਦਰਜੀ ਫਿਰ ਲੀਰ ਕਰਕੇ ਉਹਨੂੰ ਪਾੜ ਦਿੰਦਾ ਪਹਿਲਾਂ ਤਾਂ ਵਸਤਰ ਨੂੰ, ਫਿਰ ਉਸ ਨੂੰ ਸੂਈ ਧਾਗਾ ਸੀਵੈ, ਫਿਰ ਸੂਈ ਤੇ ਧਾਗੇ ਦੇ ਨਾਲ ਸੀਵਿਆ ਸਿਉਂ ਦਿੰਦਾ, ਇਉਂ ਵਸਤਰ ਬਣਾਉਂਦਾ। ਇਉਂ ਪਤ ਪਾਟੀ ਸਿਫਤੀ ਸੀਪੈ, ਇਉਂ ਫਿਰ ਭਾਈ ਉਹ ਜਿਹੜਾ ਵਸਤਰ ਹੈ ਉਹ ਪੱਤ ਢਕਣ ਦੇ ਕੰਮ ਆਉਂਦਾ, ਨਗੇਸ਼ ਢਕਦਾ ਹੈ। ਤੇ ਇਧਰ ਮਹਾਰਾਜ ਕਹਿੰਦੇ ਇਉਂ ਪਤ ਪਾਟੀ ਸਿਫਤੀ ਸੀਪੈ। ਇਸੇ ਪ੍ਰਕਾਰ ਜਿਹੜੀ ਪਤ ਇੱਜ਼ਤ ਵਾਹਿਗੁਰੂ ਵੱਲੋਂ ਬੇਮੁਖੋਂ ਰੂਪੀ ਪਾਟੀ ਹੋਈ ਆ ਨਾ, ਉਹ ਸਿਫਤੀ ਪਰਮੇਸ਼ਰ ਦੀ ਸਿਫਤ ਸਲਾਹ ਕਰਕੇ ਸੀਪੈ ਸਿਉਂਤੀ ਜਾਂਦੀ ਹੈ। ਤੇ ਮਹਾਰਾਜ ਸਾਹਿਬ ਅੱਗੇ ਦੱਸਦੇ ਨੇ, ਨਾਨਕ ਜੀਵਤ ਜੀਵੈ। ਸਤਿਗੁਰੂ ਜੀ ਕਥਨ ਕਰਦੇ ਨੇ, ਫਿਰ ਜੀਵਤ ਮੁਕਤੀ ਨੂੰ ਪਾ ਕੇ ਜੀਵਤ ਜੀਵੈ ਜਿਉਂਦਾ ਰਹਿੰਦਾ, ਜਾਂ ਜੀਵਤ ਰੂਪ ਪਰਮੇਸ਼ਰ ਨੂੰ ਪਾ ਕੇ ਜਿਉਂਦਾ ਰਹਿੰਦਾ, ਜੀਵਨ ਮੁਕਤੀ ਨੂੰ ਪਾ ਕੇ ਜੀਵੈ ਜਿਉਂਦਾ ਰਹਿ ਸਕਦਾ ਹੈ, ਭਾਵ ਉਸ ਦੀ ਰੂਹ ਨੂੰ ਕਾਲ ਨਹੀਂ ਖਾ ਸਕਦਾ। ਫਿਰ ਇਹ ਦੱਸਿਆ ਹੈ। ਹੋਏ ਪੁਰਾਣਾ ਕੱਪੜ ਪਾਟੈ, ਇਹ ਕੱਪੜੇ ਦਾ ਹੀ ਪ੍ਰਕਰਨ ਚੱਲਦਾ ਜੀ। ਕੱਪੜ ਜਿਹੜਾ ਪੁਰਾਣਾ ਹੋ ਜਾਂਦਾ, ਬਹੁਤ ਹੀ ਪੁਰਾਣਾ, ਉਹੀ ਭੁਰਨ ਲੱਗ ਜਾਂਦਾ ਹੱਥ ਲਾਈ। ਤੇ ਇਸ ਪ੍ਰਕਾਰ ਫਿਰ ਉਹ ਜਦੋਂ ਹੋਏ ਪੁਰਾਣਾ ਕੱਪੜ ਪਾਟ ਜਾਂਦਾ ਹੈ। ਸੂਈ ਧਾਗਾ ਗੰਢੈ, ਉਹ ਵਸਤਰ ਨੂੰ ਸੂਈ ਤੇ ਧਾਗੇ ਨਾਲ ਜੋੜ ਦਿੰਦੇ ਆ। ਫਿਰ ਵੀ ਚਲੋ ਜੀ ਟਾਕੀ ਲਾ ਲਓ ਇਸ ਨੂੰ, ਜਾਂ ਸੀ ਲਓ ਇਸ ਨੂੰ, ਪਾਟ ਗਿਆ ਵਸਤਰ। ਮਾਹੋ ਪਖ ਕਿਹੋ ਚੱਲੈ ਨਾਹੀ, ਉਹ ਪੁਰਾਣਾ ਹੋਣ ਕਰਕੇ ਵਸਤਰ ਮਾਹ ਮਹੀਨਾ ਵੀ ਨਹੀਂ ਚੱਲਦਾ, ਕਿਤੇ ਪੱਖ 15 ਦਿਨ ਨਹੀਂ ਚੱਲਦਾ, ਕਿਹੋ ਕੁਝ ਵੀ ਸਮਾਂ ਉਹ ਚੱਲਦਾ ਨਹੀਂ ਹੈ, ਕਿਉਂਕਿ ਪੁਰਾਣਾ ਹੋ ਗਿਆ। ਘੜੀ ਮੋਹਤ ਕਿਛ ਹੰਡੈ, ਉਹ ਕੇਵਲ 2 ਘੜੀਆਂ ਮੋਹਤ, ਅੱਧੀ ਘੜੀ ਹੰਡੈ। ਕੀ ਹੋ ਗਿਆ, ਜਿਹੜੇ ਥੋੜਾ ਸਮਾਂ ਹੰਡਾ ਲਿਆ ਮੁੜ ਕੇ ਫੇਰ ਪੜ ਜਾਂਦਾ। ਇਹ ਵਸਤਰ ਦਾ ਪ੍ਰਕਰਨ ਸੁਣਾ ਰਹੇ ਨੇ ਮਹਾਰਾਜ। ਸੱਚ ਪੁਰਾਣਾ ਹੋਵੇ ਨਾਹੀ, ਸੱਚਾ ਨਾਮ ਰੂਪੀ ਵਸਤਰ ਕਦੇ ਪੁਰਾਣਾ ਹੀ ਨਹੀਂ ਹੁੰਦਾ। ਕਹਿੰਦੇ ਇਹ ਵਸਤਰ ਪਹਿਨੋ, ਸੀਤਾ ਕਦੇ ਨਾ ਪਾਟੈ। ਇਹਨੂੰ ਕਦੇ ਭਾਈ ਉਹ ਸੀਤਾ ਨਾ ਬਣ ਜਵੇ। ਸੀਤਾ ਤਾਂ ਰਾਮ ਵਾਲੀ ਸੀਤਾ ਬਣ ਗਈ ਨਾ, ਸੀਤਾ ਕਸ ਕੇ ਬੋਲਣਾ ਹੈ। ਉਹ ਸੀਤਾ ਹੋਇਆ, ਸਿਉਂਦਾ ਹੋਇਆ। ਤੇ ਫਿਰ ਜਿਹੜਾ ਕਹਿੰਦੇ ਸੀਤਾ ਕਦੇ ਨਾ ਪਾਟੈ, ਉਹ ਇੱਕ ਵਾਰੀ ਸਿਉਂਇਆ ਗਿਆ ਪਰਮੇਸ਼ਰ ਦੇ ਨਾਲ, ਤੇ ਸਿਉਂਤਾ ਹੋਇਆ, ਫਿਰ ਕਦੇ ਵੀ ਪਾੜਦਾ ਨਹੀਂ, ਜੁਦਾ ਨਹੀਂ ਹੁੰਦਾ ਵਾਹਿਗੁਰੂ ਵੱਲੋਂ। ਸੱਚਾ ਨਾਮ ਰੂਪੀ ਵਸਤਰ, ਸੱਚ ਬੋਲਣ ਰੂਪੀ ਵਸਤਰ, ਤੇ ਸਤ ਪ੍ਰਤਿੱਗੀ ਹੋਣਾ ਵਸਤਰ, ਇਹ ਨਹੀਂ ਕਦੇ ਵੀ ਪਾੜਦਾ। ਇੱਕ ਵਾਰੀ ਸੀਤਾ ਗਿਆ, ਪਾੜਦਾ ਨਹੀਂ ਹੈ, ਫਿਰ ਬੇਇੱਜ਼ਤੀ ਨਹੀਂ ਹੁੰਦੀ ਹੈ। ਨਾਨਕ ਸਾਹਿਬ ਸੱਚੋ ਸੱਚਾ। ਸਤਿਗੁਰੂ ਜੀ ਕਥਨ ਕਰਦੇ ਹੈ ਕਿ ਉਹ ਸਾਹਿਬ ਪਰਮੇਸ਼ਰ ਮਾਲਕ
ਸੱਚੋ ਨਿਸ਼ਚੈ ਕਰਕੇ ਸੱਚਾ ਹੈ। ਤੇ ਜਦ ਤੱਕ ਸਰੀਰ ਵਿੱਚ ਸਵਾਸ ਚੱਲਦੇ ਹੈ ਤੇ ਮਹਾਰਾਜ ਸਾਹਿਬ ਜੀ ਇਹ ਫਰਮਾਨ ਕਰਦੇ ਹੈ, ਤਿਚਰ ਬੋਲੋ ਜੀ। ਤਿਚਰ ਜਾਪੀ ਜਾਪੈ, ਤਿਚਰ ਉਨਾ ਚਿਰ ਜਾਪੀ ਤੇ ਜਪਣੇ ਵਾਲੇ ਹੋ ਕੇ ਉਸ ਦੇ ਨਾਮ ਨੂੰ ਜਾਪੈ, ਜਪਣਾ ਕਰੇ ਤਾਂ ਆਪ ਹੀ ਮੁਕਤੀ ਦੀ ਪ੍ਰਾਪਤੀ ਹੋ ਜਾਏਗੀ। ਇਸੇ ਪ੍ਰਕਾਰ ਜੇ ਸ਼ਲੋਕ ਮਹੱਲਾ ਪਹਿਲਾ। ਤੇ ਸ਼ਲੋਕ ਮਹੱਲਾ ਪਹਿਲੇ ਦੇ ਵਿੱਚ ਮਹਾਰਾਜ ਸਾਹਿਬ ਜੀ ਉਹ ਤਾਂ ਬਾਹਜ ਦਾ ਜਿਹੜਾ ਭਾਵ ਇੱਕ ਸਿੱਖਿਆ ਦੇਣ ਵਾਸਤੇ ਦ੍ਰਿਸ਼ਟਾਂਤ ਹੈ, ਜਿਹੜਾ ਵੀ ਰੂਹ ਕਿਵੇਂ ਤਿਆਰ ਹੋਈ, ਬੜੇਵੇਂ ਕਿਵੇਂ ਕੱਢੇ, ਬੇਲਣਾ, ਹੁਣ ਅੰਤਰੀਵ ਲੈਣਗੇ ਸਾਰਾ ਕੁਝ। ਇਹ ਤਾਂ ਬਾਹਰ ਦਾ ਦ੍ਰਿਸ਼ਟਾਂਤ ਲੈ ਕੇ ਬ੍ਰਹਮ ਗਿਆਨ ਬਖਸ਼ਣ ਲੱਗੇ ਮਹਾਰਾਜ। ਦੱਸਦੇ ਹਨ ਜੀ ਵੇਲ ਪਿੰਜਾਇਆ, ਜਿਸ ਤਰ੍ਹਾਂ ਦਇਆ ਰੂਪੀ ਕਪਾਹ ਨੂੰ ਪਹਿਲਾਂ ਪੈਦਾ ਕਰਕੇ ਬੈਰਾਗ ਰੂਪੀ ਬੇਲਣੇ ਵਿੱਚ ਉਹਦੇ ਵਿੱਚ ਦੀ ਕੱਢ ਕੇ, ਜਾਣੀ ਜਿਹੜਾ ਬੈਰਾਗ ਧਾਰਨ ਕਰ ਲਿਆ ਉਹਦੇ ਵਿੱਚ ਦੀ ਮਨ ਨੂੰ ਕੱਢ ਦਿੱਤਾ, ਬੇਲਣਾ ਕੀਤਾ ਪਹਿਲਾਂ, ਭਾਵ ਬੈਰਾਗ ਰੂਪੀ ਬੇਲਣੇ ਦੇ ਨਾਲ ਸਕਾਮ ਕਰਮਾ ਰੂਪੀ ਬੜੇਵਿਆਂ ਨੂੰ ਕੱਢ ਕੇ ਬਖ ਕੱਢ ਦਿੱਤਾ, ਤੇ ਉਹ ਫਿਰ ਸ਼ਰਧਾ ਰੂਪੀ ਰੂਹ ਨੂੰ ਧਾਰਨ ਕਰ ਲਿਆ। ਫਿਰ ਹਿਰਦੇ ਵਿੱਚ ਵਿਵੇਕ ਨੂੰ ਧਾਰਨ ਕਰ ਰੂਪੀ ਤੇ ਅੱਗੇ ਇਹਨੂੰ ਪਿੰਜਣਾ ਕੀਤਾ ਹੈ। ਤੇ ਫਿਰ ਇਸ ਤੋਂ ਬਾਅਦ ਕਤ ਹੁਣਾਇਆ, ਇਸ ਤੋਂ ਬਾਅਦ ਫਿਰ ਕਰਨਾ, ਮੈਤਰੀ, ਮੁਦਤਾ, ਅਪੇਖਿਆ ਰੂਪੀ ਪੂਣੀਆਂ ਬਣਾ ਕੇ ਵਿਚਾਰ ਜਾਂ ਗਿਆਨ ਰੂਪੀ ਚਰਖੇ ਦੇ ਨਾਲ ਮੋਹ ਦਾ ਤਿਆਗ ਰੂਪੀ ਤਕੜਾ ਜਿਹਦੇ 'ਚ ਪਾਇਆ ਹੈ। ਭਗਤੀ ਰੂਪੀ ਇਹਦੇ 'ਚ ਸਾਸ ਨਹੀਂ, ਮਾਲ ਪਾਈ ਹੋਈ ਆ, ਜਿਹੜਾ ਧਾਗਾ ਜਿਹਾ ਹੁੰਦਾ ਉਹਨੂੰ ਮਾਲ ਕਹਿੰਦੇ ਆ, ਡੋਰ ਨੂੰ, ਉਹ ਪਾ ਕੇ ਕਤਣਾ ਕੀਤਾ ਹੈ। ਤੇ ਫਿਰ ਖੱਟ ਸੰਪਤੀ ਮੋਖ ਇੱਛਾ ਰੂਪੀ ਬਸਤਰ ਦੇ ਤਾਈਂ ਇਉਂ ਬੁਣਨਾ ਕੀਤਾ ਹੈ। ਕੱਟ ਕੁੱਟ ਕਰ ਖੁੰਭ ਚੜਾਇਆ, ਫਿਰ ਸਰਵਣ ਕਰਕੇ ਜਿਹੜਾ ਪ੍ਰਮਾਣਗਤ ਸੰਸ ਹੈ ਉਹਨੂੰ ਕੱਟਣਾ ਕੀਤਾ, ਮੇਟਣਾ ਕਰੇ। ਭਾਵ ਪ੍ਰਮਾਣਗਤ ਸੰਸਾ ਕੀ ਹੈ ਕਿ ਵਿਦਾਂਤ ਸ਼ਾਸਤਰ ਜਿਹੜਾ ਬ੍ਰਹਮ ਦਾ ਪ੍ਰਤੀਪਾਦਕ ਹੈ ਕਿ ਅਨਿਆ ਵਸਤੂ ਦਾ ਪ੍ਰਤੀਪਾਦਕ ਹੈ। ਗੁਰਬਾਣੀ ਜਿਹੜਾ ਬ੍ਰਹਮ ਨੂੰ ਇੱਕ ਨੂੰ ਕਥਨ ਕਰਦੀ ਹੈ ਜਾਂ ਦਵੈਤ ਨੂੰ ਕਥਨ ਕਰਦੀ, ਇਹਨੂੰ ਪ੍ਰਮਾਣਗਤ ਸੰਸਾ ਕਹਿੰਦੇ ਨੇ। ਇਹਨੂੰ ਸਰਵਣ ਕਰਕੇ ਮੇਟਣਾ ਕਰੇ। ਤੇ ਇਸ ਕਰਕੇ ਫਿਰ ਕੱਟ, ਇਹ ਤਾਂ ਕੱਟ ਹੋ ਗਿਆ। ਹੁਣ ਅੱਗੇ ਆ ਗਿਆ ਕੁੱਟ ਕਰ। ਕੱਟ ਦੇ ਅਰਥ ਹੋਏ ਨਾ ਕੁੱਟ ਕਰ। ਕੁੱਟ ਕਰ ਗੁਰਾਂ ਦੇ ਉਪਦੇਸ਼ ਜਾਂ ਮਹਾਵਾਕਾਂ ਨੂੰ ਮੰਨਣ ਕਰਕੇ ਪ੍ਰਮੇਯਗਤ ਸੰਸਾ ਜਿਹੜਾ ਉਹਦਾ ਪ੍ਰਮਾਣਗਤ ਸੰਸਾ ਜੀ ਨਾ, ਪ੍ਰਮੇਯਗਤ ਸੰਸੇ ਨੂੰ ਕੁੱਟ ਕੱਟਣਾ ਮੇਟਣਾ ਕਰੇ। ਪ੍ਰਮੇਯਗਤ ਸੰਸਾ ਕਿਹੜਾ ਹੈ ਕਿ ਮੈਂ ਬ੍ਰਹਮ ਹਾਂ ਕਿ ਹੋਰ ਹਾਂ, ਮੈਂ ਜੀਵ ਹਾਂ ਕਿ ਬ੍ਰਹਮ ਹਾਂ, ਭਾਵ ਮੇਰੇ ਵਿੱਚ 6 ਵਿਕਾਰ ਨੇ, ਈਸ਼ਵਰ ਦੇ 6 ਗੁਣ। ਇਸ ਸੰਸੇ ਨੂੰ ਗੁਰ ਉਪਦੇਸ਼ ਦਾ ਮੰਨਣ ਕਰਕੇ ਮੇਟਣਾ ਕਰੇ। ਇਹ ਹੋ ਗਿਆ ਕੁੱਟਕਾਰ। ਤੇ ਫਿਰ ਇਸ ਨੂੰ ਅੱਗੇ ਖੁੰਭ ਚੜਾਇਆ, ਤੇ ਖੁੰਭ ਚੜਾਇਆ ਜਿਹੜਾ ਨਿਧਿਆਸਨ ਕਰਨ ਰੂਪ ਖੁੰਭ ਤੇ ਚਾੜਨਾ ਕੀਤਾ। ਸਜਾਤੀ ਬਿਰਤੀ ਦਾ ਗ੍ਰਹਿਣ ਤੇ ਵਿਜਾਤੀ ਬਿਰਤੀ ਦਾ ਤਿਆਗ ਕਰਨਾ, ਨਿਧਿਆਸਨ ਕਰਕੇ ਵਿਪਰਜੈ ਬੁੱਧੀ ਨੂੰ ਮੇਟਣਾ ਕਰੇ। ਭਾਵ ਵਿਪਰਜੈ ਬੁੱਧੀ ਇਹ ਹੈ ਕਿ ਮੈਂ ਦੇਹ ਹਾਂ ਜਾਂ ਬ੍ਰਹਮ ਰੂਪ ਨਹੀਂ, ਮੈਂ ਦੇਹ ਹਾਂ ਬ੍ਰਹਮ ਰੂਪ ਨਹੀਂ ਹਾਂ, ਇਹ ਵਿਪਰਜੈ ਬੁੱਧੀ ਹੈ। ਉਲਟ ਸਮਝਣਾ, ਮੇਰੇ ਨਾਲੋਂ ਆਤਮਾ ਵੱਖਰਾ ਹੈ, ਇਹ ਉਲਟ ਹੋ ਗਿਆ। ਇਹ ਵਿਪਰਜੈ ਬੁੱਧੀ ਨਿਧਿਆਸਨ ਦੁਆਰਾ ਮੇਟਣਾ ਕਰੇ। ਜਿਵੇਂ ਖੁੰਭ ਚੜਾ ਕੇ ਵਸਤੂ ਨੂੰ ਸੁੱਧ ਕਰ ਲਈਦਾ, ਨਿਰਮਲ ਕਰੇ, ਇਉਂ ਇਸ ਪ੍ਰਕਾਰ ਵਿਪਰਜੈ ਮੈਲ ਨੂੰ ਦੂਰ ਕਰਨਾ ਕਰੇ। ਲੋਹਾ ਵੱਡੇ ਦਰਜੀ ਪਾੜੇ, ਵਿਚਾਰ ਰੂਪੀ ਲੋਹੇ ਦੀ ਕੈਂਚੀ ਨਾਲ ਲੋਭ ਰੂਪੀ ਬਸਤਰ ਨੂੰ ਵੱਢਣਾ ਕਰੇ। ਰਜੋਗੁਣ ਬਿਰਤੀ ਨੂੰ ਵੱਢਣਾ ਕਰੇ। ਲੋਭ ਆਦਿ ਸਾਰੀ ਆਸਰੀ ਸੰਪਤਾ ਨੂੰ ਵੱਢਣਾ ਕਰੇ। ਸੂਈ ਧਾਗਾ ਸੀਵੈ, ਤੇ ਫਿਰ ਇਸ ਤਰ੍ਹਾਂ ਸੂਈ ਤੇ ਧਾਗਾ ਕਿਹੜਾ ਉਹ ਵੀ ਦੱਸਦੇ ਆ, ਪਰ ਇਹ ਲੋਹਾ ਵੱਡੇ ਦਰਜੀ ਪਾੜੇ, ਇਹਦਾ ਅਰਥ ਰਹਿ ਗਿਆ ਸੀ ਜੀ ਦਰਜੀ ਪਾੜੇ। ਦਰਜੀ ਜੋ ਦਰ ਦਾ ਅਰਥ ਹੈ ਅੰਦਰ, ਜੀਵਤ ਭਾਵ ਹੈ, ਜੀਵ ਤੇ ਈਸ਼ ਦੇ ਜਿਹੜਾ ਭੇਦ ਗਿਆਨ ਹੈ, ਇਸ ਨੂੰ ਗੁਰ ਉਪਦੇਸ਼ ਦੁਆਰਾ ਮਹਾਂਵਾਕਾਂ ਦੁਆਰਾ ਕੀ ਕਰੇ, ਪਾੜਨਾ ਕਰੇ ਇਸ ਨੂੰ। ਹਾਂ ਹੁਣ ਬੋਲੋ ਜੀ ਸੂਈ ਧਾਗਾ। ਸੂਈ ਧਾਗਾ ਸੀਵੈ, ਸੂਈ ਧਾਗਾ ਸੀਵੈ, ਬ੍ਰਹਮਾਕਾਰ ਬਿਰਤੀ ਰੂਪੀ ਸੂਈ ਗੁਰ ਉਪਦੇਸ਼ ਜਾਂ ਮਹਾਂਵਾਕਾਂ ਰੂਪੀ ਧਾਗੇ ਦੇ ਨਾਲ ਜੀਵ ਈਸ਼ ਦੀ ਏਕਤਾ ਨੂੰ ਸੀਵਣਾ ਕਰੇ। ਬਾਚ ਅਰਥ ਦਾ ਤਿਆਗ ਕਰਕੇ ਜੋ ਲਖ ਅਰਥ ਨੂੰ ਗ੍ਰਹਿਣ ਕਰਕੇ ਏਕਤਾ ਕਰਨੀ ਹੈ ਨਾ, ਇਹ ਸੀਵਣਾ ਕਰੇ। ਇਉ ਪਤ ਪਾਟੀ ਸਿਫਤੀ ਸੀਪੈ, ਇਉਂ ਇਸ ਪ੍ਰਕਾਰ ਜਿਹੜੀ ਪਤ ਇੱਜ਼ਤ ਪਰਮੇਸ਼ਰ ਨਾਲੋਂ ਅਲਪਗਤਾ ਪੁਣੇ ਕਰਕੇ ਪਾਟੀ ਹੋਈ ਹੈ, ਉਸ ਨੂੰ ਵਾਹਿਗੁਰੂ ਦੀ ਸਿਫਤ ਸਲਾਹ ਕਰਕੇ ਮਹਾਰਾਜ ਸਾਹਿਬ ਕਹਿੰਦੇ ਸੀਪੈ, ਸਿਉਣਾ ਕਰੇ। ਭਾਵ ਜੀਵ ਈਸ਼ ਦੀ ਜਿਹੜੀ
ਏਕਤਾ ਕਰਨਾ ਕਰੇ। ਨਾਨਕ ਜੀਵਤ ਜੀਵੈ। ਸਤਿਗੁਰੂ ਕਥਨ ਕਰਦੇ ਇਸ ਪ੍ਰਕਾਰ ਜੀਵਨ ਮੁਕਤੀ ਨੂੰ ਪਾ ਕੇ ਜਿਉਂਦਾ ਹੀ ਜੀਵਨ ਮੁਕਤੀ ਨੂੰ ਪਾ ਕੇ ਸਰੀਰ ਦੇ ਖਤਮ ਹੋਣ ਤੋਂ ਪਹਿਲਾਂ ਜਿਉਂਦਾ ਰਹੇਗਾ। ਭਾਵ ਕਦੇ ਵੀ ਮੌਤ ਬਖਸ਼ਣ ਨਹੀਂ ਕਰਦੀ ਹੈ। ਤੇ ਇਸ ਪ੍ਰਕਾਰ ਇਹਦੇ ਵੀ ਦੋ ਪਾਠਨ ਭਾਈ। ਇਹ ਜੀਵ ਤਜੀਵੈ, ਇਹ ਪਹਿਲਾਂ ਦੱਸਣਾ ਚਾਹੀਦਾ ਸੀ, ਇੱਥੇ ਸਮਝ ਲਓ, ਪਹਿਲਾਂ ਕਿਤੇ ਚੇਤੇ ਨਹੀਂ ਰਿਹਾ। ਉਹ ਜੀਵਪਣੇ ਨੂੰ ਤੀਜੀਆ ਤਿਆਗ ਦੇਵੇਗਾ, ਪਰ ਮੁੱਖ ਪਾਠ ਉਹੀ ਰੱਖਣਾ ਹੈ। ਤੋ ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਨੇ ਨਾਨਕ ਜੀਵਤ ਜੀਵੈ, ਨਾਨਕ ਜੀਵਤ ਜੀਵੈ, ਇਹ ਅਰਥ ਵਾਸਤੇ ਲਿਆ ਹੈ। ਮੁੱਖ ਪਾਠ ਇਹੀ ਸਮਝਣਾ। ਹਾਂਜੀ, ਅੱਗੇ ਚੱਲੋ ਜੀ। ਹੋਏ ਪੁਰਾਣਾ ਕੱਪੜ ਪਟ। ਜੇਕਰ ਸਕਾਮੀ ਪੁਰਖ ਦੇਵ ਦੇਹੀ ਨੂੰ ਪਾ ਕੇ ਦੇਵ ਦੇਹ ਨੂੰ ਪਾ ਵੀ ਲੈਣ ਤਾਂ ਦੇਵ ਦੇਹੀ ਵਿੱਚ ਉਮਰ ਪੂਰੀ ਹੋ ਗਈ ਤਾਂ ਦੇਵ ਪੁਣੇ ਵਾਲਾ ਸਰੀਰ ਉਹੀ ਕੱਪੜਾ ਜਿਹੜਾ ਪਾਟ ਹੀ ਜਾਂਦਾ ਨਾ। ਹੋਏ ਪੁਰਾਣਾ ਕੱਪੜ ਪਟ ਹੈ। ਜਪ ਤਪ ਕਰਕੇ ਧਾਰਨ ਕੀਤਾ ਹੋਇਆ ਦੇਵ ਪੁਣੇ ਵਾਲਾ ਸਰੀਰ, ਉਹ ਵਸਤਰ ਆਖਰ ਨੂੰ ਪੁਰਾਣਾ ਹੀ ਹੋ ਜਾਂਦਾ ਨਾ। ਜਪ ਤਪ ਕਰਕੇ ਦੇਹ ਰੂਪੀ ਵਸਤਰ ਧਾਰਨ ਕੀਤਾ ਹੋਇਆ ਇੱਕ ਦਿਨ ਬੇਪਰਦੀ ਰੂਪ ਪੁਰਾਣਾ ਹੀ ਹੋ ਜਾਂਦਾ। ਨਾਂਗੇ ਆਵਣ ਨਾਂਗੇ ਜਾਣਾ, ਫਿਰ ਤਾਂ ਉੱਥੇ ਵਸਤਰ ਕੋਈ ਨਹੀਂ ਹੈ। ਇਸ ਪ੍ਰਕਾਰ ਸੂਈ ਧਾਗਾ ਗੰਢੈ। ਸੂਈ ਧਾਗਾ ਗੰਢੈ, ਉਹ ਪੁਰਖ ਫਿਰ ਬਾਸਨਾ ਰੂਪੀ ਸੂਈ ਤੇ ਸਕਾਮ ਕਰਨ ਵਾਲਾ ਰੂਪੀ ਧਾਗੇ ਨਾਲ ਜਪ ਤਪ ਕਰਨ ਲਈ ਵੀ ਗੰਢਣਗੇ ਇਸ ਨੂੰ। ਮਾਹੋ ਪਖ ਕਿਹੋ ਚੱਲੈ ਨਾਹੀ। ਤੇ ਮਾਹੋ ਭਾਵ ਕਲਪ ਪ੍ਰਿਯੰਤ ਤੇ ਪਖ ਭਾਵ ਜੁਗ ਪ੍ਰਿਯੰਤ, ਕਿਹੋ ਕੁਛ ਵੀ ਚੱਲਦਾ ਨਹੀਂ। ਭਾਵ ਕੀ ਹੈ ਵੀ ਉਹ ਬਹੁਤੀ ਦੇਰ ਫੇਰ ਨਹੀਂ ਚੱਲਦਾ। ਘੜੀ ਮੋਹਤ ਕਿਛ ਹੰਡੈ। ਘੜੀ ਭਾਵ ਕਿਸੇ ਦੀ 1000 ਬਰੇ, ਮੋਹਤ ਕਿਸੇ ਦੀ 100 ਬਰੇ। ਹੰਡੇ ਹੰਡਦਾ ਚੱਲਦਾ ਹੈ, ਭਾਵ ਅੰਤ ਨੂੰ ਨਾਸ ਹੀ ਹੋ ਜਾਂਦਾ ਹੈ। ਸੱਚ ਪੁਰਾਣਾ ਹੋਵੇ ਨਾਹੀ। ਸੱਚਾ ਕੌਣ ਹੈ? ਪਰਮੇਸ਼ਰ। ਉਹ ਨਹੀਂ ਕਦੇ ਪੁਰਾਣਾ ਹੁੰਦਾ। ਪਰਮੇਸ਼ਰ ਸਦਾ ਹੀ ਇੱਕ ਰਸ ਰਹਿੰਦਾ ਹੈ, ਜਾਂ ਸਦਾ ਨਵੀਨ ਸਰੂਪ ਹੈ। ਉਹ ਪਰਮੇਸ਼ਰ ਵਾਹਿਗੁਰੂ ਕਿ ਜਿਵੇਂ ਕਿ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਕਥਨ ਕੀਤਾ ਹੈ, ਉਹ ਨਹੀਂ ਪੁਰਾਣਾ ਹੁੰਦਾ। ਉਹ ਪਰਮੇਸ਼ਰ ਵਾਹਿਗੁਰੂ ਹੈ। ਐਸਾ ਜੋ ਵਾਹਿਗੁਰੂ ਪਰਮੇਸ਼ਰ ਹੈ, ਸੀਤਾ ਕਦੇ ਨਾ ਪਟੈ। ਤੇ ਜਿਨ੍ਹਾਂ ਨੇ ਉਸ ਦੇ ਨਾਲ ਬ੍ਰਹਮਾਕਾਰ ਬਿਰਤੀ ਦੁਆਰਾ ਜਾਂ ਗੁਰ ਸ਼ਬਦ ਦੁਆਰਾ ਪ੍ਰੇਮ ਰੂਪੀ ਧਾਗੇ ਦੇ ਨਾਲ ਜ਼ਿੰਦਗੀ ਰੂਪੀ ਵਸਤਰ ਨੂੰ ਛੂਹ ਲਿਆ ਹੈ, ਉਹ ਕਦੇ ਵੀ ਪਾਟੇ ਪਾਟਦੇ ਨਹੀਂ। ਭਾਵ ਉਹਨਾਂ ਨੂੰ ਅਖੰਡ ਚੇਤਨ ਦੇਹ ਪ੍ਰਾਪਤ ਹੋ ਜਾਂਦੀ ਹੈ। ਨਾਨਕ ਸਾਹਿਬ ਸੱਚੋ ਸੱਚਾ। ਤੇ ਸਤਿਗੁਰੂ ਮਹਾਰਾਜ ਜੀ ਕਥਨ ਕਰਦੇ, ਜੋ ਸੱਚਾ ਨਿਸ਼ਚੈ ਕਰਕੇ ਸਾਹਿਬ ਮਾਲਕ ਪਰਮੇਸ਼ਰ ਦਾ ਸੱਚਾ ਨਾਮ ਹੈ। ਤੇ ਉਹ ਜਿਹੜਾ ਪਰਮੇਸ਼ਰ ਦਾ ਨਾਮ ਹੈ, ਤਿਚਰ ਜਾਪੀ ਜਾਪੈ। ਜਿਤਨਾ ਚਿਰ ਸਰੀਰ ਵਿੱਚ ਸੁਆਸਨ ਤਿਚਰ, ਉਨਾ ਚਿਰ ਉਹਦੇ ਜਾਪ ਨੂੰ ਜਪੀ ਜਾਵੇ। ਜਦੋਂ ਅਭੇਤਾ ਹੋਗੀ ਫਿਰ ਆਪ ਹੀ ਜਾਪ ਅਤੇ ਜਾਪੀ ਇੱਕੋ ਰੂਪ ਹੋ ਜਾਣਗੇ। ਭਾਵ ਜੀਵ ਈਸ਼ ਦੀ ਏਕਤਾ ਹੋ ਜਾਏਗੀ। ਮਹੱਲਾ ਪਹਿਲਾ। ਅੱਗੇ ਮਹੱਲਾ ਮਹਾਰਾਜ ਸਾਹਿਬ ਨੇ ਕਥਨ ਕੀਤਾ ਹੈ, ਜਿਸ ਵਕਤ ਗੁਰੂ ਨਾਨਕ ਦੇਵ ਜੀ ਪਾਕਪਟਨ ਵਿੱਚ ਗਏ ਹਨ ਤਾਂ ਸਤਿਗੁਰੂ ਮਹਾਰਾਜ ਸਾਹਿਬ ਦਾ ਆਉਣ ਸੁਣ ਕੇ ਸ਼ੇਖ ਬ੍ਰਹਮ ਉੱਥੇ ਸਾਧ ਸੰਜੀ ਮਹਾਰਾਜ ਸਾਹਿਬ ਦੀ ਆਪਣੀ ਅਕਲ ਦੇ ਅਨੁਸਾਰ, ਇਹ ਪੋਤਾ ਚੇਲਾ ਸੀ ਫਰੀਦ ਸਾਹਿਬ ਦਾ, ਉਹ ਬੱਕਰਾ ਮਾਰ ਕੇ ਮਹਾਰਾਜ ਦੇ ਕੋਲ ਲਿਆਇਆ ਪ੍ਰਾਹੁਣਚਾਰੀ। ਕਹਿਣ ਲੱਗਾ, ਸਤਿਗੁਰੂ ਜੀ ਇਹ ਬੱਕਰਾ ਹਲਾਲ ਕੀਤਾ ਹੋਇਆ ਮਾਸ ਹੈ, ਕਿ ਤੁਸੀਂ ਖਾ ਲਓ। ਗੁਰੂ ਸਾਹਿਬ ਜੀ ਕਹਿੰਦੇ, ਸ਼ੇਖ ਬ੍ਰਹਮ ਕਹਿੰਦੇ, ਤੂੰ ਕੀ ਸਮਝਿਆ ਵੀ ਅਸੀਂ ਮਾਸ ਖਾਣੇ ਫਕੀਰ ਹਾਂ? ਤੇ ਨਹੀਂ ਭਾਈ, ਅਸੀਂ ਤਾਂ ਸਿੱਖਾਂ ਨੂੰ ਵੀ ਨਹੀਂ ਖਾਣ ਦਿੰਦੇ, ਇਸ ਲਈ ਬੱਕਰੇ ਨੂੰ ਚੁੱਕ ਕੇ ਲੈ ਜਾਣਾ ਕਰ। ਤੇ ਉਸ ਵੇਲੇ ਦਾ ਰਿਵਾਜ ਸੀ ਵੀ ਮੁਸਲਮਾਨ ਕਲਮਾ ਪੜ੍ਹ ਕੇ ਹਲਾਲ ਕੀਤਾ ਹੋਇਆ ਮੁਸਲਮਾਨ ਸੀ ਜਿਹੜੇ ਹਿੰਦੂਆਂ ਨੂੰ ਖਿਲਾਉਣ ਲੱਗੇ ਤਾਂ ਕਿ ਮੁਸਲਮਾਨ ਬਣ ਜਾਣ। ਅਪਾਖਿਆ ਕਾ ਕੁੱਠਾ ਬੱਕਰਾ ਖਾਣਾ, ਚੌਕੀ ਉੱਪਰ ਕਿਸੇ ਨਾਲ ਜਾਣਾ, ਪ੍ਰਮਾਣ ਦਿੱਤਾ ਹੈ। ਤਾਂ ਮਹਾਰਾਜ ਸਾਹਿਬ ਜੀ ਕਹਿੰਦੇ, ਭਾਈ ਅਸੀਂ ਤਾਂ ਮਨ ਰੂਪੀ ਬੱਕਰੇ ਨੂੰ ਮਾਰਨ ਵਾਲੇ ਹਾਂ। ਇਹ ਸੁਣ ਕੇ ਸ਼ੇਖ ਬ੍ਰਹਮ ਕਹਿਣ ਲੱਗਾ, ਸਤਿਗੁਰੂ ਮਨ ਰੂਪੀ ਬੱਕਰਾ ਕਿਵੇਂ ਮਾਰਿਆ ਜਾਂਦਾ ਹੈ, ਸਾਨੂੰ ਵੀ ਦੱਸ ਦਿਓ। ਇਹ ਸੁਣ ਕੇ ਸਤਿਗੁਰੂ ਜੀ ਨੇ ਸ਼ੇਖ ਬ੍ਰਹਮ ਨੂੰ ਉੱਤਰ ਦਿੰਦਿਆਂ ਹੋਇਆਂ ਮਹੱਲਾ ਉਚਾਰਨ ਕਰਕੇ ਸਰਬ ਸਾਂਝਾ ਉਪਦੇਸ਼ ਦਿੰਦੇ ਹਨ। ਸੱਚ ਕੀ ਕਾਤੀ ਸੱਚ ਸਭ ਸਾਰ। ਜੋ ਸੱਚ ਸੱਚਾ ਸਭ ਸਾਰਿਆਂ ਦੀ ਸਾਰ ਸੰਭਾਲ ਕਰਨ ਵਾਲਾ ਹੈ, ਉਹ ਸੱਚ ਸੱਚੇ ਦੇ ਵਿੱਚ ਚਿੱਤ ਦੀ ਜਿਹੜੀ ਬਿਰਤੀ ਜੋੜਨ ਰੂਪੀ, ਇਹ ਤਾਂ ਕਾਤੀ ਛੁਰੀ ਹੈ ਵੱਢਣ ਵਾਲੀ। ਇਹ ਪਹਿਲਾਂ ਛੁਰੀ ਪੈਦਾ ਕਰ। ਬੱਕਰਾ ਤਾਂ ਹੀ ਮਾਰ ਹੋਊਗਾ ਜੇ ਛੁਰੀ ਹੋਊਗੀ, ਮਨ ਤਾਂ ਹੀ ਮਾਰ ਹੋਊਗਾ ਜੇ ਕੋਲ ਸੱਚ ਹੋਊਗਾ। ਜਾਂ ਫਿਰ ਜਿਹੜਾ ਨਿਸ਼ਚਾ ਹੋਣਾ ਹੈ, ਇਹ ਨਿਸ਼ਚਾ ਹੋਣਾ ਹੈ ਕਿ ਸਾਰਿਆਂ ਦੀ ਸੰਭਾਲ ਕਰਨ ਵਾਲਾ ਪਰਮੇਸ਼ਰ ਹੈ।
ਇਹੀ ਸਾਰ ਅਸਲੀ ਫੁਲਾਦੀ ਲੋਹੇ ਦੀ ਛੁਰੀ ਹੈ, ਸਾਰ ਲੋਹੇ ਦੀ, ਇਹ ਸਮਝਣਾ। ਘਾੜਤ ਤਿਸ ਕੀ ਅਪਰ ਅਪਾਰ, ਤੇ ਉਸ ਛੁਰੀ ਦੀ ਸਫਾਈ ਰੂਪ ਘਾੜਤ ਅਪਾਰ, ਅਪਾਰ ਬੇਅੰਤ ਤੋਂ ਬੇਅੰਤ ਹੈ, ਭਾਵ ਅਪਾਰ ਪ੍ਰਕਿਰਤੀ ਤੋਂ, ਅਪਾਰ ਪ੍ਰਕਿਰਤੀ ਉਰੇ ਤੇ ਅਪਾਰ ਪ੍ਰਕਿਰਤੀ ਤੋਂ ਪਰੇ ਉਹ ਸੁੰਦਰ ਘਾੜਤ ਹੈ ਉਸਦੇ। ਸ਼ਬਦੇ ਸਾਣ ਰਖਾਈ ਲਾਏ, ਇਹ ਪਾਠ ਦੀ ਕੁੰਡੀ ਆ ਪਾਈ, ਇਹਨੂੰ ਸਾਣ ਨਹੀਂ ਕਰਨ, ਸਾਣ ਮਤਲਬ ਥੋੜਾ ਚੱਕ ਕੇ ਬੋਲਣਾ ਪਾਠ। ਸਾਹਣ ਹੁੰਦੀ ਹੈ ਨਾ, ਉਕਣ ਸਾਹਣ ਕਹਿੰਦੇ ਆ, ਸਾਹਣ ਮਤਲਬ ਇਸ ਨੂੰ ਕਹਿੰਦੇ ਇਹ ਜਿਹੜੀ ਸਾਹਣ ਹੈ ਤੇ ਉਹਦੇ ਉੱਤੇ ਫਿਰ ਲਾ ਕੇ ਤਿੱਖੀ ਕਰਿਆ ਜਾਂਦਾ ਹੈ। ਸ਼ਸਤਰ ਤਿੱਖੀ ਕਰਨ ਵਾਸਤੇ ਸਾਹਣ ਹੁੰਦੀ ਹੈ ਇਹਨਾਂ ਦੇ ਕੋਲ ਕਾਰੀਗਰਾਂ ਦੇ, ਇਹ ਰੱਖਣਾ ਕੀਤੀ ਹੈ। ਉਪਦੇਸ਼ ਰੂਪੀ ਸਾਹਣ ਹੈ, ਉਹਦੇ ਉੱਤੇ ਲਾਇਆ। ਇਹ ਸਾਸ ਜੀ ਸ਼ਸਤਰਾਂ ਦੇ ਤਿੱਖੇ ਕਰਨ ਲਈ ਸਿਗਲੀਗਰ ਹੁੰਦੇ ਨੇ ਜਿਹੜੇ ਜਾਂ ਲੋਹੇ ਦਾ ਕੰਮ ਕਰਨ ਵਾਲੇ, ਉਹ ਫਿਰ ਇੱਕ ਸਾਸ ਜੀ ਪੱਥਰ ਦਾ ਟੁਕੜਾ ਹੀ ਹੁੰਦਾ ਹੈ, ਕਿਸੇ ਪੁਰਾਣੇ ਸਮੇਂ ਟੁਕੜਾ ਹੁੰਦਾ, ਹੁਣ ਤਾਂ ਉਹ ਪਹੀਏ ਜਿਹੇ ਵਾਂਗੂ ਬਣਾ ਕੇ ਉਹਦੇ ਉੱਤੇ ਸਾਸ ਜੀ ਲਾਉਂਦੇ, ਹੁੰਦਾ ਪੱਥਰ ਦਾ ਟੁਕੜਾ, ਇਉਂ ਸਾਣ ਇਸ ਨੂੰ ਕਿਹਾ ਜਾਂਦਾ ਹੈ। ਤੇ ਮਹਾਰਾਜ ਕਹਿੰਦੇ ਇਹਦੇ ਉੱਤੇ ਲਾਇਆ ਹੈ। ਦੁਬਾਰੇ ਬੋਲੇ ਜੀ ਇੱਕ ਵਾਰੀ। ਸ਼ਬਦੇ ਸਾਣ ਰਖਾਈ ਲਾਏ, ਤੇ ਉਹ ਫਿਰ ਸ਼ਬਦ ਦੀ ਸਾਣ ਦੇ ਉੱਤੇ ਲਾ ਕੇ ਤਾਂ ਇਸ ਪ੍ਰਕਾਰ ਫਿਰ ਰੱਖਣਾ ਕੀਤਾ ਹੈ ਅਸੀਂ। ਗੁਣ ਕੀ ਠੇਕੈ ਵਿੱਚ ਸਮਾਏ, ਇਹ ਨਿਮਰਤਾ ਪ੍ਰੇਮ ਆਦਿਕ ਸ਼ੁਭ ਗੁਣਾਂ ਦੀ ਠੇਕੇ ਨਾਲ ਮਿਆਨ ਦਾ ਹੁੰਦਾ, ਗੁਥਲੀ ਦਾ ਹੁੰਦਾ ਹੈ, ਉਹਦੇ ਵਿੱਚ ਸਮਾ ਰਹੀ ਹੈ, ਮਿਲੀ ਹੋਈ ਹੈ। ਜਿਵੇਂ ਸ਼ਸਤਰ ਨੂੰ ਮਿਆਨ ਹੁੰਦਾ ਹੈ, ਇਉਂ ਰੱਖਿਆ ਹੈ। ਤਿਸ ਦਾ ਕੋਠਾ ਹੋਐ ਸੀਖ, ਇਹ ਸੇਖ ਬ੍ਰਹਮ, ਜੇਕਰ ਇਸ ਤਰ੍ਹਾਂ ਦੀ ਛੁਰੀ ਦਾ ਮਨ ਰੂਪੀ ਬੱਕਰਾ ਕੋਠਾ ਕੋਹਿਆ ਹੋਇਆ ਹੋਵੇ, ਲੋਹੂ ਲੱਭ ਨਿਕੱਥਾ ਈਖ, ਇਹਨੂੰ ਪਾਠ ਨੂੰ ਨਿਕੱਥਾ ਕਰਨਾ ਭਾਈ, ਨਿਕਥਾ ਨਾ ਬਣ ਜਾਏ, ਨਿਕੱਥਾ ਅਦਕ ਸ਼ਾਇਦ। ਫਿਰ ਉਹਦੇ ਅੰਦਰ ਪਦਾਰਥਾਂ ਦੇ ਖਾਣ ਦੇ ਭੋਗਣ ਦਾ ਲੱਭ ਲਾਲਚ ਰੂਪੀ ਲੋਹੂ, ਜਿਹੜਾ ਲਹੂ ਹੈ ਨਿਕੱਥਾ ਨਿਕਲਿਆ ਹੋਇਆ ਹੀ ਦੇਖਣਾ ਕਰੀਦਾ ਹੈ। ਇਸ ਕਰਕੇ ਲੋਹੂ ਲੱਭ ਨਿਕੱਥਾ ਵੇਖ। ਤੇ ਉਹ ਜਿਹੜੇ ਹਲਾਲ ਕਰਦੇ ਆ ਨਾ, ਜੇ ਕਿਤੇ ਵਸਤਰ ਨੂੰ ਖੂਨ ਦਾ ਛਿੱਟਾ ਲੱਗ ਜਾਵੇ, ਉਹ ਕਹਿੰਦੇ ਨੇ ਇਹ ਸਾਡਾ ਵਸਤਰ ਜਿਹੜਾ ਨਾ ਪਲੀਤ ਹੋ ਗਿਆ, ਜੇ ਰਤ ਲੱਗਾ ਕੱਪੜਾ ਜਾਮਾ ਹੋਈ ਪਲੀਤ। ਉਹ ਮੁਸਲਮਾਨ ਸਾਸ ਜੀ ਉਹ ਇਸ ਤਰੀਕੇ ਨਾਲ ਮਾਰਦੇ ਨੇ, ਉਹ ਜਿਹੜਾ ਖੂਨ ਖਤਮ ਹੋ ਜਾਂਦਾ ਫਿਰ ਵੱਢ ਟੁੱਕ ਕਰਦੇ ਆ। ਇਸ ਪ੍ਰਕਾਰ ਫਿਰ ਸਾਸ ਜੀ ਮਹਾਰਾਜ ਕਹਿੰਦੇ ਇਹ ਹੈ ਜਿਹੜਾ ਲੱਭ ਰੂਪੀ ਜਿਹੜਾ ਇਹਦੇ ਵਿੱਚ ਲਹੂ ਸੀ ਨਾ, ਉਹ ਨਿਕਲ ਗਿਆ ਤੇ ਵੇਖਣਾ ਕਰ, ਇਹ ਹੈ ਅਸਲੀ ਕੁੱਠਾ। ਆਹ ਮਾਸ ਖਾਣ ਦੇ ਨਾਲ ਮੁਕਤੀ ਹੋ ਜਾਂਦੀ ਹੈ। ਇੰਨਾ ਕਲਿੱਪ ਵੀ ਕੱਟ ਕੇ ਪਾਇਆ ਜਾ ਸਕਦਾ ਵੀ ਮਾਸ ਖਾਣ ਨਾਲ ਮੁਕਤੀ ਹੋ ਜਾਂਦੀ ਹੈ। ਇਹ ਮਨ ਰੂਪੀ ਜਿਹੜਾ ਬੱਕਰਾ ਕੋਇਆ ਗਿਆ ਹੈ, ਇਸ ਮਾਸ ਖਾਣ ਦੇ ਨਾਲ ਇਹ ਕਿਹਾ ਵੀ ਇਹ ਅੰਤਰੀ ਭਾਵ ਵਿੱਚ ਲੈ ਕੇ ਕਹਿੰਦੇ ਨੇ ਮਹਾਰਾਜ, ਹੋਏ ਹਲਾਲ ਲੱਗਾ ਹੱਕ ਜਾਏ, ਜਿਹੜਾ ਹੱਕ ਸੱਚ ਸਰੂਪ ਵਿੱਚ ਜਾਏ, ਜਾ ਕੇ ਚਿੱਤ ਦਾ ਲੱਗ ਜਾਣਾ ਹੈ, ਇਹੀ ਮਨ ਰੂਪੀ ਬੱਕਰੇ ਦਾ ਇਹ ਹਲਾਲ ਹੋਇਆ ਸਮਝਣਾ ਕਰ, ਹਲਾਲ ਹੋਏ ਹੋਣਾ ਹੈ। ਜਿਹੜਾ ਇਸ ਪ੍ਰਕਾਰ ਮਨ ਰੂਪੀ ਬੱਕਰੇ ਨੂੰ ਮਾਰਦਾ ਹੈ, ਨਾਨਕ ਦਰ ਦੀਦਾਰ ਸਮਾਏ, ਸਤਿਗੁਰੂ ਜੀ ਕਹਿੰਦੇ ਨੇ ਉਸ ਨੂੰ ਫਿਰ ਗਿਆਨ ਰੂਪੀ ਦਰ ਦਰਵਾਜ਼ੇ ਦੁਆਰਾ ਵਾਹਿਗੁਰੂ ਦੇ ਦੀਦਾਰ ਦਰਸ਼ਨ ਕਰਕੇ ਉਹਦੇ ਸਮਾ ਜਾਂਦਾ, ਅਭੇਦ ਹੋ ਜਾਂਦਾ ਹੈ। ਜਿਹੜਾ ਦੂਸਰੇ ਬੱਕਰੇ ਮਾਰਦਾ ਭਾਈ, ਆ ਕਸਾਈ ਥੋੜੇ ਵੱਢਦੇ ਆ, ਕਹਿੰਦੇ ਉਹਨਾਂ ਨੂੰ ਫਿਰ ਉਹ ਸਾਜਣੇ ਵਾਲੀ ਸਾਖੀ ਦੇਖ ਲਓ, ਫਿਰ ਲੇਖਾ ਦੇਣਾ ਪੈਂਦਾ ਹੈ। ਇਉਂ ਸਤਿਗੁਰੂ ਮਹਾਰਾਜ ਇਹ ਬਚਨ ਸੁਣ ਕੇ ਸ਼ੇਖ ਬ੍ਰਹਮਚਰਨੀ ਪੈ ਗਿਆ, ਕਹਿਣ ਲੱਗਾ ਮਹਾਰਾਜ ਬਖਸ਼ ਲਓ ਮੈਨੂੰ, ਮੈਂ ਤਾਂ ਬੱਕਰੀ ਮਾਰ ਕੇ ਕੁਰਬਾਨੀਆਂ ਦਿੰਦਾ ਰਿਹਾ ਵੀ ਰੱਬ ਖੁਸ਼ ਹੋਊਗਾ ਕੁਰਬਾਨੀਆਂ ਤੇ। ਅੱਜ ਤੁਸੀਂ ਦੱਸਿਆ ਅਸਲੀ ਤਾਂ ਮਨ ਰੂਪੀ ਬੱਕਰਾ ਹੀ ਮਾਰਨਾ ਚਾਹੀਦਾ ਹੈ। ਅੱਜ ਤੋਂ ਬਾਅਦ ਮਾਰਿਆ ਬੱਕਰਾ ਨਹੀਂ ਮਾਰੂੰਗਾ, ਮਨ ਰੂਪੀ ਬੱਕਰਾ ਮਾਰੂੰਗਾ, ਆਜ ਸੱਚ ਦੀ ਛੁਰੀ ਲਊਂਗਾ ਜੋ ਤੁਸੀਂ ਮੈਨੂੰ ਬਖਸ਼ੀ ਹੈ। ਇਹ ਉਹਦਾ ਭਲਾ ਹੋ ਗਿਆ ਸੀ। ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਦਾ ਸ਼ਬਦ ਹੈ ਜੀ, ਸੁਣੋ ਮਹੱਲਾ। ਕਮਰ ਕਟਾਰਾ ਬੰਕੜਾ। ਉਹ ਕੀ ਹੋਇਆ, ਇੱਕ ਵਾਰੀ ਮਹਾਰਾਜ ਸਾਹਿਬ ਜੀ ਨਾ ਬਿਹਾਰ ਦੇ ਇਲਾਕੇ 'ਚ ਵਿਚਰ ਰਹੇ ਸੀ। ਭਾਈ ਮਰਦਾਨਾ ਉਦੋਂ ਬੁੱਢਾ ਹੋ ਚੁੱਕਾ ਸੀ, ਬਿਰਧ ਹੋ ਗਿਆ ਮਰਦਾਨਾ, ਹੌਲੀ ਹੌਲੀ ਤੁਰਦਾ ਸੀ। ਇਹਨੇ ਨੂੰ ਇੱਕ ਪਠਾਨ ਸਾਸ ਜੋ ਘੋੜੇ ਦੇ ਉੱਤੇ ਚੜੇ ਹੋਏ ਨਾ, ਬੜੇ ਮਤਲਬ ਮੇਲਦਾ ਆਵੇ ਘੋੜਾ ਚੜੇ ਹੋਏ, ਤਾਂ ਮਹਾਰਾਜ ਸਾਹਿਬ ਨੇ ਦੂਰੋਂ ਜੋ ਦੇਖਿਆ ਵੀ ਘੋੜਾ, ਕਹਿੰਦੇ ਉਹ ਦੇਖੀ ਭਾਈ ਘੋੜੇ ਵਾਲਿਆ, ਗੁਰੂ ਨਾਨਕ ਸਾਹਿਬ ਕਹਿੰਦੇ ਸਾਡਾ ਇਹ ਰਬਾਬੀ ਆ, ਕਿਤੇ ਇਹਦੇ ਨਾ ਫੇਟ ਮਰਾ ਦੀ, ਕਿਤੇ ਐਵੇਂ ਧੱਕਾ ਨਾ ਮਾਰ ਜਾਵੇ ਤੇਰਾ ਘੋੜਾ, ਥੋੜਾ ਸੰਭਾਲ ਕੇ ਚੱਲ। ਉਹਨੇ ਪਰਵਾਹ ਹੀ ਨਾ ਕੀਤੀ। ਉਹੀ ਗੱਲ ਹੋਈ, ਮਰਦਾਨੇ ਨੂੰ ਘੋੜੇ ਦੀ ਅਹੀ ਦੀ ਫੇਟ ਲੱਗੀ, ਮਰਦਾਨਾ ਡਿੱਗ ਪਿਆ। ਮਾਰੇ ਕਹਿੰਦੇ ਭਾਈ ਚਲੋ ਕਿਹਾ ਤਾਂ ਸੀ, ਮਰਦਾਨਿਆਂ ਉੱਠ ਖੜਿਆ। ਅਹੀ ਜੀ ਮਹਾਰਾਜ ਸਾਹਿਬ ਨੇ
ਉਹਨੂੰ ਸਿੱਖਿਆ ਦੇਣ ਵਾਸਤੇ ਇਹੋ ਜਿਹਾ ਭਾਣਾ ਵਰਤਿਆ। ਉਹ ਘੋੜਾ ਸਾਧ ਸਿੰਘ ਜੀ ਇਹੋ ਜਿਹਾ ਫੁੜ ਕੇ ਡਿੱਗਿਆ ਨਾ, ਘੋੜਾ ਵੀ ਡਿੱਗ ਪਿਆ ਤੇ ਆਪ ਵੀ ਡਿੱਗ ਪਿਆ। ਮਰਦਾਨੇ ਦੀ ਤਾਂ ਸੱਟ ਨਹੀਂ ਲੱਗੀ, ਉਹਦੇ ਸੱਟਾਂ ਲੱਗੀਆਂ। ਫਿਰ ਮੁੜਿਆ ਆਇਆ, ਕਹਿੰਦਾ ਫਕੀਰ ਜੀ ਬਖਸ਼ ਲੋ, ਕਹਿੰਦਾ ਮੇਰਾ ਘੋੜਾ ਡਿੱਗ ਪਿਆ ਨਾਲੇ ਮੈਂ ਡਿੱਗ ਪਿਆ। ਮਹਾਰਾਜ ਉਹਦੇ ਪ੍ਰਸਾਦ ਫਿਰ ਉਸ ਵੇਲੇ ਸ਼ਲੋਕ ਉਚਾਰਨ ਕੀਤਾ ਜੀ, ਕਮਰ ਕਟਾਰਾ ਬੰਕੜਾ। ਮਹਾਰਾਜ ਕਹਿੰਦੇ ਨੌਜਵਾਨਾਂ ਤੇਰੀ ਕਮਰ ਲੱਕ ਦੇ ਨਾਲ ਵੰਕੜਾ ਸੁੰਦਰ ਸ਼ਸਤਰ ਹੈ, ਕਟਾਰ ਖੰਜਰ ਬੰਨਿਆ ਹੋਇਆ ਹੈ ਤੇਰੇ ਕੋਲ, ਤੇ ਫਿਰ ਤੂੰ ਬਾਂਕੇ ਦਾ ਹੀ ਬੰਕੇ ਕਾ ਅਸਵਾਰ। ਬਾਂਕੇ ਸੁੰਦਰ ਘੋੜੇ ਦਾ ਅਸਵਾਰ ਵੀ ਹੈ ਤੂੰ। ਸਤਿਗੁਰੂ ਮਹਾਰਾਜ ਸਾਹਿਬ ਜੀ ਕਦਰ ਕਰਦੇ ਨੇ, ਕਹਿੰਦੇ ਪਰ ਗਰਬ ਨ ਕੀਜੈ ਨਾਨਕਾ। ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਨੇ, ਕਹਿੰਦੇ ਗਰਬ ਨਾ ਕੀਜੈ ਨਾਨਕਾ। ਗਰਬ ਹੰਕਾਰ ਨਹੀਂ ਭਾਈ ਕਰੀਦਾ ਕਾਕਾ, ਤੈਨੂੰ ਕਿਹਾ ਸੀ ਪਰ ਤੂੰ ਮੰਨਿਆ ਨਹੀਂ, ਤੂੰ ਹੰਕਾਰੀ ਹੈ। ਅੱਗੇ ਤੋਂ ਹੰਕਾਰ ਨਹੀਂ ਕਰਨਾ, ਨਹੀਂ ਤਾਂ ਫਿਰ ਏਕਣੇ ਡਿੱਗਣਾ ਹੋਏਗਾ। ਹੰਕਾਰ ਨਹੀਂ ਕਰਨਾ ਚਾਹੀਦਾ, ਕਿਉਂਕਿ ਮਤ ਸਿਰ ਆਵੇ ਭਾਰ। ਮਤਾਂ ਕੇ ਸਿਰ ਭਾਰ ਘੋੜੇ ਤੋਂ, ਜਿਵੇਂ ਹੁਣ ਸਿਰ ਭਾਰ ਧਰਤੀ ਤੇ ਆਉਣਾ ਪਵੇ ਐਂ ਡਿੱਗ ਪੈਂਦਾ ਹੁੰਦਾ ਤੇਰੇ ਵਰਗਾ ਹੰਕਾਰੀ। ਇਸੇ ਪ੍ਰਕਾਰ ਜੇ ਕਮਰ ਕਟਾਰਾ ਬੰਕੁੜਾ। ਹੇ ਜੀਵ ਤੇਰੀ ਬੁੱਧੀ ਰੂਪੀ ਕਮਰ ਵਿੱਚ ਗਿਆਨ ਰੂਪੀ ਖੰਜਰ ਬੜਾ ਹੀ ਸੁੰਦਰ ਹੈ, ਅਤੇ ਤੂੰ ਸੁੰਦਰ ਦੇਹ ਰੂਪੀ ਬੰਕੇ ਕਾ ਅਸਵਾਰ। ਸੁੰਦਰ ਦੇਹ ਰੂਪੀ ਘੋੜੇ ਦੇ ਸਵਾਰ ਹੈ ਜੀਵਾਤਮਾ, ਤੈਨੂੰ ਮਨੁੱਖਾ ਦੇਹ ਮਿਲੀ ਹੋਈ ਹੈ। ਗਰਭ ਨ ਕੀਜੈ ਨਾਨਕਾ। ਇਹਨੂੰ ਗਰਭ ਹੀ ਬੋਲਣਾ, ਗਰਭ ਨਹੀਂ ਕਹਿਣਾ, ਭੱਬਾ ਹੋ ਜਾਊਗਾ, ਨਾਲੇ ਅਰਥ ਬਦਲ ਜੂ ਗਰਭ। ਹੰਕਾਰ ਨਹੀਂ ਕਰਨਾ ਚਾਹੀਦਾ। ਮਹਾਰਾਜ ਕਹਿੰਦੇ ਗਰਭ ਨਾ ਕੀਜੈ ਨਾਨਕਾ। ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਮਨੁੱਖਾ ਦੇ ਸੁੰਦਰ ਸਰੀਰ ਜਵਾਨੀ ਦਾ ਇਹ ਹੰਕਾਰ ਨਹੀਂ ਕਰਨਾ ਚਾਹੀਦਾ, ਕਿਉਂਕਿ ਮਤ ਸਿਰ ਆਵੇ ਭਾਰ। ਤੇ ਇਉਂ ਮਹਾਰਾਜ ਸਾਹਿਬ ਦੇ ਕਿਉਂਕਿ ਮਤਾਂ ਸਿਰ ਭਾਰ ਤੇ ਪਾਪਾਂ ਦਾ ਭਾਰ ਹੀ ਤੇਰੇ ਸਿਰ ਤੇ ਆ ਜਾਵੇ, ਜਾਂ ਮਾਤਾ ਦੇ ਗਰਭ ਵਿੱਚ ਸਿਰ ਭਰਨੇ ਤੈਨੂੰ ਫੇਰ ਹੋਣਾ ਪਵੇ। ਮੁਖ ਤਲੇ ਪੈਰ ਉਪਰੇ ਬਸੰਦੋ ਕੋਥੜੇ ਥਾਇਕ ਦੇ ਉੱਥੇ ਨਾ ਲਮਕਣਾ ਪੈ ਜਾਵੇ। ਇਸ ਕਰਕੇ ਹੇ ਜੀਵ ਤੇਰੀ ਬੁੱਧੀ ਰੂਪੀ ਕਮਰੇ 'ਚ ਗਿਆਨ ਰੂਪੀ ਖੰਜਰ ਬੜਾ ਸੁੰਦਰ ਹੈ, ਅਤੇ ਤੂੰ ਸੁੰਦਰ ਦੇਹ ਰੂਪੀ ਘੋੜੇ ਦਾ ਸਵਾਰ ਵੀ ਹੈ। ਮਨੁੱਖਾ ਦੇਹ ਮਿਲੀ ਹੈ, ਪਰ ਦੇਖੀ ਤੂੰ ਜਵਾਨੀ ਦਾ ਧਨ ਪਦਾਰਥ ਦਾ ਹੰਕਾਰ ਨਹੀਂ ਕਰਨਾ ਚਾਹੀਦਾ, ਨਹੀਂ ਤਾਂ ਮੁੜ ਕੇ ਜੰਮਣ ਮਰਨ 'ਚ ਨਰਕਾਂ 'ਚ ਪੁੱਠਾ ਲਟਕਣਾ ਪਊਗਾ ਤੈਨੂੰ ਮਾਤਾ ਦੇ ਉਦਰ ਦੇ ਵਿੱਚ। ਇਹ ਤੇਰੇ ਜਿਵੇਂ ਪਾਪਾਂ ਦਾ ਭਾਰ ਆ ਜਾਵੇਗਾ। ਇਉਂ ਸਿੱਖਿਆ ਦਿੱਤੀ ਸੀ, ਫਿਰ ਉਹ ਵੀ ਚਰਨੀ ਪੈ ਗਿਆ, ਸਿੱਖਿਆ ਲੈ ਕੇ ਸਿੱਖ ਬਣਿਆ ਸੀ। ਪੌੜੀ ਅੱਗੇ ਪੌੜੀ ਕਥਨ ਕਰਦੇ ਹਨ ਜੀ, ਸੋ ਸਤ ਸੰਗਤ ਸ਼ਬਦ ਮਿਲੈ। ਤੇ ਜਿਹੜਾ ਪੁਰਖ, ਇਹ ਸਾਰੀ ਪੰਕਤੀ ਇਕੱਠੀ ਆ ਜੀ, ਜੋ ਗੁਰਮੁਖ ਚੱਲੈ। ਜਿਹੜਾ ਪੁਰਖ ਗੁਰਮੁਖਾਂ ਜਾਂ ਮੁਖੀ ਗੁਰਾਂ ਦੁਆਰਾ ਗੁਰਮਤਿ ਦੇ ਵਿੱਚ ਚੱਲਦਾ ਹੈ, ਸੋ ਉਹ ਸਤਸੰਗੀ ਪੁਰਖ ਸਤਸੰਗ ਦੁਆਰਾ ਗੁਰ ਸ਼ਬਦ ਉਪਦੇਸ਼ ਦੇ ਨਾਲ ਮਿਲ ਜਾਂਦਾ ਹੈ। ਸੱਚ ਧਿਆਨ ਸੇ ਸੱਚੇ। ਜਿਹੜੇ ਇੱਕ ਚਿਤ ਹੋ ਕੇ ਸੱਚੇ ਨਾਮ ਨੂੰ ਧਿਆਨ ਧਿਆਕਾਰ ਬਿਰਤੀ ਦੁਆਰਾ ਧਿਆਉਂਦੇ ਹਨ, ਸੇ ਸੱਚੇ। ਸੱਚ ਧਿਆਨ ਸੇ ਸੱਚੇ। ਦੁਬਾਰੇ ਬੋਲੋ ਜੀ, ਸੱਚ ਧਿਆਨ ਸੇ ਸੱਚੇ। ਜਿਹੜੇ ਇੱਕ ਚਿਤ ਹੋ ਕੇ ਸੱਚ ਸੱਚੇ ਨਾਮ ਨੂੰ ਧਿਆਨ ਧਿਆਉਂਦੇ ਨੇ, ਸੇ ਉਹ ਸੱਚੇ ਦੀ ਪ੍ਰਾਪਤੀ ਵਾਲੇ ਹਨ। ਜਿਨ ਹਰ ਖਰਚ ਧਨ ਪੱਲੇ। ਜਿਨ੍ਹਾਂ ਦੇ ਹਿਰਦੇ ਰੂਪੀ ਪੱਲੇ ਦੇ ਵਿੱਚ, ਇਹਨੂੰ ਪੱਲੇ ਨਹੀਂ ਕਰਨਾ ਭਾਈ, ਪੱਲੇ ਪਾਠ ਕਰਨਾ। ਪੱਲੇ ਦੇ ਵਿੱਚ ਪਰਮੇਸ਼ਰ ਦਾ ਨਾਮ ਰੂਪੀ ਧਨ ਪ੍ਰਲੋਕ ਵਾਸਤੇ ਖਰਚ ਹੈ। ਭਗਤ ਸੋਹਨ ਗੁਣ ਗਾਵਦੇ। ਤੇ ਉਹ ਭਗਤ ਜਨ ਵਾਹਿਗੁਰੂ ਦੇ ਗੁਣ ਗਾਉਂਦੇ ਹੋਏ ਸੋਭਦੇ ਨੇ, ਤੇ ਇਸ ਕਰਕੇ ਉਹ ਫੱਬਦੇ ਨੇ। ਤੇ ਇਸ ਪ੍ਰਕਾਰ ਦੱਸਦੇ ਨੇ ਜੀ, ਗੁਰਮਤ ਅਚਲ। ਇਹ ਅਚਲ ਕਰਨਾ ਹੈ, ਅਚਲ ਨੂੰ ਬਣ ਜਵੇ ਪਾਠ। ਅਚਲ ਹੈ, ਇਹਦਾ ਅਧਿਕ ਸਹਿਤ ਉਚਾਰਨ ਹੈ। ਜਿਨ੍ਹਾਂ ਦੇ ਅੰਦਰ ਗੁਰਮਤ ਗੁਰ ਸਿੱਖਿਆ ਅਚਲ ਇੱਕ ਰਸ ਵਸੀ ਹੋਈ ਹੈ, ਜਿਨ੍ਹਾਂ ਦੀ ਗੁਰ ਸਿੱਖਿਆ ਦੁਆਰਾ ਬੁੱਧੀ ਅਚਲ ਹੋਈ ਹੈ। ਰਤਨ ਵਿਚਾਰ ਮਨ ਵਸਿਆ। ਜਿਨ੍ਹਾਂ ਦੇ ਗੁਰ ਉਪਦੇਸ਼ ਦੁਆਰਾ ਅਪਰੋਖ ਗਿਆਨ ਰੂਪੀ ਰਤਨ ਦੀ ਵਿਚਾਰ, ਸੁਭ ਵਿਚਾਰ ਰੂਪੀ ਰਤਨ ਮਨ ਹਿਰਦੇ ਬਸ ਗਿਆ ਹੈ। ਗੁਰ ਕੈ ਸ਼ਬਦ ਭਲੇ। ਇਹਨੂੰ ਭਲਾ ਕਰਨਾ, ਭੱਲੇ ਨਾ ਬਣ ਜਾਵੇ ਪਾਠ, ਉਹ ਭਲਾ। ਇਸ ਪ੍ਰਕਾਰ ਉਹ ਗੁਰੂ ਸਾਹਿਬ ਜੀ ਦੇ ਸ਼ਬਦ ਉਪਦੇਸ਼
ਦਾ ਸਦਕਾ ਬਹੁਤ ਭਲੇ ਚੰਗੇ ਜੀਵਨ ਵਾਲੇ ਹੋ ਜਾਂਦੇ ਆ, ਉਹ ਹੋਰਨਾਂ ਦਾ ਭਲਾ ਕਰਨ ਵਾਲੇ ਹੋ ਜਾਂਦੇ ਹਨ। ਆਪੇ ਮੇਲ ਮਿਲਾਏਦਾ ਉਹਨਾਂ ਭਗਤ ਜਨਾਂ ਨੂੰ ਵਾਹਿਗੁਰੂ ਆਪਣੇ ਮੇਲ ਵਿੱਚ ਮਿਲਾ ਲੈਂਦਾ ਹੈ। ਆਪੇ ਦੇ ਵਡਿਆਈ ਆਪੇ ਆਪ ਹੀ ਆਪਣੇ ਸੱਚ ਸਰੂਪ ਦੀ ਪ੍ਰਾਪਤੀ ਕਰਾਉਣ ਰੂਪ ਵਡਿਆਈ ਬਖਸ਼ ਦਿੰਦਾ ਹੈ। ਆਹੋ ਆਹੋ ਸੱਚੇ ਪਾਤਸ਼ਾਹ। ਐਸੇ ਭਗਤ ਜਨ ਹਰ ਵਕਤ ਇਉਂ ਬੇਨਤੀ ਕਰਦੇ ਰਹਿੰਦੇ, ਹੈ ਸੱਚੇ ਪਾਤਸ਼ਾਹ ਤੂੰ ਵਾਹੋ ਅਚਰਜ ਹੈ, हे ਵਾਹਿਗੁਰੂ ਤੂੰ ਵਾਹੋ ਬਿਸਮਾਦ ਰੂਪ ਹੈ, ਤੂੰ ਸੱਚੀ ਨਾਈ, ਤੇਰੀ ਨਾਈ ਮਹਿਮਾ ਵਡਿਆਈ ਵੀ ਸੱਚੀ ਹੈ, ਮਹਾਰਾਜ ਸੱਚੀ ਵਡਿਆਈ ਵਾਲਾ ਹੈ। ਸ਼ਲੋਕ ਮਹੱਲਾ ਤੀਜਾ। ਤੀਸਰੇ ਪਾਤਸ਼ਾਹ ਦਾ ਸ਼ਲੋਕ ਹੈ ਜੀ ਅੱਗੇ। ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਗੋਇੰਦਵਾਲ ਸਾਹਿਬ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕਰ ਰਹੇ ਸਨ। ਉਹਨਾਂ ਦੇ ਕੋਲ ਇੱਕ ਪ੍ਰੇਮੀ ਆਇਆ, ਬੇਨਤੀ ਕੀਤੀ ਜਿਹੜੀ ਦੁਨੀਆ ਦੇ ਅੰਦਰ ਆਸਾ ਬਣੀ ਰਹਿੰਦੀ ਹੈ, ਕਿਰਪਾ ਕਰਕੇ ਆਪ ਜੀ ਇਸ ਦੀ ਨਿਵਰਤੀ ਦਾ ਉਪਾਅ ਦੱਸੋ ਜੀ। ਇਹ ਸੁਣ ਕੇ ਮਹਾਰਾਜ ਸਾਹਿਬ ਜੀ ਪਵਿੱਤਰ ਉਪਦੇਸ਼ ਬਖਸ਼ਿਆ, ਸ਼ਲੋਕ ਉਚਾਰਿਆ। ਆਸਾ ਅੰਦਰ ਸਭ ਕੋ, ਕਹਿੰਦੇ ਦੇਖ ਭਾਈ ਸਾਰਾ ਸੰਸਾਰੀ ਆਸਾ ਉਮੀਦਾਂ ਦੇ ਅੰਦਰ ਹੈ, ਜੀ ਰਿਹਾ ਹੈ। ਕੋਈ ਨਿਰਾਸ਼ਾ ਹੋਏ, ਕੋਈ ਵਿਰਲਾ ਪੁਰਖ ਦੁਨੀਆ ਤੋਂ ਨਿਰਾਸ਼ਾ ਉਪਰਾਮ ਹੁੰਦਾ ਹੈ। ਨਾਨਕ ਜੋ ਮਰ ਜੀਵਿਆ, ਸਤਿਗੁਰੂ ਜੀ ਕਥਨ ਕਰਦੇ ਨੇ ਜਿਹੜਾ ਪੁਰਖ ਜੀਵਿਆ, ਜੀਵਤ ਭਾਵ ਤੋਂ ਮਰ ਗਿਆ, ਹੰਕਾਰ ਕੱਢ ਦਿੱਤਾ ਜਿਸਨੇ, ਸਹਿਲਾ ਆਇਆ ਸੋਏ, ਸੋਏ ਉਹ ਆਇਆ ਹੋਇਆ। ਸਹਿਲਾ ਸਹਿਤ ਲਾਹੇ ਦੇ ਹੈ, ਸਹਿਲਾ ਲਾਹਾ ਲੈ ਲਿਆ ਉਹਨੇ, ਸਹਿਤ ਪਰਮਾਰਥ ਦੇ ਲਾਭ ਦੇ ਹੈ। ਉਹਦਾ ਸੰਸਾਰ ਦੇ ਵਿੱਚ ਮਨੁੱਖਾ ਜਨਮ ਪਾਉਣਾ ਜਿਹੜਾ ਸਹਿਲਾ ਸਫਲਾ ਹੋ ਗਿਆ ਹੈ। ਮਹੱਲਾ ਤੀਜਾ। ਤੀਸਰੇ ਪਾਤਸ਼ਾਹ ਦਾ ਮਹੱਲਾ ਹੈ ਜੀ। ਨਾ ਕਿਛ ਆਸਾ ਹੱਥ ਹੈ, ਅਲਪਗ ਹੋਣ ਕਰਕੇ ਜੀਵ ਦੇ ਕੁਝ ਵੀ ਆਸਾ ਆਦ ਕਰਨੀ ਹੱਥ ਵਿੱਚ ਨਹੀਂ ਹੈ। ਭਾਵ ਕਿ ਆਸਾ ਕਰਾ ਕੇ ਇਹ ਜੀਵ ਕੁਝ ਵੀ ਅਧੀਨ ਨਹੀਂ ਹੈ ਇਹਦੇ। ਇਸ ਕਰਕੇ ਆਸਾ ਕਰਕੇ ਇਹ ਕੁਝ ਵੀ ਪ੍ਰਾਪਤ ਥੋੜੀ ਹੋ ਜਾਂਦਾ ਹੈ ਕਿ ਮੈਂ ਆਸਾ ਕਰਾਂ, ਇਹ ਵੀ ਇਹਦੇ ਵੱਸ ਦੀ ਗੱਲ ਨਹੀਂ ਹੈ। ਕਿ ਉਹ ਨਿਰਾਸ਼ਾ ਹੋਏ, ਇਹ ਕਿਉਂਕਿ ਇਹ ਅਧੀਨ ਹੈ ਨਹੀਂ ਇਹਦੇ, ਇਸ ਲਈ ਜੀਵ ਇਉਂ ਇਸ ਪ੍ਰਕਾਰ ਨਿਰਾਸ਼ਾ ਆਸਾ ਤੋਂ ਰਹਿਤ ਹੋ ਸਕਦਾ ਹੈ, ਭਾਵ ਨਹੀਂ ਹੋ ਸਕਦਾ ਹੈ। ਕਿਆ ਕਰੇ ਇਹ ਬੱਪੜੀ, ਇਹ ਬੱਪੜੀ ਵਿਚਾਰੀ ਆਸਾ ਜਾਂ ਇਹ ਬੱਪੜੀ ਵਿਚਾਰੀ ਸ੍ਰਿਸ਼ਟੀ ਜੀਵ ਰੂਪ ਕੀ ਕਰੇ, ਕੀ ਕਰ ਸਕਦੀ ਹੈ। ਜਾਂ ਭੁਲਾਏ ਸੋਏ, ਜਦੋਂ ਉਹ ਪਰਮੇਸ਼ਰੀ ਭੁਲਾ ਦੇਵੇ, ਦੁਨੀਆ ਤੋਂ ਨਿਰਾਸ਼ੇ ਰਹਿਣ ਵਾਲੇ ਬ੍ਰਹਮ ਬੇਤਿਆਂ ਦਾ ਇਹ ਵਿਚਾਰੀ ਆਸਾ ਕੀ ਵਿਗਾੜ ਸਕਦੀ ਹੈ। ਭਾਵ ਕੀ ਹੈ, ਜਦੋਂ ਪਰਮੇਸ਼ਰ ਜੀਵਾਂ ਦੇ ਤਾਂ ਹੀ ਭਰਮ ਵਿੱਚ ਭੁਲਾ ਦਿੰਦਾ ਹੈ, ਤਦੋਂ ਉਹ ਜੀਵਾਂ ਨੂੰ ਆਸਾ ਆ ਚਿੰਬੜਦੀ ਹੈ, ਉਦੋਂ ਆਸਾ ਚਿੰਬੜਦੀ ਹੈ। ਪਰ ਬ੍ਰਹਮ ਗਿਆਨੀ ਜਿਹੜੇ ਨਿਰਾਸ਼ ਹੋ ਗਏ ਉਹਨਾਂ ਨੂੰ ਆਸਾ ਨਹੀਂ ਚਿੰਬੜ ਸਕਦੀ। ਪੌੜੀ। ਅੱਗੇ ਪੌੜੀ ਕਥਨ ਕਰਦੇ ਨੇ। ਤ੍ਰਿਗ ਜੀਵਨ ਸੰਸਾਰ, ਮਾਰੇ ਕਹਿੰਦੇ ਭਾਈ ਤਰਕਾਰ ਹੈ ਉਸ ਜੀਵਨ ਨੂੰ ਸੰਸਾਰ ਵਿੱਚ। ਸੱਚੇ ਨਾਮ ਬਿਨ, ਸੱਚੇ ਨਾਮ ਦੇ ਜਪਣ ਤੋਂ ਬਗੈਰ ਤਰਕਾਰ ਹੈ ਉਸ ਜੀਵਨ ਨੂੰ ਜਿਹੜਾ ਨਾਮ ਨਹੀਂ ਜਪਦਾ। ਪ੍ਰਭ ਦਾਤਾ ਦਾਤਾਰ, ਉਹ ਪਰਮੇਸ਼ਰ ਨਾਮ, ਪਰਮੇਸ਼ਰ ਵਾਹਿਗੁਰੂ ਜਿਹੜਾ ਨਾ ਉਹ ਪ੍ਰਭ ਪਰਮੇਸ਼ਰ ਜਾਂ ਉਹਦਾ ਨਾਮ ਤੇ ਉਹਦਾ ਪ੍ਰੇਮ, ਬ੍ਰਹਮ ਗਿਆਨ, ਮੁਕਤੀ ਆਦਿਆਂ ਜਿਹੜੀਆਂ ਦਾਤਾਂ ਨੂੰ ਇਹ ਦੇਣ ਵਾਲਾ ਦਾਤਾ ਹੈ। ਐਸਾ ਵਾਹਿਗੁਰੂ ਪਰਮੇਸ਼ਰ ਨਿਹਚਲ ਇਹੋ ਧਨ, ਉਹਦਾ ਇਹ ਨਾਮ ਰੂਪੀ ਧਨ ਅਚਲ ਹੈ ਜੋ ਸਤਸੰਗਤ ਵਿੱਚੋਂ ਪ੍ਰਾਪਤ ਹੁੰਦਾ ਹੈ। ਇਹ ਦਾਤ ਪ੍ਰਾਪਤ ਹੋਣੀ ਹੈ, ਇਹ ਨਾਮ ਰੂਪੀ ਧਨ ਸਦਾ ਅਚਲ ਹੈ। ਸਾਸ ਸਾਸ ਆਰਾਧੇ, ਜੋ ਪੁਰਖ ਸਾਸ ਸਵਾਸ ਵਾਹਿਗੁਰੂ ਦੇ ਨਾਮ ਨੂੰ ਅਰਾਧਦਾ ਜਪਦਾ ਹੈ, ਧਿਆਉਂਦਾ ਹੈ। ਨਿਰਮਲ ਸੋਏ ਜਨ, ਉਹ ਜਨ ਪੁਰਖ ਨਿਰਮਲ ਉਜਲ ਜੀਵਨ ਵਾਲਾ ਹੋ ਜਾਂਦਾ ਹੈ। ਅੰਤਰਜਾਮੀ ਅਗਮ, ਉਹ ਅੰਤਰਜਾਮੀ ਹਿਰਦੇ ਦੀ ਜਾਣਨ ਵਾਲਾ ਪਰਮੇਸ਼ਰ ਸ਼ਾਸਤਰਾਂ ਕਰਕੇ ਅਗੰਮ ਹੈ, ਗਮਤਾ ਤੋਂ ਰਹਿਤ ਹੈ। ਭਾਵ ਮਨ ਦੇ ਸੰਕਲਪਾਂ ਵਿਕਲਪਾਂ ਦਾ ਵਿਸ਼ਾ ਨਹੀਂ ਹੈ। ਰਸਨਾ ਏਕ ਭਾਨ, ਉਹ ਇੱਕ ਪਰਮੇਸ਼ਰ ਨੂੰ ਪ੍ਰਤੱਖ ਰਸਨਾ ਜੀਵਾ ਦੇ ਨਾਲ ਜਾਂ ਪ੍ਰੀਤ ਰੂਪੀ ਰਸਨਾ ਦੇ ਨਾਲ ਭਾਨ ਉਚਾਰਨ ਕਰ। ਰਵ ਰਹਿਆ ਸਰਬੱਤ, ਇਹਨੂੰ ਸਰਬਤ ਨਹੀਂ ਕਹਿਣਾ, ਸਰਬਤ ਹੁੰਦਾ ਪੀਣ ਵਾਲਾ, ਸਰਬੱਤ ਅਧਿਕ ਸਹਿਤ। ਸਤਿਗੁਰੂ ਜੀ ਕਥਨ ਕਰਦੇ ਆ ਐਸੇ ਪਰਮੇਸ਼ਰ ਤੋਂ, ਤੇ ਅੱਗੇ ਸਾਰੇ ਇਕੱਠੇ ਬੋਲੋ। ਨਾਨਕ ਬਲ ਜਾਈ, ਸਤਿਗੁਰੂ ਜੀ ਕਥਨ ਕਰਦੇ ਨੇ ਐਸੇ ਪਰਮੇਸ਼ਰ ਨੂੰ ਬਲ ਬਲਿਹਾਰ ਜਾਈ ਜਾਣਾ ਕਰੀਏ ਜੋ ਸਰਬੱਤ ਸਾਰਿਆਂ ਥਾਵਾਂ ਦੇ ਵਿੱਚ ਰਵ ਰਿਹਾ, ਵਿਆਪਕ ਹੋ ਰਿਹਾ ਹੈ। ਆਹੋ ਆਹੋ ਸੱਚੇ ਪਾਤਸ਼ਾਹ, हे ਸੱਚੇ ਪਾਤਸ਼ਾਹ ਤੂੰ ਵਾਹ ਅਚਰਜ ਹੈ, हे ਸੱਚੇ ਪਾਤਸ਼ਾਹ ਤੂੰ ਵਾਹੋ ਅਚਰਜ ਹੈ।
ਤੇ ਸੱਚੇ ਪਾਤਸ਼ਾਹ ਤੂੰ ਵਾਹੋ ਵਿਸਮਾਦ ਰੂਪ ਹੈ। ਤੂੰ ਸੱਚੀ ਨਾਈ ਤੂੰ ਆਪ ਹੀ ਸੱਚੀ ਨਾਈ ਮਹਿਮਾ ਜਾਂ ਵਡਿਆਈ ਵਾਲਾ ਹੈ ਜੀ। ਸ਼ਲੋਕ ਮਹੱਲਾ ਪਹਿਲਾ। ਹੁਣ ਸਮਾਪਤੀ ਦਾ ਸਾਧ ਸੰਜੀ ਸ਼ਲੋਕ ਜਾਣਨਾ। ਇੱਥੇ ਬਾਰ ਦੀ ਸਮਾਪਤੀ ਹੋ ਜਾਣੀ ਹੈ। ਅੱਗੇ ਸ਼ਲੋਕ ਉਚਾਰਨ ਕਰਦੇ ਗੁਰੂ ਨਾਨਕ ਸਾਹਿਬ ਜੀ ਦਾ। ਸਰਵਰ ਹੰਸ ਧੁਰੀ ਹੀ ਮੇਲਾ। ਗੁਰੂ ਨਾਨਕ ਸਾਹਿਬ ਹੰਸਾਂ ਤੇ ਸਰਵਰ ਦਾ ਪ੍ਰਮਾਣ ਦੇ ਕੇ ਸਮਝਾਉਂਦੇ ਆ। ਮਾਨ ਸਰੋਵਰ ਤੇ ਹੰਸਾਂ ਦਾ ਧੁਰਾਂ ਤੋਂ ਹੀ ਮਿਲਾਪ ਹੈ। ਸਰਵਰ ਹੰਸ ਧੁਰੇ ਹੀ ਮੇਲਾ। ਖਸਮੈ ਈਵੈ ਭਾਣਾ। ਖਸਮੈ ਮਾਲਕ ਪਰਮੇਸ਼ਰ ਨੂੰ ਐਵੇਂ ਇਸੇ ਪ੍ਰਕਾਰ ਹੀ ਭਾਉਂਦਾ ਚੰਗਾ ਲੱਗਦਾ ਹੈ। ਸਰਵਰ ਅੰਦਰ ਹੀਰਾ ਮੋਤੀ। ਮਾਨ ਸਰੋਵਰ ਦੇ ਅੰਦਰ ਹੀਰੇ ਮੋਤੀ ਹਨ। ਸੋ ਹੰਸਾਂ ਕਾ ਖਾਣਾ। ਉਹ ਹੰਸਾਂ ਦਾ ਖਾਣਾ ਹੈ, ਭੋਜਨ ਹੈ ਉਹਨਾਂ ਦਾ। ਬਗੁਲਾ ਕਾਗ ਨ ਰਹੇ ਸਰਵਰ। ਛੱਪੜਾਂ ਤੇ ਬਹਿਣ ਵਾਲਾ ਬਗਲਾ ਤੇ ਗੰਦਗੀ ਫਰੋਲਣ ਵਾਲਾ ਕਾਂ ਜੇ ਮਾਨ ਸਰੋਵਰ ਤੇ ਚਲਿਆ ਜਾਵੇ ਅਚਾਨਕ, ਉਹ ਬਗਲਾ ਕਾਗ ਨਾ, ਬਗਲਾ ਕਾਗ ਜਿਹੜਾ ਕਾਂ ਹੈ ਮਾਨ ਸਰੋਵਰ ਤੋਂ ਫਿਰ ਉਹ ਨਾ ਰਹੀ, ਉੱਥੇ ਰਹਿ ਨਹੀਂ ਸਕਦਾ ਜੇ ਮਾਨ ਸਰੋਵਰ ਤੇ ਚਲਿਆ ਜਾਵੇ। ਜੇ ਭਾਵ ਬਗਲਾ ਜਿਹੜਾ ਨਾ, ਤੇ ਇਹ ਕਾਂ ਅਤੇ ਬਗਲਾ ਦੋ ਨੇ। ਜੇਕਰ ਭਾਵੇਂ ਬਗਲਾ ਤੇ ਕਾਂ ਦੋਹਾਂ ਵਿੱਚ ਅਤੀ ਅੰਤ ਵੀ ਸਿਆਣੇ ਵੀ ਹੁਣ ਦੱਸ ਦੇਣ ਅੱਗੇ। ਜੇ ਹੋਵੇ ਅਤ ਸਿਆਣਾ। ਭਾਵੇਂ ਬਗਲਾ ਹੋਵੇ ਜਾਂ ਕਾਮ, ਇਹ ਦੋਹਾਂ ਦੇ ਵਿੱਚ ਅਤਿਅੰਤ ਸਿਆਣਪ। ਸਿਆਣਪ ਹੀ ਹੋਵੇ ਭਾਵ ਬਗਲਾ ਸਮਾਧੀ ਲਾ ਕੇ ਸਿਆਣਾ ਬਣ ਕੇ ਦਿਖਾਉਂਦਾ ਹੈ, ਸਿਆਣਾ ਹੁੰਦਾ ਪਰ ਡੱਡੀਆਂ ਮੱਛੀਆਂ ਹੀ ਖਾਂਦਾ ਹੈ। ਕਾਂ ਸਿਆਣਾ ਬਣ ਕੇ ਦਿਖਾਉਂਦਾ, ਇੱਟ ਚੱਕੀ ਤੋਂ ਪਹਿਲਾਂ ਹੀ ਉੱਡ ਜਾਂਦਾ ਹੈ। ਸਿਆਣਾ ਕਹਾਉਂਦਾ ਆਪਣੇ ਆਪ ਨੂੰ, ਪਰ ਗੰਦਗੀ ਫਰੋਲਦਾ, ਬਿਸਤਾ ਫਰੋਲਦਾ ਹੈ। ਵੇਖਣ ਦੇ ਵਿੱਚ ਸਿਆਣਾ ਹੋਵੇ ਭਾਵੇਂ, ਇਹ ਦਰਸ਼ਾਨ ਦਿੱਤਾ ਹੈ। ਉਹ ਤਾਂ ਵੀ ਹੰਸਾਂ ਦੇ ਵਿੱਚ ਨਹੀਂ ਰਹਿ ਸਕਦਾ। ਉਹ ਨਾ ਰਿਜ਼ਕ ਨਾ ਪਇਓ ਉਥੈ। ਤੇ ਕਹਿੰਦੇ ਜੀ ਇਹ ਕਿਉਂ ਨਹੀਂ ਰਹਿ ਸਕਦਾ ਬਗਲਾ ਤੇ ਕਾਗ ਮਾਨ ਸਰੋਵਰ ਤੇ? ਮਹਾਰਾਜ ਸਾਹਿਬ ਵੀ ਕਹਿੰਦੇ ਉਹਨਾਂ ਦਾ ਰਿਜ਼ਕ ਉੱਥੇ ਨਹੀਂ ਪ੍ਰਾਪਤ ਕੀਤਾ ਜਾਂਦਾ, ਉਹਨਾਂ ਦਾ ਰਿਜ਼ਕ ਹੀ ਨਹੀਂ ਉੱਥੇ ਪਾਇਆ ਜਾਂਦਾ। ਤੇ ਪਾਠ ਪਇਓ ਹੀ ਹੈ, ਇਹ ਪਾਇਆ ਨਹੀਂ ਜਾਂਦਾ ਹੈ। ਇਸ ਕਰਕੇ ਉਹ ਨਾ ਹੋਰੋ ਖਾਣਾ। ਉਹਨਾਂ ਦਾ ਪਾਈ ਹੋਰ ਹੀ ਖਾਣਾ ਹੈ। ਬਗਲੇ ਦਾ ਭੋਜਨ ਡੱਡੂ ਮੱਛੀਆਂ, ਡੱਡੀਆਂ ਮੱਛੀਆਂ, ਤੇ ਜਿਹੜਾ ਕਾਂ ਹੈ ਉਹਦਾ ਬਿਸਟਾ, ਇਹ ਉਹਦਾ ਖਾਣਾ ਹੈ। ਇਸੇ ਪ੍ਰਕਾਰ ਜੇ ਸਰਵਰ ਹੰਸ ਧੁਰੀ ਹੀ ਮੇਲਾ। ਮਹਾਰਾਜ ਕਹਿੰਦੇ ਭਾਈ ਮੈਂ ਤਾਂ ਪ੍ਰਮਾਣ ਦਿੱਤਾ ਹੈ ਮਾਨ ਸਰੋਵਰ ਦਾ। ਬ੍ਰਹਮ ਹੈ ਜਿਹੜਾ ਮਾਨ ਸਰੋਵਰ ਹੈ, ਗੁਰੂ ਹੈ ਜਿਹੜਾ ਮਾਨ ਸਰੋਵਰ ਹੈ, ਉਹਦੇ ਉੱਤੇ ਹੰਸਾਂ ਦੀ ਨਿਆਈ ਕੌਣ ਹੈ? ਤਤਵੇਤੇ ਮਹਾਤਮਾ। ਸਰਵਰ ਹੰਸ ਧੁਰੇ ਹੀ ਮੇਲਾ, ਉਹ ਮਹਾਤਮਾ ਦਾ ਧੁਰੋਂ ਆਦ ਤੋਂ ਹੀ ਮੇਲਾ ਮਿਲਾਪ ਹੈ ਮਾਨ ਸਰੋਵਰ ਦੇ ਨਾਲ, ਗੁਰੂ ਦੇ ਨਾਲ, ਪਰਮੇਸ਼ਰ ਨਾਲ। ਖਸਮੈ ਈਵੈ ਭਾਣਾ। ਖਸਮ ਮਾਲਕ ਜਿਹੜਾ ਵਾਹਿਗੁਰੂ ਹੈ, ਖਸਮ ਹੈ, ਉਸ ਨੂੰ ਐਵੇਂ ਇਉਂ ਪਾਉਂਦਾ ਚੰਗਾ ਲੱਗਦਾ ਹੈ। ਸਰਵਰ ਅੰਦਰ ਹੀਰਾ ਮੋਤੀ। ਜੋ ਬ੍ਰਹਮ ਰੂਪੀ ਮਾਨ ਸਰੋਵਰ ਹੈ, ਜੋ ਗੁਰੂ ਰੂਪੀ ਮਾਨ ਸਰੋਵਰ ਹੈ, ਉਹਦੇ ਵਿੱਚ ਨਾਂ ਰੂਪੀ ਹੀਰਾ ਹੈ, ਬੈਰਾਗ ਰੂਪੀ, ਤੇ ਉਹਦੇ ਵਿੱਚ ਮੋਤੀ ਨੇ, ਜਾਂ ਮੁਕਤੀ ਰੂਪੀ ਉਹਦੇ ਚ ਮੋਤੀ ਹੈ। ਸੋ ਹੰਸਾਂ ਕਾ ਖਾਣਾ। ਉਹ ਮਹਾਤਮਾ ਜਗਿਆਸੂ ਰੂਪ ਹੰਸਾਂ ਦਾ ਭੋਜਨ ਹੈ ਜੀ। ਬਗੁਲਾ ਕਾਗ ਨ ਰਹੀ ਸਰਵਰ। ਬਗਲੇ ਵਾਂਗ ਉੱਪਰੋਂ ਚਿੱਟੇ ਵਸਤਰ ਪਾਉਣ ਵਾਲੇ, ਅੰਦਰੋਂ ਕਾਂ ਵਰਗੇ ਕਾਲੀਆਂ ਕਰਤੂਤਾਂ ਕਰਨ ਵਾਲੇ, ਦਿਲ ਕਾਲਾ ਪਖੰਡੀ ਜਿਹੜਾ ਐਸਾ ਪੁਰਖ ਹੈ। ਬਗਲੇ ਦੀ ਨਿਆਈ ਪਖੰਡੀ ਤੇ ਕਾਂ ਦੀ ਨਿਆਈ ਕਾਮੀ ਪੁਰਖ ਹੈ। ਇਸ ਤਰ੍ਹਾਂ ਵੀ ਇਹਦਾ ਅਰਥ ਹੈ ਉਹ ਪਾਪੀ ਪੁਰਖ ਗੁਰੂ ਅਤੇ ਬ੍ਰਹਮ ਰੂਪੀ ਮਾਨ ਸਰੋਵਰ ਤੇ ਨਾ ਰਹੀ, ਨਹੀਂ ਰਹਿ ਸਕਦਾ, ਇਸਤਤ ਨਹੀਂ ਹੋ ਸਕਦਾ। ਜੇ ਹੋਵੇ ਅਤ ਸਿਆਣਾ। ਉਹ ਚਾਰੇ ਵੇਦ ਛੇ ਸ਼ਾਸਤਰ ਆਦਿਕ ਵੀ ਪੜ੍ਹ ਕੇ ਪਾਣੇ, ਸ਼ਾਸਤਰਾਂ ਦਾ ਗਿਆਤਾ ਵੀ ਹੋਵੇ, ਗਿਆਨ ਦੇ ਸਹਿਤ ਹੋਵੇ, ਅਤਿਅੰਤ ਸਿਆਣਪ ਸਿਆਣ ਵਾਲਾ ਵੀ ਹੋਵੇ, ਤਾਂ ਵੀ ਉਹ ਗੰਦਗੀ ਰੂਪ ਬਿਸਤੇ ਹੀ ਫੋਲਣ ਵਾਲਾ ਹੈ। ਇਹ ਦੱਸਦੇ ਹਨ ਉਹ ਨਾ ਰਿਜ਼ਕ ਨਾ ਪਇਓ ਉਥੈ। ਉਹਨਾਂ ਪਖੰਡੀ ਦੰਭੀ ਪੁਰਖਾਂ ਦਾ ਰਿਜ਼ਕ ਉੱਥੇ ਪਰਮੇਸ਼ਰ ਨੇ ਨਹੀਂ ਪਾਉਣਾ ਕੀਤਾ, ਕਿਉਂਕਿ ਉਹਨਾਂ ਦਾ ਖਾਣਾ ਹੋਰ ਹੈ। ਪਖੰਡੀ ਪੁਰਖ ਪਰਾਈਆਂ ਇਸਤਰੀਆਂ ਵੱਲ ਮਨ ਦ੍ਰਿਸ਼ਟੀ ਨਾਲ ਤੱਕਦਾ ਹੈ, ਅਤੇ ਕਾਮੀ ਪੁਰਸ਼ ਵਿਸ਼ਿਆਂ ਦੀ ਜਿਹੜੀ ਨਿੰਦੇ ਹੈ ਤੇ ਬੋਲੋ ਉਹਨਾਂ ਹੋਰੇ ਖਾਣਾ ਬੋਲੋ, ਉਹਨਾਂ ਹੋਰੋ ਖਾਣਾ, ਕਿਉਂਕਿ ਉਹਨਾਂ ਦਾ ਖਾਣਾ ਹੋ ਰਹੀ ਹੈ। ਕਿਹੜਾ ਭਾਵ ਪਖੰਡੀ ਪੁਰਖ ਪਰਾਈਆਂ ਇਸਤਰੀਆਂ ਵੱਲ ਮਨ ਦ੍ਰਿਸ਼ਟੀ ਨਾਲ ਤੱਕਦਾ ਹੈ, ਉਹ ਗੁਰੂ ਕਾ ਬਾਣਾ ਪਾਇਆ ਹੈ। ਤੇ ਪਾਪੀ ਕਾਮੀ ਪੁਰਖ ਵਿਸ਼ਿਆਂ ਤੇ ਨਿੰਦਿਆ ਰੂਪੀ ਬਿਸਤਾ ਹੀ ਖਾਂਦਾ ਰਹਿੰਦਾ, ਇਸ ਕਰਕੇ ਮੇਲ ਨਹੀਂ ਹੈ। ਸੱਚ ਕਮਾਣਾ ਸੱਚੋ ਪਾਈਐ। ਜਿਹੜਾ ਸੱਚੇ ਨਾਮ ਨੂੰ ਕਮਾਉਣਾ ਕਮਾਉਂਦਾ ਹੈ, ਕਮਾਉਂਦੇ ਹਨ, ਉਹ ਫਿਰ ਸੱਚੋ ਸੱਚ ਸਰੂਪ ਦੀ ਪ੍ਰਾਪਤੀ ਦੇ ਸੁਖ ਨੂੰ ਪਾਈਏ ਪਾਉਣਾ ਕਰਦੇ ਹਨ। ਕੂੜਾ ਕੂੜਾ ਮਾਣਾ। ਕੂੜਾ ਝੂਠੇ ਪੁਰਖਾਂ ਦਾ ਕੂੜਾ ਝੂਠਾ ਹੀ ਮਾਣਾ ਮਾਣ ਹੈ।
ਨਰਕਾਂ ਦੀ ਪ੍ਰਾਪਤੀ ਰੂਪੀ ਮਾਨ ਹੈ, ਇਹ ਸਮਝੋ ਤੁਸੀਂ। ਨਾਨਕ ਤਿਨ ਕੋ ਸਤਿਗੁਰ ਮਿਲਿਆ। ਸਤਿਗੁਰੂ ਕਥਨ ਕਰਦੇ ਹਨ ਤਿਨ ਉਹਨਾਂ ਨੂੰ ਉਹਨਾਂ ਦੇ ਤਾਈਂ ਸਤਿਗੁਰੂ ਸੱਚਾ ਗੁਰੂ ਮਿਲਿਆ ਹੈ। ਜਿਨਾ ਤੁਰੇ ਪਾਇਆ ਪਰਵਾਣਾ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਆ ਤਿਨਾ ਉਹਨਾਂ ਦੇ ਤਾਈਂ ਨਾਨਕ ਤਿੰਨ ਕੋ ਸਤਿਗੁਰ ਮਿਲਿਆ। ਸਤਿਗੁਰੂ ਮਹਾਰਾਜ ਕਹਿੰਦੇ ਉਹਨਾਂ ਦੇ ਤਾਈਂ ਸਤਿਗੁਰੂ ਸੱਚਾ ਗੁਰੂ ਮਿਲਿਆ। ਧੁਰਾਂ ਤੋਂ ਮਸਤਕ ਦੇ ਉੱਤੇ ਪਰਮੇਸ਼ਰ ਨੇ ਨਿਸ਼ਕਾਮ ਕਰਮਾਂ ਦਾ ਪ੍ਰਵਾਨਾ ਲਿਖ ਕੇ ਪਾਇਆ ਕਿ ਇਹ ਪਾਇਆ ਹੋਇਆ ਹੈ। ਇਸ ਕਰਕੇ ਧੁਰੋਂ ਹਿਰਦੇ ਰੂਪੀ ਮੱਥੇ ਦੇ ਉੱਪਰ ਪਰਮੇਸ਼ਰ ਨੇ ਆਪਣੀ ਭਾਉ ਭਗਤੀ ਪ੍ਰੇਮਾ ਭਗਤੀ ਦਾ ਲੇਖ ਲਿਖ ਕੇ ਪਾਉਣਾ ਕੀਤਾ ਹੋਇਆ। ਉਹ ਪਰਮੇਸ਼ਰ ਦੀ ਦਰਗਾਹ ਵਿੱਚ ਪ੍ਰਵਾਨਿਤ ਹੋ ਜਾਂਦੇ ਹਨ, ਸਫਲੇ ਹੋ ਗਏ। ਸਾਹਿਬ ਮੇਰਾ ਉਜਲਾ। ਹੇ ਭਾਈ ਸਾਡਾ ਸਾਹਿਬ ਮਾਲਕ ਪਰਮੇਸ਼ਰ ਸਦਾ ਹੀ ਉਜਲ ਨਿਰਮਲ ਹੈ, ਉਜਲਾ ਨਿਰਮਲਾ ਹੈ। ਜੇ ਕੋ ਚਿੱਤ ਕਰੇ। ਜੇ ਕੋਈ ਉਸ ਨੂੰ ਆਪਣੇ ਚਿੱਤ ਦੀ ਬਿਰਤੀ ਨਾਲ ਧਿਆਉਣਾ ਕਰੇ, ਚਿੱਤ ਬਿਰਤੀ ਉਹਦੇ ਵਿੱਚ ਲਾਉਣਾ ਕਰੇ। ਜੇ ਕੋਈ ਚਿੱਤ ਹਾਂਜੀ ਜੇ ਕੋ ਬੋਲ ਦੋ ਜੇ ਕੋ ਚਿੱਤ ਕਰੇ। ਜੇ ਕੋਈ ਉਸ ਨਾਲ ਚਿੱਤ ਦੀ ਬਿਰਤੀ ਨੂੰ ਲਾਉਣਾ ਕਰੇ ਉਹ ਉਸ ਦੀ ਪ੍ਰਾਪਤੀ ਤਾਂ ਹੁੰਦੀ ਹੈ ਜੇ ਬਿਰਤੀ ਲਾਵੇ। ਨਾਨਕ ਸੋਈ ਸੇਵੀਐ। ਸਤਿਗੁਰੂ ਜੀ ਕਥਨ ਕਰਦੇ ਨੇ ਉਹੀ ਪਰਮੇਸ਼ਰ ਸੇਵੀਐ, ਸੇਵਨਾ ਕਰੀਏ ਉਸ ਨੂੰ। ਸਦਾ ਸਦਾ ਜੋ ਦੇ। ਜਿਹੜਾ ਸਦਾ ਸਦਾ ਹਮੇਸ਼ਾ ਹਮੇਸ਼ਾ ਦਾਤਾਂ ਦੇ ਦੇਣ ਵਾਲਾ ਹੈ। ਨਾਨਕ ਸੋਈ ਸੇਵੀਐ। ਸਤਿਗੁਰੂ ਜੀ ਕਥਨ ਕਰਦੇ ਉਹੀ ਪਰਮੇਸ਼ਰ ਨੂੰ ਸੇਵਨਾ ਕਰੀਏ। ਜਿਤ ਸੀਵੈ ਦੁੱਖ ਜਾਏ। ਜਿਸ ਵਾਹਿਗੁਰੂ ਦੇ ਸੇਵਨ ਭਜਨ ਕਰਨ ਕਰਕੇ ਜਨਮ ਸਫਲਾ ਹੁੰਦਾ ਹੈ ਤੇ ਜੰਮਣ ਮਰਨ ਦਾ ਦੁੱਖ ਚਲਿਆ ਜਾਂਦਾ ਹੈ ਉਹਦੇ ਸੇਵਨ ਕਰਕੇ। ਅਵਗੁਣ ਅੰਜਨ ਗੁਣ ਰਹਿ। ਤੇ ਜੋ ਗੁਰਾਂ ਦੁਆਰਾ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਗੁਣਾਂ ਨੂੰ ਰਵੇ ਉਚਾਰਨ ਕਰਦਾ ਹੈ ਉਹਦੇ ਹਿਰਦੇ ਦੇ ਵਿੱਚ ਜਿਹੜੇ ਔਗਣ ਨਾ ਹਿਰਦੇ ਦੇ ਵਿੱਚੋਂ ਔਗਣ ਜਿਹੜੇ ਨਾ ਔਗਣ ਵੰਜਨ ਚਲੇ ਜਾਂਦੇ ਹਨ, ਔਗਣ ਚਲੇ ਜਾਂਦੇ ਨੇ, ਸ਼ੁਭ ਗੁਣ ਹਿਰਦੇ ਚ ਆ ਜਾਂਦੇ ਹਨ। ਮਨ ਸੁਖ ਵਸੈ ਆਏ। ਉਹਦਾ ਮਨ ਹਿਰਦਾ ਜਾਂ ਹਿਰਦੇ ਦੇ ਵਿੱਚ ਸੁਖ ਆਨੰਦ ਸਰੂਪ ਪ੍ਰਗਟ ਹੋ ਜਾਂਦਾ ਹੈ, ਪ੍ਰਾਪਤ ਹੋ ਜਾਂਦਾ ਹੈ। ਬ੍ਰਹਮਾਨੰਦ ਰੂਪੀ ਸੁਖ ਮਿਲ ਜਾਂਦਾ ਹੈ। ਆਤਮ ਆਨੰਦ ਆਏ ਆ ਕੇ ਬਸ ਜਾਂਦਾ ਹੈ। ਪੌੜੀ। ਹੁਣ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਪੌੜੀ ਹੈ ਜੋ ਸਮਾਪਤੀ ਦਾ ਸ਼ਬਦ ਹੈ ਜੀ। ਆਪੇ ਆਪ ਵਰਤਦਾ। ਪਰਮੇਸ਼ਰ ਆਪੇ ਆਪ ਆਪਣਾ ਆਪ ਰੂਪ ਹੋ ਕੇ ਸਾਰਿਆਂ ਵਿੱਚ ਵਰਤਦਾ, ਵਰਤ ਰਿਹਾ ਪ੍ਰਤਕ ਜੋਤ ਰੂਪ ਹੋ ਕਰਕੇ। ਆਪ ਤਾੜੀ ਲਾਈਨ। ਆਪ ਹੀ ਸੰਸਾਰ ਦੀ ਪਰਲੋਂ ਕਰਨ ਤੋਂ ਬਾਅਦ ਤਾੜੀ ਸਮਾਧੀ ਲਾਈਨ ਲਾਉਂਦਾ ਹੈ ਤੇ ਆਪੇ ਆਪ ਵਰਤਦਾ, ਆਪ ਹੀ ਸਰਗਣ ਸਰੂਪ ਹੋ ਕੇ ਫਿਰ ਆਪ ਹੀ ਜੀਵ ਰੂਪ ਜਾਂ ਆਪ ਹੀ ਜੀਵ ਈਸ਼ ਦਾ ਭੇਦ ਰੂਪ ਹੋ ਕੇ ਵਰਤ ਰਿਹਾ ਹੈ। ਆਪੇ ਤਾੜੀ ਲਾਈਨ ਤੇ ਆਪ ਹੀ ਨਿਰਵਿਕਲਪ ਰੂਪ ਸਮਾਧੀ ਲਾਉਣਾ ਕਰਦਾ ਹੈ। ਆਪੇ ਹੀ ਉਪਦੇਸ਼ ਦਾ। ਪਰਮੇਸ਼ਰ ਆਪ ਹੀ ਸਤਿਗੁਰੂ ਰੂਪ ਹੋ ਕੇ ਉਪਦੇਸ਼ ਦਿੰਦਾ ਹੈ। ਗੁਰਮੁਖ ਪਤਿਆਇਨ। ਆਪ ਹੀ ਗੁਰਮੁਖ ਅਧਿਕਾਰੀ ਹੋ ਕੇ ਗੁਰਾਂ ਉੱਤੇ ਜਾਂ ਗੁਰੂ ਉਪਦੇਸ਼ ਉੱਤੇ ਪਤਿਆਇਨ ਪ੍ਰਤੀਤ ਭਰੋਸਾ ਕਰਦਾ ਹੈ। ਇੱਕ ਆਪੇ ਉਜੜ ਪਾਇਨ। ਇਕਨਾਂ ਨੂੰ ਮਨਮੁਖਾਂ ਨੂੰ ਆਪ ਹੀ ਪਰਮੇਸ਼ਰ ਨੇ ਸੰਸਾਰ ਵਿੱਚ ਟੇਢੀਆਂ ਜੂਨਾਂ ਰੂਪੀ ਇਹ ਉਜੜ ਕਰਨਾ ਹੈ ਤੇ ਇਹ ਉਜਾੜ ਦੇ ਵਿੱਚ ਪਾਉਣਾ ਕੀਤਾ ਹੈ। ਇੱਕ ਭਗਤੀ ਲਾਇਨ। ਤੇ ਇਕਨਾਂ ਗੁਰਮੁਖ ਜਨਾਂ ਨੂੰ ਆਪ ਹੀ ਪ੍ਰੇਮਾ ਭਗਤੀ ਦੇ ਵਿੱਚ ਲਾਇਨ ਲਾਉਣਾ ਕੀਤਾ ਹੈ। ਜਿਸ ਆਪ ਬੁਝਾਏ ਸੋ ਬੁਝਸੀ। ਜਿਸ ਨੂੰ ਆਪ ਗੁਰਾਂ ਦੁਆਰਾ ਵਿਚਾਰ ਬੁਝਾਏ, ਇਹਨੂੰ ਵੀ ਬੁਝਾਏ ਕਰਨਾ ਜਣੀ ਤੇ ਬੁਝਾਏ ਨਾ ਹੋਵੇ ਪੋਲਾ ਨਹੀਂ ਕਰਨਾ। ਬੁਝਸੀ ਦੋਨੇ ਪਾਠ ਕਸ ਕੇ ਬੋਲਣੇ, ਬੁਝਾਏ ਵੀ ਬੁਝਸੀ ਵੀ। ਜਿਨ੍ਹਾਂ ਨੂੰ ਆਪ ਗੁਰਾਂ ਦੁਆਰਾ ਵਿਚਾਰ ਬੁਝਾਏ ਸਮਝਾਉਂਦਾ ਹੈ ਉਹੀ ਪਿੱਛੇ ਬੁਝਸੀ ਬੁਝਦਾ ਸੀ। ਜਿਸ ਨੂੰ ਆਪ ਸਮਝਾਉਂਦਾ ਹੈ ਉਹੀ ਸਮਝਦਾ ਹੈ, ਜਿਸ ਨੂੰ ਅੱਗੇ ਸਮਝਾਏਗਾ ਭਾਈ ਉਹੀ ਸਮਝੇਗਾ। ਆਪੇ ਨਾਏ ਲਾਇਨ। ਆਪ ਹੀ ਸਤਿਗੁਰੂ ਰੂਪ ਹੋ ਕੇ ਨਾਏ ਨਾਮ ਜਪਣ ਵਿੱਚ ਲਾਇਨ ਲਾਉਣਾ ਕਰਦਾ ਹੈ। ਨਾਨਕ ਨਾਮ ਧਿਆਈਐ। ਸਤਿਗੁਰੂ ਜੀ ਕਥਨ ਕਰਦੇ ਨੇ ਜੇਕਰ ਸੱਚੇ ਨਾਮ ਨੂੰ ਧਿਆ ਕਰ ਬਿਰਤੀ ਦੁਆਰਾ ਧਿਆਉਣਾ ਕਰੀਏ ਸੱਚੀ ਵਡਿਆਈ। ਸੱਚ ਸਰੂਪ ਦੀ ਪ੍ਰਾਪਤੀ ਵਾਲੀ ਸੱਚੀ ਵਡਿਆਈ ਸੋਭਾ ਪ੍ਰਾਪਤ ਹੋਵੇਗੀ। ਇਸ ਕਰਕੇ ਨਾਮ ਨੂੰ ਧਿਆਉਣਾ ਕਰੀਏ ਤਾਂ ਕਿ ਸੱਚੀ ਵਡਿਆਈ ਪ੍ਰਾਪਤ ਹੋ ਜਾਵੇ। ਸਮਾਪਤੀ ਵੇਲੇ ਫਿਰ ਅੱਖਰ ਕਹਿ ਰਹੇ ਹਨ। ਵਾਹੋ ਵਾਹੋ ਸੱਚੇ ਪਾਤਸ਼ਾਹ। हे ਸੱਚੇ ਪਾਤਸ਼ਾਹ ਤੂੰ ਵਾਹ ਚਰਜ ਰੂਪ ਹੈ। हे ਸੱਚੇ ਪਾਤਸ਼ਾਹ ਤੂੰ ਬਿਸਮਾਦ ਰੂਪ ਹੈ। ਤੂੰ ਸੱਚੀ ਨਾਈ ਸੁਧ। ਤੂੰ ਤੇਰੀ ਸੱਚੀ ਨਾਈ ਵਡਿਆਈ ਮਹਿਮਾ ਵੀ ਸੱਚੀ ਹੈ ਮਹਾਰਾਜ। ਤੇਰੀ ਵਡਿਆਈ ਸੱਚੀ ਹੈ। ਨਾਈ ਮਹਿਮਾ ਦਾ ਨਾਮ ਹੈ
ਤੇਰਾ ਨਾਮ ਤੇਰੀ ਨਾਈ ਤੇਰੀ ਵਡਿਆਈ ਮਹਿਮਾ ਸੱਚੀ ਹੈ। ਸੁਧ ਇੱਥੇ ਸਾਧ ਸੰਗਤ ਬਾਰ ਦੀ ਸਮਾਪਤੀ ਦੇ ਵੇਲੇ ਸੁਧ ਅੱਖਰ ਲਿਖਿਆ ਹੈ, ਭਾਵ ਕਿ ਬਾਣੀ ਸੁਧ ਕੀਤੀ ਹੋਈ ਹੈ। ਕੋਈ ਉਹਦੇ ਤੇ ਕਲਮ ਨਾ ਉਠਾਵੇ ਵੀ ਮਹੱਲੇ ਵੱਖਰੇ ਕਰਦਾ, ਸ਼ਲੋਕ ਵੱਖਰੇ ਕਰਦਾ, ਪੌੜੀਆਂ ਵੱਖਰੀਆਂ ਕਰਦਾ, ਐਸਾ ਗਿਆਨ ਨਾ ਕੋਟੇ। ਇਹ ਮਨ ਮਤ ਨਾ ਕਰੇ। ਕਿਸੇ ਨੂੰ ਵੀ ਬਾਣੀ ਤੇ ਅਦਲਾ ਬਦਲੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਜਿਵੇਂ ਗੁਰੂ ਸਾਹਿਬ ਨੇ ਸੁਧ ਕਰਕੇ ਬਾਣੀ ਲਿਖ ਦਿੱਤੀ ਹੈ, ਇਸ ਨੂੰ ਪੜ੍ਹ ਕੇ ਸ੍ਰੇਸ਼ਟ ਗਿਆਤ ਪ੍ਰਾਪਤ ਕਰੋ। ਜਦੋਂ ਸੁਧ ਗਿਆਨ ਗਿਆਤ ਕਰੋਗੇ ਤਾਂ ਤੁਹਾਡੇ ਹਿਰਦੇ ਨੂੰ ਗੁਰਬਾਣੀ ਨਿਰਮਲ ਕਰ ਦੇਵੇਗੀ। ਜਦੋਂ ਹਿਰਦਾ ਸੁਧ ਹੋ ਗਿਆ ਉਦੋਂ ਸੁਧ ਸਰੂਪ ਦੀ ਪ੍ਰਾਪਤੀ ਹੋ ਜਾਏਗੀ। ਜਿੱਥੇ ਸੁਧ ਕੀਚੇ ਹੁੰਦਾ ਉਹਦਾ ਮਤਲਬ ਸੰਕੀਰਨ ਰਾਗ ਹੈ, ਇਹਦੇ ਵਿੱਚ ਮਿਲਤ ਹੈ। ਸੁਧ ਰਾਗ ਹੋਣ ਕਰਕੇ ਇਹਨੂੰ ਸੁਧ ਕਹਿੰਦੇ ਨੇ ਸੰਗੀਤ ਦੀ, ਇਹ ਭਾਵ ਹੈ। ਸਾਧ ਸੰਗਤ ਜੀ ਇੱਥੇ ਬਾਰ ਸਮਾਪਤ ਹੁੰਦੀ ਹੈ। ਕੁਝ ਇਹਦੇ ਵਿੱਚ ਥੋੜੇ ਜਿਹੇ ਅੱਖਰ ਜਿਹੜੇ ਉਹ ਜ਼ਰੂਰੀ ਬਣਦੇ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 22 ਵਾਰਾਂ ਨੇ। 22 ਵਾਰਾਂ, ਬਾਰ ਦਾ ਅਰਥ ਹੁੰਦਾ ਪੌੜੀਆਂ। ਜਿੰਨੀਆਂ 22 ਵਾਰਾਂ ਦੀਆਂ ਪੌੜੀਆਂ ਨੇ ਇਹਨੂੰ ਚੰਗੀ ਤਰ੍ਹਾਂ ਨਿਰਖ ਕਰਕੇ ਦੇਖਿਆ, ਵਿਚਾਰਿਆ, ਇਹਨੂੰ ਜਥੇ ਦੇ ਸਿੰਘਾਂ ਨੂੰ ਲਾ ਕੇ ਇੱਕ ਇੱਕ ਵਾਰ ਉਹਦੀਆਂ ਸਾਰੀਆਂ ਪੌੜੀਆਂ, ਤਾਂ ਕਿ ਕੋਈ ਮਿੱਥਿਆ ਬਾਤ ਨਾ ਕਹਿ ਹੋ ਜਾਵੇ ਸੰਗਤ ਵਿੱਚ। 22 ਵਾਰਾਂ ਦੀਆਂ ਸਾਰੀਆਂ ਜਿੰਨੀਆਂ ਪੌੜੀਆਂ ਨੇ ਤੇ ਉਹਨਾਂ ਦੇ ਵਿੱਚ ਇੱਕ ਆ ਜਿਹੜੀ 21 ਜਿਹੜੀ ਪੌੜੀਆਂ ਵਾਲੀ 21 ਸ਼ਬਦਾਂ ਵਾਲੀ ਬਾਰ ਹੈ, ਰਾਮਕਲੀ ਕੀ ਬਾਰ ਪਹਿਲੀ। ਇਹ ਤੋਂ ਬਿਨਾ 21 ਵਾਰਾਂ ਜਿਹੜੀਆਂ ਹੋਰ ਨੇ ਉਹਨਾਂ 21 ਵਾਰਾਂ 'ਚ ਕਿਤੇ ਵੀ ਰਹਾਉ ਨਹੀਂ ਹੈ। ਇਸ ਵਾਰ ਦੇ ਵਿੱਚ ਰਹਾਉ ਹੈ। ਉਹਦਾ ਮਤਲਬ ਕੀ ਹੈ? ਰਹਾਉ ਦਾ ਤੇ ਪਿੱਛੇ ਹੁਣੇ ਸੁਣ ਕੇ ਹਟਿਓ ਵੀ ਬੀਜਣਾ ਹੁੰਦਾ ਹੈ। ਮਹਾਰਾਜ ਨੇ ਰਹਾਉ ਕਹਿ ਕੇ ਇਸ਼ਾਰਾ ਕਰਤਾ ਬੀਜਣਾ। ਇਹ ਜਿਹੜੀ ਮੈਂ ਬਹੁਤ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਰਹਾਉ ਕਹਿ ਦਿੱਤਾ ਹੈ, ਇਹਦਾ ਮਤਲਬ ਪੰਕਤੀ ਹਰੇਕ ਪੌੜੀ ਦੇ ਪਿੱਛੋਂ ਬੋਲਣੀ ਹੈ। ਜੋ ਨਹੀਂ ਬੋਲੇਗਾ ਤੇ ਮਹਾਰਾਜ ਦਾ ਦੇਣਦਾਰ ਹੋਏਗਾ, ਭਾਈ ਆਪੇ ਲੇਖਾ ਦਿੰਦਾ ਫਿਰੂਗਾ। ਪਰ ਇਹ ਮਨਮਤ ਨਹੀਂ ਕਰਨੀ, ਮਨਮਤ ਹੋਏਗੀ। ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪਾਠ ਕਰਾਇਆ ਵੀ ਬਹੁਤ ਸੱਚੇ ਪਾਤਸ਼ਾਹ ਸੱਚੀ ਨਾਈ, ਇਹ ਬੋਲਣਾ ਹੈ। ਗੁਰੂ ਹਰਗੋਬਿੰਦ ਸਾਹਿਬ ਨੇ ਇਹ ਬਚਨ ਕਹੇ ਕਿ ਇਹ ਪਾਠ ਬੋਲਣਾ ਹੈ। ਜਦੋਂ 12 ਚਾੜੀਆਂ ਨੇ ਉਸ ਵੇਲੇ ਉਹ ਸਾਰਾ ਇਹ ਪ੍ਰਸੰਗ ਜਿਹੜਾ ਗੁਰਬਲਾਤ ਪਾਤਸ਼ਾਹੀ 6ਵੀਂ ਵਿੱਚ ਆਉਂਦਾ ਹੈ। ਮਹਾਨ ਕੋਸ਼ ਦੇ ਵਿੱਚ ਵੀ ਇਹ ਸਾਧ ਸੰਗਤ ਵਾਰਤਾ ਦਿੱਤੀ ਭਾਈ ਕਾਹਨ ਸਿੰਘ ਨਾਭਾ ਨੇ। ਇਹ ਪੰਕਤੀ ਇਹ ਤੋਂ ਬਿਨਾਂ ਅਧੂਰੀ ਰਹੇਗੀ, ਇਹ ਪੜ੍ਹਨੀ ਚਾਹੀਦੀ ਹੈ। ਕਿਉਂਕਿ ਪਿੱਛੇ ਪੰਕਤੀਆਂ ਹੁਣ ਦੇਖ, ਪਿੱਛੇ ਲਾਇਨ ਪਾਠ ਆਇਆ, ਲਾਇਨ ਤੇ ਇੱਥੇ ਜਿਹੜੀ 5ਵੀਂ ਤੋਕਾ ਇਹਦੇ ਚ ਆ ਗਿਆ ਸੱਚੀ ਵਡਿਆਈ, ਤੇ ਇਹ ਬਹੁਵਾ ਸੱਚੇ ਪਾਤ ਸੱਚੀ ਨਾਈ, ਇੱਥੇ ਈੜੀ ਨੂੰ ਬਿਹਾਰੀ ਹੈ। ਜਿਹੜੀ ਸੱਚੀ ਨਾਈ ਹੈ, ਬਹੁਵਾ ਸੱਚੇ ਪਾਤੋਂ ਸੱਚੀ ਨਾਈ, ਇਹਦੇ ਵਿੱਚ ਫੇਰ ਈੜੀ ਨੂੰ ਬਿਹਾਰੀ ਹੈ। ਤੁਕਾਂਤ ਮਿਲਦਾ ਹੀ ਤਾਂ ਹੈ। ਦੂਸਰਾ ਵੀ ਇਹ ਜਿਹੜੀ ਬਾਰ ਹੈ ਇਹਦੇ ਮੂਹਰੇ ਦੇ ਦਿੱਤਾ ਹੈ ਵੀ ਉਹਨਾਂ ਸੂਰਮਿਆਂ ਦੀ ਬਾਰ ਜਿਹੜੀ 6 ਤੁਕੀ ਹੈ, ਜੋ ਦੇ ਪੂਰਬਾਣੀ ਦੀ ਧੁਨ ਹੈ ਨਾ, ਉਹ ਧੁਨ ਤਾਂ ਹੀ ਪੂਰੀ ਹੋਗੀ ਜੇ ਉਹਦੀਆਂ 6 ਤੁਕਾਂ ਨੇ, ਇਹਦੀਆਂ ਵੀ 6 ਤੁਕਾਂ ਬੋਲਾਂਗੇ ਤਾਂ ਹੀ ਪੂਰੀ ਹੋਊਗੀ। ਬਾਕੀ ਖੁਲਾਸਾ ਪਹਿਲਾਂ ਹੋ ਚੁੱਕਾ ਹੈ। ਹੁਣ ਮਹਾਰਾਜ ਜੀ ਕਿਰਪਾ ਕਰਨਗੇ। ਰਾਮਕਲੀ ਦੀ ਜਿਹੜੀ ਦੂਸਰੀ ਬਾਰ ਹੈ 5ਵੇਂ ਪਾਤਸ਼ਾਹ ਦੀ ਆਊਗੀ ਕੱਲ ਨੂੰ ਭਾਈ, ਉਹ ਆਰੰਭ ਹੋਏਗੀ। ਆਓ ਹੁਣ ਇੱਥੇ ਸਮਾਪਤੀ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਕਿਰਪਾ ਕਰਨ, ਸਭ ਦੀ ਹਾਜ਼ਰੀ ਦਰਗਾਹੇ ਪ੍ਰਵਾਨ ਕਰਨ। ਆਓ ਜੀ ਇੱਥੇ ਸਮਾਪਤੀ ਹੈ ਜੀ। ਨਾਨਕ ਨਾਮ ਧਿਆਈਐ ਸੱਚੀ ਵਡਿਆਈ, ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਸੁਧ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।